वाहिगुरू जी का खालसा वाहिगुरू जी की फतेह अस्सलाम वालेकुम आदाब बर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੁਸਾਨੀ ਤਰ੍ਹਾਂ ਸਟੂਡੀਓ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਆਦਿਆਮੀ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਆ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਸਾਡੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਰਾਸ਼ਟਰ ਵਾਲਿਆਂ ਨੂੰ ਨਮੋ ਨਮੇ। जी डॉक्टर साहब जी आनू प्रोग्राम सचो सच विच सो हाँ जी सो अज डॉक्टर साहब 4 अक्तूबर 2023 20 असो नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਵੈਬਫਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਇਹ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਸਚਪ੍ਰੀਤ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਸਵਾਲ ਕੀਤਾ ਹੈ ਕਿ ਕੋਈ ਕਾਨੂੰਨੀ ਕੇਸ ਉਹਨਾਂ ਖਿਲਾਫ ਦਰਜ ਕੀਤਾ ਗਿਆ ਹੈ ਔਰ ਅਸਲ ਵਿੱਚ ਚੱਲ ਕੀ ਰਿਹਾ ਹੈ। ਉਹਨਾਂ ਦੇ ਮਾਤਾ ਜੀ ਨੇ ਕੌਮ ਸਾਹਮਣੇ ਅਪੀਲ ਕੀਤੀ ਹੈ ਅਸੀਂ ਵੀ ਉਹਨਾਂ ਦਾ ਪੂਰਾ ਸਾਥ ਨਹੀਂ ਦਿੱਤਾ ਗੱਲ ਉੱਥੇ ਹੀ ਖਤਮ ਕਰ ਦਿੱਤੀ ਹੈ ਜੋ ਹਾਲਾਤ ਹਨ ਕਿ ਅਸੀਂ ਹੋਰ ਵਧੇਰੇ ਕੁਝ ਨਹੀਂ ਕਰ ਸਕਦੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸਚਪ੍ਰੀਤ ਸਿੰਘ ਜੁਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਉਹਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਕੈਨੇਡਾ ਦੇ ਹਵਾਲੇ ਨਾਲ ਕਿ ਭਾਰਤ ਵੱਲੋਂ ਨਿੱਜਰ ਕਤਲ ਕੇਸ ਵਿੱਚ ਮੈਂ ਨਾ ਮਾਨੂ ਵਾਲੀ ਜਿਹੜੀ ਪੋਜੀਸ਼ਨ ਹੈ ਉਹ ਜਾਰੀ ਹੈ ਸਗੋਂ ਇੱਕ ਕਦਮ ਅੱਗੇ ਜਾਂਦਿਆਂ ਭਾਰਤੀ ਸਟੇਟ ਵੱਲੋਂ ਕੈਨੇਡਾ ਦੇ ਖਿਲਾਫ ਹਮਲਾਵਰ ਰੁਖ ਅਪਣਾਇਆ ਜਾ ਰਿਹਾ ਔਰ ਅਮਰੀਕਾ ਵੱਲੋਂ ਭਾਰਤ ਤੇ ਪੂਰਾ ਦਬਾਅ ਬਣਾਇਆ ਜਾ ਰਿਹਾ ਅਤੇ ਸਕਰੂ ਪੂਰੀ ਤਰ੍ਹਾਂ ਟਾਈਟ ਕੀਤਾ ਜਾ ਰਿਹਾ। ਵਾਈਟ ਹਾਊਸ ਵੱਲੋਂ ਅੱਜ ਫੇਰ ਕਿਹਾ ਜਾ ਰਿਹਾ ਹੈ ਕਿ ਭਾਰਤ ਦੇ ਖਿਲਾਫ ਗੰਭੀਰ ਦੋਸ਼ ਹਨ ਅਤੇ ਇਸ ਦੀ ਪੂਰੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਟੋਰਾਂਟੋ ਤੋਂ ਆਪਣੇ ਵੀਰ ਸਚਪ੍ਰੀਤ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਉਹ ਸੱਚਮੁੱਚ ਪ੍ਰੀਤਵਾਨ ਵੀ ਨੇ ਤੇ ਸਚਿਆਰੇ ਵੀ ਨੇ। ਨਾਈਸ। ਤੇ ਜਿਹੜਾ ਇਸ਼ੂ ਉਹਨਾਂ ਨੇ ਸਾਹਮਣੇ ਲਿਆਂਦਾ ਹੈ ਬੇਸ਼ੱਕ ਪਿਛਲੇ 2-3 ਦਿਨ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਦੀ ਜੁੜੇ ਹੱਥਾਂ ਨਾਲ ਪੰਥ ਦੇ ਨਾਂ ਅਪੀਲ ਜਿਹੜੀ ਹੈ ਉਹ ਬਰਾਬਰ ਸੋਸ਼ਲ ਮੀਡੀਆ ਤੇ ਹੈ ਜਿਸ 'ਚ ਉਹਨਾਂ ਨੇ ਕਿਹਾ ਕਿ ਉਹ ਦੇਖੋ ਪੁੱਤਰ ਦਾ ਰੁਤਬਾ ਆਪਣੀ ਥਾਂ ਹੈ ਉਹ ਵੀ ਜਦੋਂ ਐਡਰੈਸ ਕਰਦੇ ਨੇ ਤਾਂ ਭਾਈ ਸਾਹਿਬ ਕਹਿੰਦੇ ਨੇ ਕਿਉਂਕਿ ਇਹ ਛੋਟੀ ਗੱਲ ਨਹੀਂ ਹੈ ਮਾਵਾਂ ਲਈ ਤਾਂ ਪੁੱਤਰ ਹੀ ਹੁੰਦੇ ਨੇ ਲੇਕਿਨ ਉਹਨਾਂ ਦਾ ਇਹ ਕਹਿਣਾ ਹੈ ਕਿ ਭਾਈ ਉਹਨਾਂ ਨੇ ਤਾਂ ਕੌਮ ਦੇ ਲਈ ਉਹ ਤੁਰੇ ਤੇ ਕੌਮ ਦਾ ਇਹ ਫਰਜ਼ ਹੈ ਕਿ ਭਾਈ ਅੱਜ ਉਸ ਹਾਲਤ 'ਚ ਨੇ ਕਿ ਭੁੱਖ ਹੜਤਾਲ ਤੇ ਬੈਠੇ ਨੇ ਆਪਣੇ ਸਾਥੀਆਂ ਨਾਲ। ਉਹਨਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦਾ ਡੀਸੀ ਜਿਹੜਾ ਉਹ ਬੜਾ ਵਿਤਕਰੇ ਵਾਲਾ ਰਵੱਈਆ ਅਖਤਿਆਰ ਕਰ ਰਿਹਾ ਹੈ। ਈਵਨ ਉਹਨਾਂ ਦੇ ਵਕੀਲ ਨੂੰ ਸਚਦੇਵ ਸਿੰਘ ਬਰਨਾਲਾ ਉਹਨਾਂ ਨੂੰ ਵੀ ਜਿਹੜਾ ਰਾਜਦੇਵ ਸਿੰਘ ਬਰਨਾਲਾ ਉਹਨੂੰ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ ਔਰ ਉਹਨਾਂ ਨੇ ਅਪੀਲ ਕੀਤੀ ਹੈ ਕਿ ਭਾਈ ਕੋਈ ਪੰਜਾਬ ਦੀਆਂ ਜੇਲ੍ਹਾਂ 'ਚ ਲਿਆਉਣ ਦਾ ਜਾਂ ਕੇਸ ਮੂਵ ਫਾਰਵਰਡ ਕਰੇ ਕਿਉਂਕਿ ਕੇਸ ਤਾਂ ਕੋਈ ਚਾਰਜ ਹੈ ਹੀ ਨਹੀਂ ਦੋਸ਼ ਤਾਂ ਕੋਈ ਫਾਈਲ ਹੀ ਨਹੀਂ ਕੀਤਾ ਹੋਇਆ। ਜੇ ਇਹਨਾਂ ਦਾ ਦੇਖਣਾ ਹੋਏ ਤੇ ਈਵਨ ਜਗਤਾਰ ਸਿੰਘ ਜੌਹਲ ਜੱਗੀ ਜੌਹਲ ਜਿਹੜੇ ਬ੍ਰਿਟਿਸ਼ ਸਿਟੀਜ਼ਨ ਨੇ 6 ਸਾਲ ਤੋਂ ਉਹਨਾਂ ਦੇ ਖਿਲਾਫ ਵੀ ਕੋਈ ਪ੍ਰੋਪਰ ਚਾਰਜ ਸ਼ੀਟ ਜਾਂ ਕੋਈ ਨਹੀਂ ਹੈ ਔਰ ਉਹਨਾਂ ਨੂੰ ਵੀ ਈਵਨ ਯੂਨਾਈਟਿਡ ਨੇਸ਼ਨਸ ਦੇ ਸਪੈਸ਼ਲ ਜਿਹੜੀ ਕਮੇਟੀ ਹੈ
ਉਹਨਾਂ ਨੇ ਇਸ ਨੂੰ ਜਿਹੜਾ ਉਹ ਇਲੀਗਲ ਡਿਟੈਂਸ਼ਨ ਜਾਂ ਆਰਬਿਟਰੇਰੀ ਡਿਟੈਂਸ਼ਨ ਜਿਹੜਾ ਟੈਕਨੀਕਲ ਵਰਡ ਹੈ ਉਹਦੇ ਲਈ ਇਸਤੇਮਾਲ ਕੀਤਾ। ਔਰ ਇਸੇ ਤਰ੍ਹਾਂ ਕੱਲਾ ਇਹੀ ਨਹੀਂ, ਔਰ ਕੱਲ ਵੀ ਅਸੀਂ ਜ਼ਿਕਰ ਕੀਤਾ ਸੀ, ਔਰ ਇਹ ਅਫਸੋਸ ਦੀ ਗੱਲ ਹੈ ਕਿ ਸਰਕਾਰ ਪੰਜਾਬ ਦੀ ਹੋਏ ਕੇਂਦਰ ਦੀ ਹੋਏ, ਉਹ ਧਿਆਨ ਭਟਕਾਉਣ ਦੇ ਲਈ ਕਦੇ ਇੱਕ ਪਾਸਿਓਂ ਛੁਣਛੁਣਾ ਕੋਈ ਫੜਾ ਦਿੰਦੇ ਨੇ, ਦੂਸਰੇ ਪਾਸਿਓਂ ਉਹਨਾਂ ਨੇ ਡੰਡਾ ਚੁੱਕਿਆ ਹੋਇਆ ਹੈ। ਜੇ ਅੱਜ ਦੇਖੀਏ ਇੰਡੀਅਨ ਸੁਪਰੀਮ ਕੋਰਟ ਨੇ SYL ਕੈਨਾਲ ਦੇ ਉੱਤੇ ਇਹ ਜਿਹੜਾ ਡਿਕਰੀ ਦਿੱਤੀ ਹੈ ਕਿ ਸੈਂਟਰ ਨੂੰ ਕਿ ਜੀ ਸਰਵੇ ਕਰਾਓ, ਇੰਨੀ ਜਨਵਰੀ ਦੇ ਵਿੱਚ ਫਿਰ 2 ਮਹੀਨੇ ਬਾਅਦ ਤਰੀਕ ਹੋਏਗੀ। ਪੰਜਾਬ ਨੂੰ ਵੀ ਕਿਹਾ ਕੋਆਪਰੇਟ ਕਰੋ ਕਿ ਜੀ ਪੰਜਾਬ ਦੇ ਕਿੰਨੇ ਹਿੱਸੇ 'ਚ ਬਣੀ ਹੈ ਕੀ ਨਹੀਂ ਹੈ, ਯਾਨੀ ਇੱਕ ਨਵੀਂ ਡਿਬੇਟ। ਤੇ ਦੂਸਰੇ ਪਾਸੇ ਭਗਵੰਤ ਮਾਨ ਨੇ ਕਿਹਾ ਜੀ ਅਸੀਂ 28 ਕਿ 29 ਅਕਤੂਬਰ ਤੋਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਦਾ ਜਿਹੜਾ ਹੈ ਉਹ ਸ਼ੁਰੂ ਕਰਾਂਗੇ ਸਿਲਸਿਲਾ। ਹਾਲਾਂਕਿ ਇਹਨਾਂ ਦੋਨਾਂ 'ਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ SYL ਕੈਨਾਲ ਦੇ ਇਸ਼ੂ ਦਾ ਫੈਸਲਾ ਇਸ ਵੇਲੇ ਲਿਆ ਕੇ ਇਸ ਕਿਸਮ ਦੇ ਕਮੈਂਟ ਨਾਲ ਇੰਨੇ ਕੁ ਉਹਨਾਂ ਨੇ ਇਸ਼ੂ ਸਾਨੂੰ ਡਿਸਟਰੈਕਟ ਕਰਨ ਲਈ ਛੱਡ ਦਿੱਤੇ ਨੇ, ਤੇ ਇਧਰ ਛੁਣਛੁਣਾ ਸ਼੍ਰੋਮਣੀ ਕਮੇਟੀ ਦਾ। ਹਾਲਾਂਕਿ ਭਗਵੰਤ ਮਾਨ ਦਾ ਇਹ ਪ੍ਰੈਰੋਗੇਟਿਵ ਵੀ ਨਹੀਂ ਹੈ, ਇਹ ਸੈਂਟਰ ਡਿਸਾਈਡ ਕਰਦਾ ਹੈ, ਕਿਉਂਕਿ ਬੇਸ਼ੱਕ ਹਰਿਆਣੇ ਦੀ ਕਮੇਟੀ ਬਣਾ ਕੇ ਇਹਨਾਂ ਨੇ ਗੁਰਦੁਆਰੇ ਅੱਡ ਕਰ ਦਿੱਤੇ ਨੇ, ਪਰ ਹਿਮਾਚਲ ਔਰ ਚੰਡੀਗੜ੍ਹ ਉਹਦਾ ਹਿੱਸਾ ਨੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਅਸਲ ਇਸ਼ੂ ਨੇ, ਇੱਕ ਪਾਸੇ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ ਔਰ ਇਹ ਸਾਰਾ ਵਾਕਿਆ ਉਸੇ ਹੀ ਲੜੀ ਦੇ ਵਿੱਚ ਜਾ ਕੇ ਜਦੋਂ ਅਸੀਂ ਮਾਰਚ ਮਹੀਨੇ ਤੋਂ, ਜਦੋਂ ਕਿ 7-8 ਮਹੀਨੇ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਗ੍ਰਿਫਤਾਰੀ ਦੇ ਡਰਾਮੇ ਦੇ ਥੱਲੇ ਨੌਟੰਕੀ 4-5 ਹਫ਼ਤੇ ਇਹਨਾਂ ਨੇ 7-8 ਸਟੇਟਾਂ ਦੇ ਵਿੱਚ ਸਿੱਖ ਨੌਜਵਾਨਾਂ ਦੀ ਫੜੋਫੜੀ ਕੀਤੀ, ਬੀਬੀਆਂ ਨੂੰ ਵੀ ਬੇਇੱਜ਼ਤ ਕੀਤਾ, ਝੂਠੇ ਕੇਸ ਬਣਾਏ ਔਰ ਫਿਰ 2900 ਕਿਲੋਮੀਟਰ ਦੂਰ ਡਿਬਰੂਗੜ੍ਹ ਜਿਹੜਾ ਉਹ ਛੱਡ ਆਏ। ਔਰ ਉਸ ਤੋਂ ਬਾਅਦ ਕੋਈ ਈਵਨ ਜੇ ਹੁਣ ਇੱਥੋਂ ਫਲਾਈ ਕਰਕੇ ਜਾਣਾ ਹੈ ਜਾਂ ਦੂਸਰਾ, ਜੇ ਉੱਥੇ ਜਾ ਕੇ ਟੱਬਰ ਬੈਠੇ ਨੇ, ਵਕੀਲ ਨੂੰ ਵੀ ਮਿਲਣ ਦਾ ਹੱਕ ਨਹੀਂ ਹੈ, ਤੇ ਉਹ ਪਰਮਿਸ਼ਨ ਅੰਮ੍ਰਿਤਸਰ ਦੇ DC ਦਾ ਕੀ ਕਨੈਕਸ਼ਨ ਹੈ ਜਾਂ ਕੇਸ ਅੰਮ੍ਰਿਤਸਰ 'ਚ ਰਜਿਸਟਰਡ ਹੈ, ਕੋਈ ਇਹਨਾਂ ਨੇ ਕੁਝ ਹੋਰ ਵਿੱਚ ਬਣਾਇਆ ਹੋਣਾ। ਸੋ ਈਵਨ ਅੱਜ ਦੀਆਂ ਖਬਰਾਂ ਦੇ ਮੁਤਾਬਕ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਸਿੰਘਣੀ ਬੀਬੀ ਕਿਰਨਦੀਪ ਕੌਰ ਵੀ ਜਿਹੜੇ ਨੇ ਉਹ ਘਰ ਦੇ ਵਿੱਚ ਹੀ ਭੁੱਖ ਹੜਤਾਲ ਤੇ ਬੈਠ ਗਏ ਨੇ ਕਿ ਭਾਈ ਪਿਛਲੇ 3 ਦਿਨ ਤੋਂ ਜੇ ਮੇਰੇ ਪਤੀ ਨੇ ਕੁਝ ਨਹੀਂ ਖਾਧਾ ਹੈ ਤੇ ਮੈਂ ਵੀ ਕੁਝ ਵੀ ਜਿਹੜਾ ਅੰਜਲ ਨਹੀਂ ਅੰਗੀਕਾਰ ਕਰਨਾ। ਹੁਣ ਇਹਨਾਂ ਹਾਲਾਤਾਂ 'ਚ ਮੇਰੇ ਕੋਲ ਸਚਪ੍ਰੀਤ ਸਿੰਘ ਹੋਰਾਂ ਨੂੰ ਕਹਿਣ ਲਈ ਕੁਝ ਨਹੀਂ ਹੈ ਕਿ ਜਦੋਂ ਇਸ ਕਦਰ ਇਹ ਸਿਰਫ ਢਾਡੀਆਂ ਦੇ ਜਾਂ ਕਵੀਸ਼ਰਾਂ ਦੇ ਸੁਣਾਉਣ ਦੇ ਕਿੱਸੇ ਹੀ ਰਹਿ ਗਏ ਨੇ ਗੁਰਦੁਆਰਿਆਂ 'ਚ ਕਿ ਭਾਈ ਕਿਵੇਂ ਅਸੀਂ ਨਾਦਰ ਸ਼ਾਹ ਤੋਂ ਆਪਣੀਆਂ ਬਹੁ ਬੇਟੀਆਂ ਛੁਡਾ ਕੇ ਲਿਆਏ, ਕਿਵੇਂ ਅਸੀਂ ਅਬਦਾਲੀ ਤੋਂ ਲਿਆਏ, ਅਸੀਂ ਆਹ ਕੀਤਾ, ਅਸੀਂ ਉਹ ਕੀਤਾ। ਤੁਹਾਡੇ ਆਪਣੀ ਧਰਤੀ ਤੇ ਤੁਹਾਡੀ ਪੱਗ ਰੋਲੀ ਜਾ ਰਹੀ ਹੈ, ਤੁਹਾਡੇ ਨਾਲ ਜੋ ਸਲੂਕ ਜਿਹੜਾ ਈਵਨ ਪਹਿਲੀ ਗੱਲ ਤਾਂ ਅਸੀਂ ਸੰਵਿਧਾਨ ਦੇ ਦਾਇਰੇ 'ਚ ਨਹੀਂ ਆਉਂਦੇ, ਲੇਕਿਨ ਈਵਨ ਉਸ ਸੰਵਿਧਾਨ ਦੇ ਤਹਿਤ ਵੀ ਜਾਂ ਦੁਨੀਆ 'ਚ ਕਿਤੇ ਵੀ ਜੂਰਿਸਪ੍ਰੂਡੈਂਸ ਦੇ ਵਿੱਚ ਭਾਵੇਂ ਕੋਈ ਮਰਡਰ ਕੀਤਾ ਹੋਇਆ, ਹਾਲਾਂ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਤਾਂ ਕੋਈ ਕੇਸ ਹੀ ਨਹੀਂ ਹੈ, ਪਰ ਜਿਹੜਾ ਮਰਡਰਰ ਵੀ ਹੁੰਦਾ ਹੈ ਉਹਦਾ ਵੀ ਪਹਿਲਾ ਹੱਕ ਹੁੰਦਾ ਹੈ ਕਿ ਉਹ ਵਕੀਲ ਤੱਕ ਐਕਸੈਸ ਟੂ ਦਾ ਲਾਇਰ। ਔਰ ਜੂਰਿਸਪ੍ਰੂਡੈਂਸ ਹੁੰਦਾ ਹੈ ਵੀ ਜੇ ਤੁਹਾਡਾ ਆਪਣਾ ਵਕੀਲ ਨਹੀਂ ਹੈ ਤੇ ਅਦਾਲਤ ਵਕੀਲ ਪ੍ਰੋਵਾਈਡ ਕਰਦੀ ਹੈ, ਔਰ ਈਵਨ ਤੁਹਾਡੇ ਕੋਲ ਹੱਕ ਹੁੰਦਾ ਹੈ ਕਿ ਵੀ ਤੁਸੀਂ ਬਿਲਕੁਲ ਕੁਛ ਨਾ ਕਹੋ ਜਦੋਂ ਤੱਕ ਤੁਹਾਡਾ ਵਕੀਲ ਤੁਹਾਨੂੰ ਪ੍ਰੋਵਾਈਡ ਨਹੀਂ ਕੀਤਾ ਜਾ ਸਕਦਾ। ਲੇਕਿਨ ਜੇ ਅਸੀਂ ਇਹੀ ਗੱਲਾਂ ਭਾਈ ਅੰਮ੍ਰਿਤਪਾਲ ਸਿੰਘ ਸਮਝਾਉਂਦੇ ਸੀ ਕਿ ਭਾਈ ਅਸੀਂ ਗੁਲਾਮ ਹੈ, ਸਾਡੇ ਨਾਲ ਕੀ ਸਲੂਕ ਹੋ ਰਿਹਾ ਹੈ, ਆਹ ਵੇਖੋ ਕਿਵੇਂ ਸਾਡੇ ਲਈ ਅੱਡ ਕਾਨੂੰਨ ਨੇ, ਕਿਵੇਂ ਕੀ ਹੈ। ਔਰ ਅੱਜ ਉਹੀ ਸ਼ਖਸੀਅਤ ਜਿਹਨੇ ਪੰਜਾਬ ਨੂੰ ਇੱਕ ਹਲੂਣਾ ਦਿੱਤਾ, ਉਦੋਂ ਬਹੁਤ ਸਾਰੇ ਜਿਹੜੇ ਸੀ ਉਹਨਾਂ ਨੂੰ ਤਕਲੀਫ ਵੀ ਹੋਈ ਆਪਣਿਆਂ ਨੂੰ ਕਿ ਜੀ ਇਹ ਕੱਲ ਦਾ ਮੁੰਡਾ ਆ ਕੇ ਤੇ ਕਿਵੇਂ ਛਾ ਗਿਆ। ਉਹਨਾਂ ਨੇ ਇੱਕ ਬਹਾਨੇ ਦੂਜੇ ਬਹਾਨੇ ਵਿਰੋਧ ਲਾਈਨ ਵੀ ਰੱਖੀ, ਕਈਆਂ ਨੂੰ ਮਰਿਆਦਾ 'ਚ ਨੁਕਸ ਨਜ਼ਰ ਆਏ, ਕਈਆਂ ਨੂੰ ਉਹਨਾਂ ਦੇ ਕੰਮ ਕਰਨ ਦੇ ਢੰਗ 'ਚ ਨੁਕਸ ਨਜ਼ਰ ਆਇਆ। ਪਰ ਹੁਣ ਇਹਨਾਂ 6-7 ਮਹੀਨੇ ਤੋਂ ਬਾਅਦ ਤੁਹਾਨੂੰ ਇਹਨਾਂ ਮਹੀਨਿਆਂ ਦੇ ਦੌਰਾਨ ਵੀ ਔਰ ਤੁਹਾਨੂੰ ਕਿਸੇ ਦੀ ਕੋਈ ਆਵਾਜ਼ ਨਹੀਂ ਸੁਣਦੀ। ਜਿਨ੍ਹਾਂ ਨੇ ਬੜੇ ਐਲਾਨੀਆਂ ਅੰਦਾਜ਼ ਕਿਹਾ ਸੀ ਜੀ ਕਿ ਬੇਸ਼ੱਕ ਉਹ ਚਲੇ ਗਏ ਨੇ ਅੰਮ੍ਰਿਤਪਾਲ ਸਿੰਘ ਕਸਟਡੀ, ਅਸੀਂ ਜਿਹੜੀ ਖਾਲਸਾ ਵਹੀਰ ਹੈ ਉਹ ਨਹੀਂ ਰੁਕਣ ਦਿਆਂਗੇ, ਅਸੀਂ ਇਧਰੋਂ ਉਧਰ। ਉਹਨਾਂ 'ਚੋਂ ਗਿਆਨੀ ਹਰਪ੍ਰੀਤ ਸਿੰਘ ਵੀ ਸ਼ਾਮਲ ਹੈ, ਦਮਦਮਾ ਸਾਹਿਬ ਦਾ ਜਥੇਦਾਰ, ਉਹਨਾਂ 'ਚ ਦੂਸਰੇ ਵੀ ਨੇ, ਲੇਕਿਨ ਸਾਨੂੰ ਤਾਂ ਨਾ ਕੋਈ ਵਹੀਰ ਨਜ਼ਰ ਆਈ, ਨਾ ਕੋਈ ਬਾਹਰ ਨਿਕਲਦੇ ਨਜ਼ਰ ਆਏ, ਨਾ ਕੋਈ ਭਾਈ ਅੰਮ੍ਰਿਤਪਾਲ ਸਿੰਘ ਦੇ ਮੁੱਦੇ ਦੇ ਉੱਤੇ ਕੋਈ ਪ੍ਰੋਟੈਸਟ ਨਜ਼ਰ ਆਇਆ, ਨਾ ਕੋਈ ਵਕੀਲਾਂ ਦੀ ਟੀਮ ਨਜ਼ਰ ਆਈ ਕਿ ਭਾਈ ਉਹਨਾਂ ਨੇ ਇਸ ਮੁੱਦੇ ਨੂੰ ਕਿ ਭਾਈ ਕਿਵੇਂ ਤੁਸੀਂ
ਜਿਹੜਾ ਡਿਪਟੀ ਕਮਿਸ਼ਨਰ ਹੈ ਉਹ ਕਿਵੇਂ ਐਕਸੈਸ ਰੋਕ ਸਕਦਾ ਹੈ ਵਕੀਲ ਨੂੰ ਵੀ ਮਿਲਣ ਦੀ। ਹੁਣ ਤੱਕ ਔਰ ਅੰਮ੍ਰਿਤਸਰ ਸ਼ਹਿਰ ਹੋਏ ਜਿੱਥੇ 1200-1400 ਕਰੋੜ ਦੇ ਬਜਟ ਵਾਲੀ ਸ਼੍ਰੋਮਣੀ ਕਮੇਟੀ ਵਾਲੇ ਬੈਠੇ ਨੇ, ਉਹ ਗਲਾ ਫਾੜ ਕੇ ਗੁਰਚਰਨ ਸਿੰਘ ਗਰੇਵਾਲ ਕੱਲ ਵੀ ਲੱਗਿਆ ਸੀ ਰਾਹੁਲ ਗਾਂਧੀ ਨੂੰ ਇਹ ਤੇ ਉਹ ਆਪਣਾ ਨਜ਼ਰ ਨਹੀਂ ਆਉਂਦਾ ਵੀ ਜਿਨ੍ਹਾਂ ਦੀ ਤਨਖਾਹ ਦੇ ਉੱਤੇ ਤੂੰ ਕੰਮ ਕਰਦਾ ਹੈ ਉਹਨਾਂ ਨੇ ਕਿੰਨਾ ਬੇੜਾਗਰਕ ਕੀਤਾ। ਦਰਬਾਰ ਸਾਹਿਬ ਤੇ ਹਮਲੇ ਲਈ ਵੀ ਉਹ ਜ਼ਿੰਮੇਵਾਰ ਨੇ, ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਲਈ ਵੀ, ਔਰ ਜੋ ਕੁਝ 2015 ਦੇ ਵਿੱਚ ਹੁੰਦਾ ਹੈ ਬਾਈਬਲ ਕਲਾਂ ਹੋਏ ਔਰ ਦੂਸਰੀਆਂ ਥਾਵਾਂ ਦੇ ਉੱਤੇ ਹੋਏ ਉਸ ਦੇ ਲਈ ਬਰਗਾੜੀ ਦੇ ਵਿੱਚ ਕੋਟਕਪੂਰਾ ਦੇ ਵਿੱਚ ਇਹੀ ਬਾਦਲ ਇਹੀ ਸੁਮੇਧ ਸੈਣੀ ਔਰ ਉਹੀ ਅਦਾਲਤਾਂ ਸੁਮੇਧ ਸੈਣੀ ਨੂੰ ਬਾਦਲ ਨੂੰ ਉਹਦੇ ਪਰਮਰਾਜ ਉਮਰਾ ਨੰਗਲ ਨੂੰ ਐਂਟੀਸਪੇਟਰੀ ਬੇਲ ਦੇ ਦਿੰਦੀਆਂ ਨੇ। ਪਰ ਇੱਥੇ ਬਿਨਾਂ ਕਿਸੇ ਚਾਰਜ ਤੋਂ ਕਿਸੇ ਨੇ ਨਹੀਂ ਇਹ ਸਵਾਲ ਕੀਤਾ ਹੈ ਕਿ ਭਾਈ ਤੁਸੀਂ ਪਹਿਲੀ ਗੱਲ ਤਾਂ ਉੱਥੇ ਰਜਾ ਕੇ ਰੱਖਿਆ ਹੋਇਆ ਜਿਹੜਾ ਕਾਲਾ ਪਾਣੀ ਤੁਸੀਂ ਬਣਾਇਆ। ਸੋ ਇਹ ਗੁਲਾਮੀ ਕਿਸ ਹੱਦ ਤੱਕ ਇੱਕ ਵੱਡੇ ਤਬਕੇ 'ਚ ਵੜੀ ਹੋਈ ਹੈ ਜੀ। ਦੂਸਰੇ ਪਾਸੇ ਡਾਇਸਪੋਰਾ ਦੇ ਵਿੱਚ ਇਹ ਜਿਹੜੀ ਇੱਕ ਪੋਜ਼ਿਟਿਵ ਜਿਹੜੀ ਹੈ ਇੱਕ ਐਟਮੋਸਫੀਅਰ ਦੀ ਗੱਲ ਬਣੀ ਹੈ, ਖਾਸ ਤੌਰ ਤੇ ਇੰਡੀਆ ਰੌਕ ਸਟੇਟ ਦੇ ਤੌਰ ਤੇ ਐਕਸਪੋਜ਼ ਹੋਇਆ ਹੈ ਸਿੱਖਾਂ ਦੇ ਇਸ਼ੂ ਲਈ ਹਮਦਰਦੀ। ਕੋਈ ਪੰਜਾਬ ਦੇ ਵਿੱਚ ਸਰ ਸਿਮਰਨਜੀਤ ਸਿੰਘ ਮਾਨ ਨੇ ਇਨਸਾਫ ਮਾਰਚ ਕੀਤਾ ਹੈ ਜਾਂ ਕੌਮੀ ਇਨਸਾਫ ਮੋਰਚਾ ਲੱਗਾ ਹੋਇਆ, ਪਰ ਤੁਹਾਨੂੰ ਇਸ ਕਿਸਮ ਦੇ ਮੁੱਦੇ ਦੇ ਉੱਤੇ ਜਦੋਂ ਇੰਟਰਨੈਸ਼ਨਲ ਕਮਿਊਨਿਟੀ ਤੁਹਾਡੇ ਨਾਲ ਖਲੋਣ ਦੀ ਗੱਲ ਕਰ ਰਹੀ ਹੈ, ਤੁਹਾਡਾ ਕਿੱਥੇ ਹੈ ਸੈਟਅਪ ਜਿਨ੍ਹਾਂ ਦੇ ਨਾਲ ਕੱਲ ਨੂੰ ਅਸੀਂ ਤਾਵਨ ਕਰਨਾ ਹੈ ਜਾਂ ਉਹਨਾਂ ਹਕੂਮਤਾਂ ਨੇ ਤਾਵਨ ਕਰਨਾ। ਸੋ ਇਹ ਇੱਕ ਵੱਡੀ ਫੇਲਿਅਰ ਹੈ। ਮੈਂ ਕੋਈ ਨਿਰਾਸ਼ਤਾ ਵੀ ਨਹੀਂ ਫੈਲਾਉਣਾ ਚਾਹੁੰਦਾ, ਪਰ ਇਹ ਹਕੀਕਤ ਹੈ ਔਰ ਉਸ ਮਾਤਾ ਦੇ ਜੁੜੇ ਹੱਥ ਕੌਮ ਦੇ ਸਾਹਮਣੇ। ਔਰ ਕੱਲ ਵੀ ਅਸੀਂ ਕਿਹਾ ਸੀ ਕਿ ਜਿਹੜੇ ਹੱਥ ਕਦੇ ਕਿਸੇ ਜ਼ਬਰ ਅੱਗੇ ਜ਼ੁਲਮ ਅੱਗੇ ਦਿੱਲੀ ਦਰਬਾਰ ਅੱਗੇ ਨਹੀਂ ਝੁਕੇ, ਉਹਨਾਂ ਨੇ ਹੱਥ ਜੋੜ ਕੇ ਆਪਣੀ ਕੌਮ ਨੂੰ ਹੀ ਕਿਹਾ ਕਿ ਵੀ ਭਾਈ ਸਾਹਿਬ ਦਾ ਵੀ ਜਿਹੜਾ ਧਿਆਨ ਕਰੋ, ਉੱਥੇ ਭੁੱਖੇ ਬੈਠੇ ਨੇ ਸਾਰੇ, ਭੁੱਖ ਹੜਤਾਲ ਤੇ ਨੇ, ਇਹ ਡੀਸੀ ਵਧੀਕੀ ਕਰ ਰਿਹਾ। ਔਰ ਮੈਂ ਜਦੋਂ ਅੱਜ ਬੀਬੀ ਕਿਰਨਦੀਪ ਕੌਰ ਦਾ ਦੇਖਿਆ ਵੀ ਉਹ ਵੀ ਪਤਾ, ਮੈਂ ਕਿਹਾ ਕਿ ਭਾਈ ਦੇਖੋ ਇਹ ਅਸੀਂ ਪੁਰਾਤਨ ਵੇਲੇ ਦੀਆਂ ਗੱਲਾਂ ਸੁਣਾਉਂਦੇ ਆ ਕਰਦੇ ਆ, ਇਹ ਸਾਡੀਆਂ ਅੱਖਾਂ ਸਾਹਮਣੇ ਹੋ ਰਿਹਾ ਔਰ ਅਸੀਂ ਕਿੰਨੇ ਬੇਗੈਰਤ ਹੋ ਚੁੱਕੇ ਹਾਂ ਜੀ। ਦੂਸਰੇ ਪਾਸੇ ਜੇ ਅਸੀਂ ਰੇ ਆਫ ਹੋਪ ਦੀ ਗੱਲ ਕਰੀਏ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੋ 18 ਸਤੰਬਰ ਨੂੰ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਖਲੋ ਕੇ ਭਾਰਤ ਸਰਕਾਰ ਨੂੰ ਹਰਦੀਪ ਸਿੰਘ ਨਿੱਜਰ ਦੇ ਮਰਡਰ ਲਈ ਦੋਸ਼ੀ ਦੱਸਿਆ ਸੀ, ਉਸ ਦੇ ਉੱਤੇ ਅਮਰੀਕਾ, ਕਿਉਂਕਿ ਪਹਿਲੀ ਸਟੇਜ ਤੇ ਇੰਡੀਅਨ ਮੀਡੀਆ ਨੇ ਜਾਂ ਇੰਡੀਅਨ ਸੋ ਕਾਲਡ ਐਕਸਪਰਟ ਉਹਨਾਂ ਨੇ ਕਹਿਣ ਦੀ ਕੋਸ਼ਿਸ਼ ਕੀਤੀ ਸੀ ਕਿ ਜੀ ਜਸਟਿਨ ਟਰੂਡੋ ਕੱਲਾ ਰਹਿ ਗਿਆ, ਅਲੱਗ ਥਲੱਗ ਰਹਿ ਗਿਆ, ਕੋਈ ਨਾਲ ਨਹੀਂ ਖਲੋਤਾ ਹੈ। ਪਰ ਹੁਣ ਅਸੀਂ ਰਿਪੀਟਡਲੀ ਦੇਖ ਰਹੇ ਹਾਂ ਕਿਉਂਕਿ ਅਮਰੀਕਾ ਜਿਸ ਅੰਦਾਜ਼ ਦੇ ਵਿੱਚ ਅੱਡੀ ਗੱਡ ਕੇ ਭਾਰਤ ਨੂੰ ਬਾਰ-ਬਾਰ ਇਹ ਯਾਦ ਦਹਾਨੀ ਕਰਵਾ ਰਿਹਾ ਹੈ ਕਿ ਭਾਈ ਇਹ ਮੈਟਰ ਸੀਰੀਅਸ ਹੈ ਜੀ, ਇਸ ਦੀ ਫੁੱਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਔਰ ਇਹ ਇੱਕ ਲੈਵਲ ਦੇ ਉੱਤੇ ਨਹੀਂ, ਅਸੀਂ ਜਦੋਂ ਸਟੇਟ ਡਿਪਾਰਟਮੈਂਟ ਦੇ ਲੈਵਲ ਤੇ ਦੇਖਦੇ ਹਾਂ, ਵਾਈਟ ਹਾਊਸ ਦੇ ਲੈਵਲ ਤੇ ਦੇਖਦੇ ਹਾਂ, ਅੱਜ ਵਾਈਟ ਹਾਊਸ ਦੇ ਜਿਹੜੇ ਕੋਆਰਡੀਨੇਟਰ ਫॉर ਸਟ੍ਰੈਟੇਜਿਕ ਕਮਿਊਨੀਕੇਸ਼ਨਸ ਐਟ ਨੈਸ਼ਨਲ ਸਿਕਿਉਰਿਟੀ ਕਾਉਂਸਲ ਨੇ ਜੌਨ ਕਿਰਬੀ, ਉਹਨਾਂ ਦੀ ਪ੍ਰੈਸ ਰਿਲੀਜ਼ ਹੈ। ਨਾਲ ਹੀ ਬੀਤੇ ਦਿਨ ਹੀ ਜਿਹੜੇ ਹੈ ਤਾਂ ਗੁਜਰਾਤੀ ਮੂਲ ਦਾ ਪਟੇਲ ਹੈ, ਵਿਦਾਂਤ ਪਟੇਲ, ਇਹ ਡਿਪਟੀ ਸਪੋਕਸਪਰਸਨ ਹੈ ਸਟੇਟ ਡਿਪਾਰਟਮੈਂਟ ਦਾ, ਉਹਨਾਂ ਦੀ ਪ੍ਰੈਸ ਕਾਨਫਰੰਸ ਹੈ। ਖੁੱਲ੍ਹ ਕੇ ਅਸੀਂ ਵਿਦਾਂਤ ਪਟੇਲ ਦਾ ਦਿਖਾਇਆ ਸੀ ਕਿ ਉਹਨੇ ਈਵਨ ਖਾਲਿਸਤਾਨ ਦੇ ਮੁੱਦੇ ਤੇ ਵੀ ਕਿਹਾ ਕਿ ਇਹ ਜਿਹੜਾ ਇਹ ਨਾਨ ਗਵਰਨਮੈਂਟਲ ਹੈ ਔਰ ਅਸੀਂ ਸਾਡੀ ਫਸਟ ਅਮੈਂਡਮੈਂਟ ਜਿਹੜੀ ਹੈ ਉਹ ਹੱਕ ਦਿੰਦੀ ਹੈ ਕਿ ਕੋਈ ਵੀ ਕਿਤੇ ਗੈਦਰ ਹੋ ਕੇ ਆਪਣੇ ਸਿਆਸੀ ਵਿਚਾਰ ਐਕਸਪ੍ਰੈਸ ਕਰ ਸਕਦਾ ਹੈ। ਔਰ ਇਸ ਦੇ ਨਾਲ ਹੀ ਉਹਨਾਂ ਨੇ ਜਿਹੜਾ ਉਹ ਭਾਰਤ ਸਰਕਾਰ ਨੂੰ ਵੀ ਇਹ ਕਿਹਾ ਸੀ ਕਿ ਵੀ ਕੈਨੇਡਾ ਦੇ ਮੁੱਦੇ ਦੇ ਉੱਤੇ ਸੀਰੀਅਸ ਚਾਰਜ ਹੈ, ਇਹਨੂੰ ਫਰਦਰ ਜਿਹੜਾ ਉਹ ਇਨਵੈਸਟੀਗੇਟ ਕੀਤਾ ਜਾਏ। ਔਰ ਇਹ ਸਾਰੇ ਦੇ ਚੱਲਦੇ ਆ ਮੈਂ ਪਹਿਲਾਂ ਕਿਉਂਕਿ ਜਦੋਂ ਇੱਥੋਂ ਐਸ ਜੈ ਸ਼ੰਕਰ ਗਿਆ ਜਾਂਦਿਆਂ ਦੋ ਕੰਮ ਕੀਤੇ ਨੇ ਇਹਨਾਂ 3-4 ਦਿਨਾਂ 'ਚ ਅਸੀਂ ਦੇਖਦੇ ਹਾਂ। ਇੱਕ ਤਾਂ ਕੈਨੇਡਾ ਦੇ 62 ਚੋਂ 41 ਡਿਪਲੋਮੈਟ ਉਹਨਾਂ ਨੂੰ 10 ਅਕਤੂਬਰ ਤੱਕ ਭਾਰਤ ਛੱਡਣ ਦਾ ਹੁਕਮ ਸੁਣਾਇਆ ਕਿ ਕਿਹਾ ਕਿ ਜੀ ਅਦਰਵਾਈਜ਼ ਤੁਹਾਡੀ ਅਸੀਂ ਡਿਪਲੋਮੈਟਿਕ ਕਮਿਊਨਿਟੀ ਖਤਮ ਕਰ ਦਿਆਂਗੇ। ਔਰ ਦੂਸਰਾ ਜਿਹੜਾ ਨਿਊਜ਼ ਕਲਿੱਕ ਦੇ 10 ਪ੍ਰੋਮੀਨੈਂਟ ਜਰਨਲਿਸਟ ਵੀ ਔਰ ਉਹਨਾਂ ਦਾ ਮਾਲਕ ਔਰ ਦੂਸਰਾ ਜਿਹੜਾ ਉਸ ਦੇ ਉੱਤੇ ਉਹਨਾਂ ਤੇ ਕ੍ਰੈਕਡਾਊਨ ਯੂਆਪਾ ਦੇ ਥੱਲੇ ਜਿਹੜਾ ਦਹਿਸ਼ਤਗਰਦ ਵਿਰੋਧੀ ਕਾਨੂੰਨ ਹੈ। ਹੁਣ ਮਤਲਬ ਇਹ ਹੈ ਵੀ ਇਹ ਅਮਰੀਕਾ ਨੂੰ ਵੀ ਇੱਕ ਢੰਗ ਨਾਲ ਅੱਖਾਂ ਦਿਖਾਉਣ ਦੀ ਲਾਈਨ ਹੈ ਕਿਉਂਕਿ ਹੁਣ ਜਦੋਂ ਅਸੀਂ ਅੱਜ ਜੌਨ ਕਿਰਬੀ ਦੀ
ਜਿਹੜੀ ਹੈ ਉਹ ਪ੍ਰੈਸ ਕਾਨਫਰੰਸ ਦੇਖੀ ਔਰ ਉਹਦੇ 'ਚ ਉਹਨਾਂ ਨੇ ਮੋਦੀ ਨੂੰ ਕੀ ਕਿਹਾ, ਐਸ ਜੈ ਸ਼ੰਕਰ ਨੂੰ ਕੀ ਕਿਹਾ, ਇਹ ਸਾਰਾ ਸਾਹਮਣੇ ਆਇਆ। ਔਰ ਨਾਲ ਦੀ ਨਾਲ ਵਿਦਾਂਤ ਪਟੇਲ ਨੇ ਇਸ ਮੁੱਦੇ ਦੇ ਉੱਤੇ ਵੀ ਭਾਰਤ ਨੂੰ ਕੰਡੈਮ ਕੀਤਾ ਕਿ ਜੋ ਜਰਨਲਿਸਟ ਦੇ ਨਾਲ ਹੋਇਆ। ਸੋ ਪਹਿਲਾਂ ਅਸੀਂ ਜ਼ਿਕਰ ਕਰਦੇ ਹਾਂ ਜੌਨ ਕਿਰਬੀ ਦਾ, ਔਰ ਇਹ ਉਹਨਾਂ ਦੀ ਆਪਣੀ ਇੰਡੀਆ ਦੀ ਨਿਊਜ਼ ਏਜੰਸੀ PTI ਦੀ ਖਬਰ ਹੈ। ਕੈਨੇਡੀਅਨ ਐਲੀਗੇਸ਼ਨਸ ਅਗੇਂਸਟ ਇੰਡੀਆ ਸੀਰੀਅਸ, ਨੀਡ ਟੂ ਬੀ ਫੁਲੀ ਇਨਵੈਸਟੀਗੇਟਡ US। ਕਿ ਅਮਰੀਕਾ ਨੇ ਕਿਹਾ ਕਿ ਜਿਹੜੇ ਕੈਨੇਡਾ ਨੇ ਦੋਸ਼ ਲਾਏ ਨੇ ਬਹੁਤ ਗੰਭੀਰ ਨੇ, ਇਸ ਦੀ ਪੂਰੀ ਤਹਿਕੀਕਾਤ ਹੋਣੀ ਚਾਹੀਦੀ ਹੈ। The Canadian allegations regarding India's involvement in the killing of a pro-Khalistan leader are serious and need to be investigated fully, the White House has said। ਫਿਰ ਉਹਨਾਂ ਨੇ ਇਹ ਜਿਹੜਾ ਜੌਨ ਕਿਰਬੀ ਦੀ ਪ੍ਰੈਸ ਕਾਨਫਰੰਸ ਦਾ ਹਵਾਲਾ ਦਿੱਤੇ, ਉਹਨਾਂ ਨੇ ਕਿਹਾ ਕਿ ਵੀ ਇਹ ਉਹਨੇ ਕਿਰਬੀ ਨੇ ਕਿਹਾ ਦਾ ਇਸ਼ੂ ਵਾਸ ਡਿਸਕਸਡ, we will certainly leave it to these two countries to talk about their bilateral relations, Kirby said in response to a question। ਉਹਨਾਂ ਨੂੰ ਇਹ ਵੀ ਪੁੱਛਿਆ ਕਿ ਇਹ ਜਿਹੜੇ 41 ਡਿਪਲੋਮੈਟ ਕੱਢੇ ਨੇ, ਉਹਨੇ ਕਿਹਾ ਇਹ ਤਾਂ ਬਾਈਲੈਟਰਲ ਉਹਨਾਂ ਨੇ ਦੇਖਣਾ ਕੀ ਕਰਨਾ ਹੈ, ਪਰ ਉਹਨੇ ਫਰਮਲੀ ਇਹ ਕਿਹਾ ਕਿ ਵੀ ਅਸੀਂ ਬਾਈ ਇਹ ਗੱਲ ਬੜੀ ਕਲੀਅਰਲੀ ਕਹਿਣਾ ਚਾਹੁੰਦੇ ਹਾਂ ਔਰ ਕਿ ਇਹ ਇੰਡੀਆ ਜਿਹੜਾ ਹੈ ਇਸ ਦੇ ਲਈ ਆਨਸਰੇਬਲ ਹੈ। We also we have previously said publicly and privately urge the Indian government to cooperate in the Canadian investigation and cooperate in those efforts। कि ਅਸੀਂ privately भी किया, publicly भी किया इंडिया ਨੂੰ कि भाई वो पूरा cooperate करे। और इस दे नाल उन्हें ये किया कि भाई मैं इस तो अगे नहीं जाना चाहता, but I don't have anything further to offer on those reports and certainly don't want to get into hypotheticals and take this process one step at a time as it relates to our Indo-Pacific strategy। ਬਾਕੀ ਉਹਨਾਂ ਨੇ ਜਿਹੜੀ ਇੰਡੋ ਪੈਸਿਫਿਕ ਦੇ ਬਾਰੇ ਗੱਲ ਕੀਤੀ ਹੈ ਕਿ ਅਸੀਂ ਜਿਹੜਾ ਇਸ ਮਾਮਲੇ ਦੇ ਵਿੱਚ ਇੰਡੀਆ ਦੇ ਨਾਲ ਕੋਆਪਰੇਟ ਕਰਦੇ ਹਾਂ, ਪਰ ਇਹ ਹਰਦੀਪ ਸਿੰਘ ਨਿੱਜਰ ਦਾ ਮਾਮਲਾ ਬਹੁਤ ਅਹਿਮ ਹੈ, ਬਹੁਤ ਗੰਭੀਰ ਹੈ, ਫੁੱਲੀ ਇਨਵੈਸਟੀਗੇਟ ਹੋਣਾ ਚਾਹੀਦਾ। ਹੁਣ ਜਦੋਂ US ਦੇ ਜਿਹੜੇ ਸਟੇਟ ਡਿਪਾਰਟਮੈਂਟ, ਹੁਣ ਸਟੇਟ ਡਿਪਾਰਟਮੈਂਟ ਫੋਰਨ ਅਫੇਅਰਸ ਨੂੰ ਕਹਿੰਦੇ ਨੇ, ਇਹ ਜੌਨ ਕਿਰਬੀ ਜਿਹੜਾ ਇਹ ਸਟ੍ਰੈਟੇਜਿਕ ਕਮਿਊਨੀਕੇਸ਼ਨ ਤੇ ਨੈਸ਼ਨਲ ਸਿਕਿਉਰਿਟੀ ਕਾਉਂਸਲ ਦਾ ਮੇਨ ਬੰਦਾ ਹੈ, ਉਹਨੇ ਇਹ ਸਟੈਂਡ ਲਿਆ। ਹੁਣ ਵਿਦਾਂਤ ਪਟੇਲ ਨੇ ਜਿਹੜਾ ਡਿਪਟੀ ਸਪੋਕਸਪਰਸਨ ਹੈ, ਦੋ ਨਿਊਜ਼ ਉਹਨਾਂ ਦੇ ਹਵਾਲੇ ਨਾਲ ਇੰਡੀਅਨ ਮੀਡੀਆ ਨੇ ਕੈਰੀ ਕੀਤੀਆਂ ਨੇ। ਪਹਿਲਾਂ ਤਾਂ ਕਿਉਂਕਿ ਅਸੀਂ ਇਸ ਦੇ ਉੱਤੇ ਇੱਕ ਸੈਗਮੈਂਟ ਵੀ ਕੀਤਾ ਸੀ ਕਿ ਮਾਲਦੀਵਸ ਦੇ ਵਿੱਚ ਮਿਸਟਰ ਮੁਇਜ਼ੂ ਪ੍ਰੈਜ਼ੀਡੈਂਟ ਬਣੇ ਨੇ ਔਰ ਉਹਨਾਂ ਨੇ ਇੰਡੀਆ ਆਊਟ ਦੇ ਨਾਅਰੇ ਦੇ ਉੱਤੇ ਚੋਣ ਜਿੱਤੀ ਔਰ ਉਹਨਾਂ ਨੇ ਇੰਡੀਆ ਨੂੰ ਆਲਰੇਡੀ ਕਿਹਾ ਵੀ ਤੁਹਾਡੀ ਜਿਹੜੀ ਇੱਥੇ ਮਿਲਟਰੀ ਪ੍ਰੈਜ਼ੈਂਸ ਹੈ, ਆਪਣਾ ਇੱਥੋਂ ਜਿਹੜਾ ਉਹ ਕੀ ਉਹਨੂੰ ਕਹਿੰਦੇ ਨੇ ਫੱਟਾ ਨਹੀਂ, ਉਹ ਫੱਟੀ ਬਸਤਾ ਚੱਕੋ ਇੱਥੋਂ, ਗੈਟ ਆਊਟ। ਹਾਂ, ਸੋ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਬਈ ਇਹ ਉਹਨਾਂ ਦਾ ਮਾਲਦੀਵਸ ਦਾ ਔਰ ਆਪਣਾ ਅੰਦਰੂਨੀ ਮਾਮਲਾ ਹੈ, ਅਸੀਂ ਇਸ ਦੇ ਉੱਤੇ ਕਮੈਂਟ ਨਹੀਂ ਕਰਨਾ ਚਾਹੁੰਦੇ। ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਅਸੀਂ ਇਹ ਜ਼ਰੂਰ ਭਾਰਤ ਬਾਰੇ ਜਦੋਂ ਇਹ ਸਵਾਲ ਫਿਰ ਪੁੱਛਿਆ ਗਿਆ ਕਿ ਵੀ ਤੁਸੀਂ ਇਹ ਜਿਹੜਾ ਨਿੱਜਰ ਕੇਸ ਹੈ ਇਹਦੇ ਤੇ ਕੀ ਕਹਿਣਾ ਚਾਹੋਗੇ, ਤੇ ਉਹਨਾਂ ਨੇ ਕਿਹਾ ਕਿ US stuck to its position on the diplomatic discord between Canada and India over Canadian Prime Minister Justin Trudeau's allegations that New Delhi masterminded the killing of a Canadian Khalistani separatist leader Hardeep Singh Nijjar in British Columbia in June this year। Washington has been urging New Delhi to cooperate with Ottawa as it probes Mr. Trudeau's allegations। So ਇਹ ਵੀ again ਉਹਨਾਂ ਨੇ enforce ਇਹ ਗੱਲ ਕੀਤੀ। ਉਹਨਾਂ ਨੇ ਮਿਸਟਰ ਪਟੇਲ ਨੇ ਕਿਹਾ ਕਿ US was deeply concerned about Mr. Trudeau's allegations and that it was critical that Canada's investigation proceed and the perpetrators brought to justice। Privately and publicly the US government has urged the Indian authorities to cooperate with the investigation। ਇਹ ਹੁਣ ਇਸ ਤੋਂ stronger ਸਕਰੂ ਕੀ ਕੱਸਿਆ ਜਾ ਸਕਦਾ ਔਰ ਰਿਪੀਟਡਲੀ ਉਹਨਾਂ ਦਾ ਇਹ ਕਹਿਣਾ ਕਿ ਵੀ ਇਹ ਦੂਸਰਾ ਸਵਾਲ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜੀ ਮੀਡੀਆ ਦੇ ਉੱਤੇ ਜਿਹੜਾ ਕ੍ਰੈਕਡਾਊਨ ਕੀਤਾ ਤੇ ਉਹਦੇ 'ਚ ਉਹਨਾਂ ਨੇ ਕਿਹਾ US ਕਨਵੇਜ਼ ਸਟਰੋਂਗ ਸਪੋਰਟ ਫॉर ਮੀਡੀਆ ਔਰ ਉਹਨਾਂ ਨੇ ਕਿਹਾ ਸਟੇਟ ਡਿਪਾਰਟਮੈਂਟ ਦੇ ਇਸੇ ਜਿਹੜਾ ਡਿਪਟੀ ਸਪੋਕਸਪਰਸਨ ਵਿਦਾਂਤ ਪਟੇਲ ਨੇ ਕਿਹਾ
ਕਿਉਂਕਿ ਇੱਕ ਪਾਸੇ ਅੱਜ ਭਾਰਤ ਭਰ ਦੇ ਵਿੱਚ ਪੱਤਰਕਾਰਾਂ ਨੇ ਵੀ ਪ੍ਰੋਟੈਸਟ ਕੀਤਾ ਹੈ, ਉਹਨਾਂ ਦੀ ਜਿਹੜੀ ਐਡੀਟਰ ਗਿਲਡ ਹੈ ਉਹਨਾਂ ਨੇ ਵੀ ਕੰਡੈਮ ਕੀਤਾ, ਔਰ ਈਵਨ ਉਹਨਾਂ ਨੇ ਚੀਫ ਜਸਟਿਸ ਨੂੰ ਚਿੱਠੀ ਲਿਖੀ ਹੈ ਜਿਹੜਾ ਜਰਨਲਿਸਟ ਨੇ ਕਿ ਭਾਈ ਜਰਨਲਿਜ਼ਮ ਕੈਨ ਨਾਟ ਬੀ ਪ੍ਰੋਸੀਕਿਊਟਡ ਐਜ਼ ਟੈਰਰਿਜ਼ਮ, ਕਿਉਂਕਿ ਜਿਹੜੇ ਇਹ ਨਿਊਜ਼ ਲਿਖਦੇ ਨੇ ਇਹਨਾਂ ਦੇ ਅਗੇਂਸਟ ਯੂਆਪਾ ਕਾਨੂੰਨ ਜਿਹੜਾ ਹੈ ਦਹਿਸ਼ਤਗਰਦੀ ਦੇ ਖਿਲਾਫ ਦੇਸ਼ ਧਰੋਹ ਦੇ ਉਹਦੇ ਥੱਲੇ ਮੁਕੱਦਮੇ ਨੇ। ਉਹਨਾਂ ਨੇ ਕਿਹਾ ਜੀ ਇਹ ਤਾਂ ਹੁਣ ਜਰਨਲਿਜ਼ਮ ਕਰਨਾ ਵੀ ਟੈਰਰਿਜ਼ਮ ਹੋ ਗਿਆ। ਔਰ ਨਾਲ ਹੀ ਉਹਨਾਂ ਨੇ ਅਫਗਾਨਿਸਤਾਨ ਸਵਾਮੀ ਦਾ ਕੇਸ, ਬਹੁਤਿਆਂ ਨੂੰ ਯਾਦ ਹੋਏਗਾ ਕਿ 80 ਸਾਲਾਂ ਤੋਂ ਵੱਧ ਦਾ ਬਜ਼ੁਰਗ ਜਿਸ ਵਿਚਾਰੇ ਦੇ ਕੰਪਿਊਟਰ ਦੇ ਵਿੱਚ ਇਹਨਾਂ ਨੇ ਪੈਗਾਸਸ ਜਿਹੜਾ ਸਪਾਈ ਮਾਲਵੇਅਰ ਇਜ਼ਰਾਈਲ ਤੋਂ ਖਰੀਦਿਆ ਹੋਇਆ ਉਹ ਵਿੱਚ ਵਾੜ ਦਿੱਤਾ ਸੀ, ਔਰ ਜੇਲ੍ਹ ਦੇ ਵਿੱਚ ਉਹਦੀ ਮੌਤ ਹੋਈ। ਔਰ ਇਹ ਸਾਹਮਣੇ ਆਇਆ ਕਿ ਸਭ ਹੁਣ ਵੀ ਜਿੰਨੇ ਵੀ 8-10 ਫੜੇ ਨੇ ਉਹਨਾਂ ਦੇ ਫੋਨ, ਕੰਪਿਊਟਰ, ਆਈਪੈਡ ਔਰ ਦੂਸਰੇ ਜਿਹੜੇ ਨੇ ਕੈਮਰੇ ਉਹ ਸਾਰੇ ਲੈ ਲਏ ਨੇ। ਉਹਦੇ 'ਚ ਉਹਨਾਂ ਨੇ ਕੀ ਕੱਢਣਾ ਕੀ ਹੈ ਉਹ ਤਾਂ ਉਹਨਾਂ ਨੇ ਕਿਹਾ ਜੀ ਅਸੀਂ ਇਹ ਸਾਰੇ ਇਨਵੈਸਟੀਗੇਟ ਕਰਾਂਗੇ, ਹੁਣ ਤਾਂ ਅਸੀਂ ਜ਼ਬਤ ਕਰ ਲਏ ਨੇ, 1 ਮਹੀਨੇ ਬਾਅਦ ਤੁਹਾਨੂੰ ਦਿਆਂਗੇ। ਉਹਦੇ 'ਚੋਂ ਕਿਸੇ 'ਚੋਂ ਪੈਗਾਸਸ ਪਾ ਕੇ ਕੀ ਕੱਢਣਾ ਕੀ ਨਹੀਂ ਕੱਢਣਾ। ਪਰ ਇਹ ਇੰਡੀਆ ਦੀ ਡਿਫਾਈਂਸ ਹੀ ਨਹੀਂ, ਇਹ ਅੱਖਾਂ ਦਿਖਾਣੀਆਂ ਵੀ ਸ਼ੋਅ ਕਰ ਰਿਹਾ ਹੈ, ਕਿਉਂਕਿ ਮੀਡੀਆ ਦੀ ਆਜ਼ਾਦੀ, ਹਿਊਮਨ ਰਾਈਟਸ ਦਾ ਮੁੱਦਾ, ਮਾਈਨੋਰਿਟੀਜ਼ ਦੇ ਗੱਲ, ਜਿਵੇਂ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ US ਸਰਫ ਦੀ ਵੀ ਇਹਦੇ 'ਤੇ ਸਟੇਟਮੈਂਟ ਹੈ। ਬਾਈਡਨ ਨੇ G20 ਦੇ ਮੀਟ 'ਚ ਨਿਕਲਦਿਆਂ ਜਾ ਕੇ ਵੀਅਤਨਾਮ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ, ਔਰ ਅੱਜ ਜਦੋਂ ਸਟੇਟ ਡਿਪਾਰਟਮੈਂਟ ਦੇ ਡਿਪਟੀ ਸਪੋਕਸਪਰਸਨ ਨੇ ਇਸ ਮੁੱਦੇ ਦੇ ਉੱਤੇ ਗੱਲ ਕੀਤੀ ਕਿ ਵੀ ਅਸੀਂ ਜਿਹੜੀ ਹੈ ਦਾ US ਗਵਰਨਮੈਂਟ ਹੈਜ਼ ਡਿਸਕਸਡ ਵਿਦ ਇੰਡੀਅਨ ਗਵਰਨਮੈਂਟ ਐਂਡ ਅਦਰਸ the importance of respecting the human rights of journalists, including the freedom of expression, Mr. Patel said on October 3rd during the daily briefing। कि ਅਸੀਂ ਉਹਨਾਂ ਨਾਲ ਵੀ ਡਿਸਕਸ ਕੀਤਾ ਸੀ ਕਿ ਹਿਊਮਨ ਰਾਈਟਸ ਔਰ ਜਰਨਲਿਜ਼ਮ ਬਹੁਤ ਇੰਪੋਰਟੈਂਟ ਹੈ, ਔਰ ਅਸੀਂ US ਗਵਰਨਮੈਂਟ ਸਟਰੋਂਗਲੀ ਸਪੋਰਟਸ the robust role of media globally, including social media in a vibrant and free democracy। ਕਿ ਡੈਮੋਕ੍ਰੇਸੀ ਉਹੀ ਹੈ, ਉਹੀ ਵਾਈਬ੍ਰੈਂਟ ਹੈ ਜਿਹੜੀ ਜਿੱਥੇ ਮੀਡੀਆ ਫ੍ਰੀ ਹੋ, ਬੇਸ਼ੱਕ ਸੋਸ਼ਲ ਮੀਡੀਆ ਹੋਏ ਜਾਂ ਦੂਸਰਾ ਹੋਏ। We have urged the Indian government to respect the rights of journalists, including freedom of expression, both online and offline। ਕਿ ਦੋਨਾਂ ਨੂੰ ਰਿਸਪੈਕਟ ਕਰੋ। ਸੋ ਅਸੀਂ ਜਦੋਂ ਇਹ ਰਿਪੀਟਡਲੀ ਹਰ ਇਸ਼ੂ ਦੇ ਉੱਤੇ ਦੇਖਦੇ ਹਾਂ ਤੇ ਇਸ ਤੋਂ ਇੱਕ ਗੱਲ ਨਜ਼ਰ ਆਉਂਦੀ ਹੈ ਕਿ ਇਹਦੇ ਬਾਵਜੂਦ ਅਮਰੀਕਾ ਨੇ ਇੰਡੀਆ ਤੇ ਬਹੁਤ ਇਨਵੈਸਟ ਕੀਤਾ ਹੈ, ਸਟ੍ਰੈਟੇਜਿਕ ਪਾਰਟਨਰ ਅਜੇ ਵੀ ਕਹਿ ਰਹੇ ਨੇ, ਕੰਮ ਵੀ ਉਹਨਾਂ ਦੇ ਨਾਲ ਜਿਹੜਾ ਕਰਨ ਨੂੰ ਕਹਿ ਰਹੇ ਨੇ, ਪਰ ਸਕਰੂ ਪੂਰੇ ਕਸੇ ਹੋਏ ਨੇ ਕਿ ਬੰਦੇ ਦੇ ਪੁੱਤ ਬਣੋ ਔਰ ਜਸਟਿਨ ਟਰੂਡੋ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਹਰਦੀਪ ਸਿੰਘ ਮਰਡਰ ਦੇ ਮਾਮਲੇ 'ਚ ਉਹਦੇ 'ਚ ਕੋਆਪਰੇਟ ਕਰੋ। ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ ਕਿ ਇਹ ਕਿੰਨੀ ਕੁ ਦੇਰ ਇਹ ਸਟੈਂਡ ਫਰਮ ਰਹਿੰਦਾ ਹੈ ਇਹਨਾਂ ਦਾ, ਜਾਂ ਅਲਟੀਮੇਟਲੀ ਕੋਈ ਜਿਹੜੀ ਹੈ ਇਸ 'ਚੋਂ ਵੀ ਕੋਈ ਡੀਲ ਨਿਕਲਦੀ ਹੈ ਇਹਨਾਂ ਦੀ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੇ ਹਾਂ ਵਿਊਅਰਸ, ਅੱਜ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿੱਖ ਸੁਸਾਇਟੀ ਆਫ ਇੰਡੀਆਨਾ ਵੱਲੋਂ ਮਿਡਵੈਸਟ ਦੀਆਂ ਸਮੂਹ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 9ਵਾਂ ਸਾਲਾਨਾ ਨਗਰ ਕੀਰਤਨ 7 ਅਕਤੂਬਰ 2023 ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਕੱਢਿਆ ਜਾ ਰਿਹਾ ਹੈ। ਨਗਰ ਕੀਰਤਨ ਵਾਰ ਮੈਮੋਰੀਅਲ ਪਾਰਕ ਇੰਡੀਅਨੈਪੋਲਿਸ ਵਿਖੇ ਕੱਢਿਆ ਜਾਵੇਗਾ ਅਤੇ ਉਪਰੰਤ ਉੱਥੇ ਹੀ ਸਟੇਜ ਲਗਾਈ ਜਾਵੇਗੀ। ਗੁਰੂ ਕਾ ਲੰਗਰ ਅਟੁੱਟ ਵਰਤੇਗਾ। ਆਪ ਸਭ ਨੂੰ ਇਸ ਨਗਰ ਕੀਰਤਨ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ।
व्यूअर्स वेलकम बैक टू प्रोग्राम। सो व्यूअर्स गलबात करन जा रहे हैं कि यूके ਦੇ ਪ੍ਰਸਿੱਧ ਅਖਬਾਰ ਟਾਈਮਜ਼ ਆਫ ਲੰਡਨ ਨੇ ਮੁੱਖ ਦੋਸ਼ੀ ਸਿਰਲੇਖ ਹੇਠ ਲਿਖੀ ਆਪਣੀ ਐਡੀਟੋਰੀਅਲ ਵਿੱਚ ਕਿਹਾ ਹੈ ਕਿ ਭਾਰਤ ਨਿੱਜਰ ਕਤਲ ਮਾਮਲੇ ਵਿੱਚ ਗੰਭੀਰ ਸੰਕਟ ਵਿੱਚ ਫਸ ਗਿਆ ਹੈ। ਸੋ ਇਸ ਨਾਲ ਭਾਰਤ ਦੀ ਜਮਹੂਰੀਅਤ ਦਾ ਜਿਹੜਾ ਪੋਲ ਵੀ ਅੰਤਰਰਾਸ਼ਟਰੀ ਤੌਰ ਤੇ ਖੁੱਲ ਰਿਹਾ ਹੈ। ਸੋ ਉਹ ਦਿਨ ਦੂਰ ਨਹੀਂ ਜਦੋਂ ਮੋਦੀ ਦੀ ਥਾਂ ਰੂਸ ਦੇ ਪ੍ਰਧਾਨ ਮੰਤਰੀ ਪੁਤਿਨ ਦੇ ਨਾਲ ਇੱਕ ਰੋਗ ਐਕਟਰ ਵਜੋਂ ਹੋਵੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ, ਜਦੋਂ ਮੈਂ ਇਹ ਲਫ਼ਜ਼ ਕਿਹਾ ਕਿ ਵੀ ਜੋ ਕੁਝ ਬੇਸ਼ੱਕ ਇੱਕ ਵੱਡੀ ਸ਼ਹਾਦਤ ਹੋਈ, ਭਾਈ ਹਰਦੀਪ ਸਿੰਘ ਨਿੱਜਰ ਦਾ ਜਾਣਾ ਬਹੁਤ ਵੱਡਾ ਪਰਿਵਾਰ ਲਈ ਵੀ ਲਾਸ ਹੈ, ਕੌਮ ਲਈ ਵੀ ਲਾਸ ਹੈ, ਪਰ ਅਕਾਲ ਪੁਰਖ ਦੇ ਭਾਣੇ ਦੇ ਵਿੱਚ ਹੁੰਦਾ ਹੈ ਕਿ ਵੀ ਇਸ ਨੇ ਕਿਵੇਂ ਇੰਟਰਨੈਸ਼ਨਲ ਮੀਡੀਆ ਦੀਆਂ ਅੱਖਾਂ ਵੀ ਖੋਲੀਆਂ ਨੇ। ਬਿਲਕੁਲ, ਹਕੂਮਤਾਂ ਤਾਂ ਆਪਣੇ ਤੌਰ ਦੇ ਉੱਤੇ ਆਪਣੀ ਪੋਜੀਸ਼ਨ ਵਪਾਰਕ ਹਿੱਤਾਂ ਔਰ ਦੂਸਰਿਆਂ ਨੂੰ ਰੱਖ ਕੇ ਨਾਪ ਤੋਲ ਹੀ ਰਹੀਆਂ ਨੇ, ਲੇਕਿਨ ਫਿਰ ਵੀ ਜਿਹੜਾ ਇਹ ਇੱਕ ਇੰਟਰਨੈਸ਼ਨਲ ਇਸ਼ੂ ਬਣ ਗਿਆ। ਹੁਣ ਜਿਹੜੇ ਵੱਡੇ ਦੁਨੀਆ ਦੇ ਦੀਆਂ ਪਬਲੀਕੇਸ਼ਨਸ ਨੇ ਉਹਨਾਂ ਬਾਰੇ ਅਸੀਂ ਦੇਖ ਰਹੇ ਹਾਂ ਵੀ ਪਿਛਲੇ ਆਲਮੋਸਟ 2 ਹਫ਼ਤੇ ਤੋਂ ਹੀ ਲਗਾਤਾਰਤਾ ਨਾਲ ਇੰਡੀਆ ਦਾ ਜਮਹੂਰੀਅਤ ਦਾ ਮਖੌਟਾ ਉਹ ਜਿਹੜਾ ਲੀਰ ਕਰ ਰਹੇ ਨੇ। ਪਰ ਅੱਜ ਇੱਕ ਬਹੁਤ ਜ਼ੋਰਦਾਰ ਐਡੀਟੋਰੀਅਲ ਟਾਈਮਜ਼ ਆਫ ਲੰਡਨ, ਇਹ ਬੜੀ ਪ੍ਰੋਮੀਨੈਂਟ ਅਖਬਾਰ ਹੈ ਔਰ ਦੁਨੀਆ ਦੇ ਵਿੱਚ ਜਿਹੜੇ ਓਪੀਨੀਅਨ ਮੇਕਰ ਨੇ ਪਬਲੀਕੇਸ਼ਨ ਉਹਨਾਂ ਚੋਂ ਇੱਕ ਹੈ। ਔਰ ਇਹ ਮਹਿਜ਼ ਖਬਰ ਨਹੀਂ ਹੈ ਜਾਂ ਕਿਸੇ ਕਾਲਮਨਿਸਟ ਦਾ ਕਾਲਮ ਨਹੀਂ ਹੈ, ਇਹ ਟਾਈਮਜ਼ ਆਫ ਲੰਡਨ ਦਾ ਐਡੀਟੋਰੀਅਲ ਹੈ। ਔਰ ਐਡੀਟੋਰੀਅਲ ਦਾ ਵੀ ਉਹਨਾਂ ਨੇ ਉਨਵਾਨ ਦਿੱਤਾ ਹੈ ਪ੍ਰਾਈਮ ਸਸਪੈਕਟ। ਜੀ, ਹੁਣ ਪ੍ਰਾਈਮ ਸਸਪੈਕਟ ਹੈ ਮੁੱਖ ਸ਼ੱਕੀ। ਔਰ ਇਹ ਬਿਲਕੁਲ ਫੋਕਸਡ ਐਡੀਟੋਰੀਅਲ ਹੈ ਔਰ ਐਡੀਟੋਰੀਅਲ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਮਾਮਲੇ 'ਚ ਭਾਰਤ ਦਾ ਮੁਲਵਸ ਹੋਣਾ ਔਰ ਇਸ ਦੇ ਕੀ ਕਨਸੀਕੁਐਂਸ ਹੋਣਗੇ, ਭਾਰਤ ਕਿਵੇਂ ਰਸ਼ੀਆ ਵਾਂਗ ਇੱਕ ਰੌਕ ਸਟੇਟ ਜਿਹੜੀ ਹੈ ਉਹ ਦੁਨੀਆ ਦੀਆਂ ਨਜ਼ਰਾਂ 'ਚ ਹੋਏਗੀ ਔਰ ਮੋਦੀ ਦਾ ਰੁਤਬਾ ਜਿਹੜਾ ਹੈ ਉਹ ਪੁਤਿਨ ਦੇ ਨਾਲ ਐਜ਼ ਏ ਰੋਗ ਐਕਟਰ ਹੋਏਗਾ। ਫਿਰ ਯੂਕੇ ਦੇ ਲਈ ਇਹ ਅਸੀਂ ਨਹੀਂ ਸੀ ਸੋਚਿਆ ਵੀ ਦੇ ਕੀ ਕਨਸੀਕੁਐਂਸਿਸ ਯੂਕੇ ਦੇ ਐਂਗਲ ਤੋਂ ਹੋਣਗੇ। ਇਹਨੇ ਜਿਹੜਾ ਟਾਈਮਜ਼ ਆਫ ਲੰਡਨ ਨੇ ਕਿਹਾ ਕਿ ਜਦੋਂ 4 ਰਸ਼ੀਅਨ ਏਜੰਟ ਕੈਨੇਡਾ 'ਚ ਵੀ ਜਦੋਂ ਨਰਵ ਗੈਸ ਯੂਜ਼ ਕਰਕੇ ਉਹਨਾਂ ਨੇ ਸੋਵੀਅਤਸ ਤੋਂ ਡਿਫਲੈਕਟ ਕਰਕੇ ਜਿਹੜੇ ਇੱਧਰ ਆਏ ਹੋਏ ਸੀ ਉਹਨਾਂ ਦੇ ਜਸੂਸ, ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ KGB ਨੇ। ਤੇ ਇਸ ਦੇ ਬ੍ਰਿਟਨ ਦੇ ਹੱਕ ਦੇ ਵਿੱਚ ਕੈਨੇਡਾ ਡਟ ਕੇ ਖਲੋਤਾ ਸੀ ਔਰ ਇਹ ਜਿਹੜਾ ਸੈਲਿਸਬਰੀ ਨਰਵ ਏਜੰਟ ਦਾ ਜਿਹੜਾ ਕੇਸ ਸੀ ਔਰ 4 ਰਸ਼ੀਅਨ ਜਿਹੜੇ ਸਪਾਈ ਨੇ KGB ਦੇ ਉਹ ਆਟਵਾ ਔਰ ਮੌਂਟਰੀਆਲ ਤੋਂ ਐਕਸਪੈਲ ਕੀਤੇ ਸੀ। ਔਰ ਉਹਨਾਂ ਨੇ ਕਿਹਾ ਵੀ ਹੁਣ ਜਦੋਂ ਇਹ ਗੱਲ ਜਾ ਰਹੀ ਹੈ ਵੀ ਇੰਡੀਆ ਨੇ ਇਹ ਕਤਲ ਕੀਤਾ ਹੈ ਔਰ ਯੂਕੇ ਦੇ ਪ੍ਰਾਈਮ ਮਿਨਿਸਟਰ ਨੂੰ ਬੇਸ਼ੱਕ ਸੂਨਕ ਜਿੰਨਾ ਮਰਜ਼ੀ ਪ੍ਰੋ ਇੰਡੀਆ ਆਪਣਾ ਐਂਗਲ ਖੇਡਣ ਦੀ ਕੋਸ਼ਿਸ਼ ਕਰੇ, ਪਰ ਉਹਨੂੰ ਇਸ ਦੇ ਲਈ ਹਾਈ ਕਮਿਸ਼ਨਰ ਨੂੰ ਯੂਕੇ ਦੇ ਵਿੱਚ ਸੈਂਸਰ ਕਰਨਾ ਹੋਏਗਾ। ਔਰ ਇਹ ਇੰਨਾ ਕੁ ਜ਼ਬਰਦਸਤ ਐਡੀਟੋਰੀਅਲ ਹੈ ਕਿ ਮੈਂ ਸਮਝਦਾ ਇਹ ਨਹੀਂ ਹੈ ਵੀ ਅਸੀਂ ਜਿਹੜਾ ਉਹ ਅੰਗਰੇਜ਼ੀ 'ਚ ਜਿਹੜਾ ਆਪਣੀ ਗੱਲ ਕਰ ਸਕਦੇ ਹਾਂ, ਲੇਕਿਨ ਸਾਡਾ ਇਹ ਹੁੰਦਾ ਵੀ ਕਿਉਂਕਿ ਅਜੇ ਪੰਜਾਬੀ ਪੱਤਰਕਾਰੀ ਜਾਂ ਪੰਜਾਬੀ ਸਾਡੇ ਟਾਕ ਸ਼ੋਜ਼, ਤੁਸੀਂ ਸਾਰੇ ਯੂਟਿਊਬਰਸ ਦਾ ਹਾਲ ਦੇਖ ਲਓ, ਉੱਤੇ ਬੜੀ ਜਿਹੜਾ ਉਹ ਲਿਸ਼ਕਦਾ ਜਿਹਾ ਹੈਡਰ ਆਈ ਦਿਬਰੂਗੜ੍ਹ ਤੋਂ ਬੜੀ ਚੰਗੀ ਖਬਰ, ਹੁਣ ਅੰਮ੍ਰਿਤਪਾਲ ਸਿੰਘ ਹੋਣਗੇ ਰਿਹਾ, ਹੁਣ ਕੈਨੇਡਾ ਹੋ, ਸਭ ਝੂਠ। ਕੋਈ ਕਿਸੇ ਦਾ ਉੱਥੇ ਜਿਹੜੇ ਬੜੇ ਆਪਣੇ ਆਪ ਨੂੰ ਵੱਡੀ TRP ਬਟੋਰਨ ਵਾਲੇ ਵੀ ਬੈਠੇ ਹੋਏ ਨੇ। ਕਿਸੇ ਨੂੰ ਜੇ ਮੈਂ ਇਹ ਕਹਿਣਾ ਹੋਏ ਕਿ ਫੋਰਨ ਪੋਲਿਟਿਕਸ ਦਾ ਇਲ ਦਾ ਨਾ ਕੋਕੋ ਨਹੀਂ ਪਤਾ ਤੇ ਮੈਂ ਗਲਤ ਨਹੀਂ ਹੋਵਾਂਗਾ। ਹਾਲਾਂਕਿ ਜੇ ਤੁਸੀਂ ਹਿੰਦੂ ਤਵੀਆਂ ਦੇ ਐਂਗਲ ਤੋਂ ਦੇਖੋ, ਉਹਨਾਂ ਨੂੰ ਪਤਾ ਹੈ, ਉਹਨਾਂ ਦੇ ਇੰਡੀਅਨ ਫੋਰਨ ਸਰਵਿਸ ਦੇ ਲੋਕ ਬੈਠੇ ਨੇ, ਉਹਨਾਂ ਨੂੰ ਪਤਾ ਹੈ ਵੀ ਕਿਸੇ ਵੀ ਗੱਲ ਨੂੰ ਕਿਵੇਂ ਸਪਿਨ ਦੇਣੀ ਹੈ ਨੈਗੇਟਿਵ। ਹਾਲਾਂਕਿ ਉਹਨਾਂ 'ਚੋਂ ਵੀ 2-3 ਐਸੇ ਨੇ ਜਿਹੜੇ ਫੇਅਰਲੀ ਦੇਖ ਰਹੇ ਨੇ ਕਿ ਵੀ ਇਹ ਤਾਂ ਇੰਡੀਆ ਉਸ ਪਾਸੇ ਜਾ ਕੇ ਫਸ ਗਿਆ ਜਿੱਥੋਂ ਇਹਨਾਂ ਦਾ ਨਿਕਲਣਾ ਜਿਹੜਾ ਉਹ ਬੜਾ ਔਖਾ ਹੋਣਾ ਹੈ ਕਿ ਵੀ ਇਹ ਜਿਹੜਾ ਇਹਨਾਂ ਨੇ ਨੈਰੇਟਿਵ ਬਣਾ ਕੇ ਔਰ ਬੜਾ ਆਪਣੇ ਆਪ ਨੂੰ ਐਰੋਗੈਂਸ ਸ਼ੋ ਕਰ ਰਹੇ ਨੇ, ਇਹ ਕੋਈ ਡਿਪਲੋਮੇਸੀ ਦੀ ਲੈਂਗੁਏਜ ਨਹੀਂ ਹੈ। ਪਰ ਜੇ ਆਪਣੇ ਐਂਗਲ ਤੋਂ ਕਹਿਣਾ ਹੋਏ ਫਿਰ ਤਾਂ ਤੁਸੀਂ ਇਹ ਦੇਖ ਲਓ ਕਿ ਵੀ ਨਾ ਕੋਈ ਇਸ ਲੈਵਲ ਦੇ ਉੱਤੇ ਪੰਜਾਬ ਦੇ ਵਿੱਚ ਕੋਈ ਸਿਆਸੀ ਐਕਟਿਵਿਜ਼ਮ ਦੀ ਕੋਈ ਲਹਿਰ ਬਣਾਈ ਗਈ ਕਿ ਭਾਈ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ ਹੈ। ਤੁਸੀਂ ਜਾ ਕੇ ਜਿਹੜਾ ਬਜਾਏ ਕਿ ਜਸਟਿਨ ਟਰੂਡੋ ਨੂੰ ਜਿਵੇਂ ਡਿਮਨਾਈਜ਼ ਕਰ ਰਿਹਾ ਉਹਨਾਂ ਦੇ ਸਾਰੇ ਲੋਕ, ਤੁਸੀਂ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਜਾ ਕੇ ਮੁਬਾਰਕਬਾਦ ਵੀ ਦਿਓ
ਔਰ ਮੋਦੀ ਨੂੰ ਕਹੋ ਕਿ ਵੀ ਤੁਸੀਂ ਉੱਥੇ ਵੀ ਕੀਤਾ, ਇੱਥੇ ਵੀ ਜਿਹੜੀਆਂ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਨੇ ਉਸ ਦੇ ਉੱਤੇ ਕਮਿਸ਼ਨ ਬਣਾਓ, ਇਨਵੈਸਟੀਗੇਟ ਕਰੋ। ਔਰ ਇਹ ਹੁਣ ਇਸ ਲੈਵਲ ਦਾ ਟਾਈਮ ਜਿਹੜਾ ਟਾਈਮਜ਼ ਆਫ ਲੰਡਨ ਐਡੀਟੋਰੀਅਲ ਸ਼ੁਰੂ ਹੀ ਇੱਥੋਂ ਕਰਦਾ ਹੈ। A country like Canada would not accuse an ostensibly friendly nation, an important partner in the Commonwealth no less, of murdering a Canadian citizen on Canadian soil without good reasons. कि भी कनेडा वर्गा मुल्क जिहड़ा कॉमनवैल्थ का मैंबर है और फ्रेंडली नेशन है, वो कदे भी बिना कोई कारण तो या बिना सबूत तो इस किस्म का चार्ज नहीं सी ला सकता। So the statement by Justin Trudeau, Canada's Prime Minister, that India is squarely in the frame for shooting dead of a Canadian Sikh political activist in a suburb of Vancouver in June, is cause for concern. क्योंकि कनाडा एक जिम्मेवार मुल्क है, कॉमनवेल्थ का मैंबर है, फ्रेंडली नेशन है, और उदा ये चार्ज लाना जिहड़ा है इस दे विच तत्थ है, ये एवें कहवें दी गल नहीं है। Relations between the two countries have been plunged into deep freeze as the Canadian authorities continue to investigate credible allegations that agents of Government of India were complicit in the assassination of Hardeep Singh Nijjar, a Sikh nationalist, prominent member of Sikh diaspora in Canada, and thorn in the side of India's Prime Minister Narendra Modi। कि ਉਹਦੀ ਵੱਖੀ ਦੇ ਵਿੱਚ ਕੰਡਾ ਹੈ ਖਾਲਿਸਤਾਨ ਦੀ ਗੱਲ, ਤੇ ਹਰਦੀਪ ਸਿੰਘ ਨਿੱਜਰ ਜਿਹੜਾ ਹੈ ਉਹ ਖਾਲਿਸਤਾਨੀ ਐਕਟਿਵਿਸਟ ਹੈ, ਡਾਇਸਪੋਰਾ ਸਿੱਖਾਂ ਦਾ ਵੱਡਾ ਲੀਡਰ, ਔਰ ਇਹ ਜਿਹੜਾ ਕੰਸਰਨ ਹੈ ਇਸ ਦੇ ਵਿੱਚ ਵੇਟ ਹੈ। An Indian diplomat has been expelled by Ottawa and Delhi has followed suit with the tit for tat expulsion of Canadian official। कि उन्होंने भी डिप्लोमेट कढ़िया, उन्होंने भी कढ़िया। If this allegation is true, ਇਹ ਉਹਨਾਂ ਨੇ ਫਿਰ ਬੋਲਡ ਦੇ ਵਿੱਚ ਲਿਖਿਆ ਹੈ ਸਾਰੀ ਇਬਾਰਤ ਨਾਲੋਂ ਵੱਡੀ ਟਾਈਪ ਦੇ ਵਿੱਚ। If this allegation is true, it could mark a turning point in how India, the world's biggest democracy, is perceived internationally। कि ਜੇ ਚਾਰਜ ਸਾਬਤ ਹੁੰਦਾ ਹੈ, ਜਿਹੜਾ ਆਬਵੀਅਸਲੀ ਹੋਏਗਾ, ਫਿਰ ਦੁਨੀਆ ਜਿਹੜੀ ਇਹਨੂੰ ਭਾਰਤ ਨੂੰ ਦੇਖਦੀ ਸੀ ਜੀ ਇਹ ਦੁਨੀਆ ਦੀ ਵੱਡੀ ਜਮਹੂਰੀਅਤ ਹੈ, ਉਹ ਬਿਲਕੁਲ ਜਿਹੜੀ ਉਹਨਾਂ ਦੀ ਪਰਸੈਪਸ਼ਨ ਹੈ ਉਹ ਬਦਲ ਜਾਏਗੀ। ਮਿਸਟਰ ਮੋਦੀ, a substantial figure in global politics, could find himself cast alongside Vladimir Putin as a rogue actor। कि ਜਿਹੜਾ ਵਰਲਡ ਪੋਲਿਟਿਕਸ ਦੇ ਵਿੱਚ ਬੜਾ ਛਾਣ ਦੀ ਕੋਸ਼ਿਸ਼ ਕਰ ਰਿਹਾ ਸੀ ਮੋਦੀ, ਇਹ ਜੇ ਇਹ ਸਾਬਤ ਹੁੰਦਾ ਹੈ ਤੇ ਉਹਦੀ ਥਾਂ ਫਿਰ ਜਿਹੜਾ ਰੋਗ ਸਟੇਟ ਰਸ਼ੀਆ ਦਾ ਮੇਨ ਰੋਗ ਐਕਟਰ ਪੁਤਿਨ ਹੈ, ਇਵੇਂ ਹੀ ਰੋਗ ਸਟੇਟ ਇੰਡੀਆ ਦਾ ਮੇਨ ਰੋਗ ਐਕਟਰ ਜਿਹੜਾ ਉਹ ਮੋਦੀ ਹੋਏਗਾ। ਮਿਸਟਰ ਮੋਦੀਜ਼ ਮਸਕੂਲਰ ਇਨਸਟਿੰਕਟਸ ਆਰ ਵੈਲ ਨੋਨ। ਅੰਡਰ ਹਿਜ਼ ਰੂਲ ਇੰਡੀਆ ਹੈਜ਼ ਸਲਿਪਡ ਡਾਊਨ ਗਲੋਬਲ ਰੈਂਕਿੰਗਸ ਫਾਰ ਰਿਲੀਜੀਅਸ ਐਂਡ ਪ੍ਰੈਸ ਫਰੀडम। ਕਿ ਬਈ ਉਹ ਆਪਣੇ ਬੜੇ ਸ਼ੇਖੀ ਵਗਾਰਦਾ ਹੈ, ਪਰ ਉਹਦੇ ਥੱਲੇ ਇੰਡੀਆ ਦਾ ਰੁਤਬਾ ਉਹ ਗਲੋਬਲ ਰੈਂਕਿੰਗ 'ਚ ਬਹੁਤ ਥੱਲੇ ਗਿਆ। ਉਹ ਰਿਲੀਜੀਅਸ ਫਰੀडम ਹੋਏ ਜਾਂ ਪ੍ਰੈਸ ਦੀ ਫਰੀडम ਹੋ, 160ਵੇਂ ਕਿ ਕਿੰਨੇ ਨੰਬਰ ਤੇ ਹੈ ਪ੍ਰੈਸ ਦੀ ਫਰੀडम 'ਚ। In February, the BBC's offices in Delhi were raided in retaliation for a documentary alleging that Mr. Modi failed to protect Muslims suffering deadly sectarian attacks in 2002 when he was Chief Minister of Gujarat। कि अजे फरवरी के महीने मोदी सरकार ने BBC के दफ्तरां ते दिल्ली और बॉम्बे दे विच रेड किए, क्योंकि BBC ने 2002 च मोदी का की रोल सी गुजरात च हज़ारां मुसलमान मारे गए, उस दे उत्ते डॉक्यूमेंटरी बनाई और ये बदला BBC तो इस तरह लिया गया। His foreign policy is marked by a reluctance to condemn Russia's invasion of Ukraine, a pragmatic if cynical stance based on trade and Moscow's importance as an arms supplier, but the sanctioning of a political assassination of a foreign national would take matters to an altogether different level। कि मोदी ने यूक्रेन ਦੇ ਉੱਤੇ ਰਸ਼ੀਆ ਦੇ ਹਮਲੇ ਨੂੰ ਵੀ ਕੰਡੈਮ ਨਹੀਂ ਕੀਤਾ, ਹਥਿਆਰ ਵੀ ਉੱਥੋਂ ਖਰੀਦ ਰਿਹਾ, ਪਰ ਜੇ ਇਹ ਸਾਬਤ ਹੁੰਦਾ ਹੈ ਵੀ ਉਹਨੇ ਇੰਡੀਆ ਦੇ ਏਜੰਟਾਂ ਨੇ ਫੋਰਨ ਸੋਇਲ ਦੇ ਉੱਤੇ ਇੱਕ ਕੈਨੇਡੀਅਨ ਸਿਟੀਜ਼ਨ ਨੂੰ ਮਾਰਿਆ, ਇਹ ਤਾਂ ਬਿਲਕੁਲ ਡਿਫਰੈਂਟ, ਇਹ ਸਾਰੇ ਦੀ ਜਿਹੜੀ ਹੈ ਡਿਫਰੈਂਟ ਲੈਵਲ ਦੇ ਉੱਤੇ ਡਿਫਰੈਂਟ ਡਾਇਮੈਂਸ਼ਨ ਹੋ ਜਾਂਦੀ ਹੈ। ਡਿਸਪਾਈਟ ਫੀਅਰਸ ਅਬਾਊਟ ਹਿਸ ਗਰੋਇੰਗ ਅਥੋਰੀਟੇਰੀਅਨਿਜ਼ਮ, ਮਿਸਟਰ ਮੋਦੀ ਹੈਜ਼ ਮੇਨਟੇਨਡ ਹਿਸ ਪੋਜੀਸ਼ਨ ਇਨ ਦਾ ਗਲੋਬਲ ਮੇਨ ਸਟ੍ਰੀਮ। ਖਿਆਲਾਂ ਇਹ ਸਾਹਮਣੇ ਸੀ ਕਿ ਭਾਈ ਇਹ ਕਿਵੇਂ ਡਿਕਟੇਟਰਾਨਾ ਰਵੱਈਆ ਕਰ ਰਿਹਾ,
ਪਰ ਉਹਦੀ ਥਾਂ ਦੁਨੀਆ ਦੀ ਮੁੱਖ ਧਾਰਾ 'ਚ ਅਜੇ ਬਣੀ ਹੋਈ ਸੀ। ਬਟ ਕਿਲਿੰਗ ਮਿਸਟਰ ਨਿੱਜਰ, who was designated by Delhi as a terrorist for his championship of Sikh homeland in the Indian Punjab, takes India out of that mainstream into the dubious company of hit job states like Russia. ਹੁਣ ਉਹ ਕਹਿ ਰਹੇ ਆ ਵੀ ਇੰਡੀਆ ਇਹਨਾਂ ਨੂੰ ਟੈਰਰਿਸਟ ਕਹਿ ਰਿਹਾ ਹਰਦੀਪ ਨਿੱਜਰ ਨੂੰ, ਪਰ ਉਹ ਸਿੱਖ ਸੋਵਰਨਟੀ ਦਾ ਅਲੰਬਰਦਾਰ ਬੰਦਾ। ਉਹਨਾਂ ਨੇ ਕਿਹਾ ਕਿ ਜੀ ਜੇ ਇਹ ਸਾਬਤ ਹੁੰਦਾ ਤੇ ਮੋਦੀ ਦਾ ਇੰਡੀਆ ਗਲੋਬਲ ਮੇਨ ਸਟ੍ਰੀਮ ਚੋਂ ਨਿਕਲ ਕੇ ਇਹ ਡੂਬੀਅਸ ਕੰਪਨੀ ਹਿੱਟ ਜੌਬ ਵਾਲਿਆਂ ਦੇ ਬਰਾਬਰ ਜਾ ਕੇ ਖਲੋਏਗਾ ਜਿਵੇਂ ਰਸ਼ੀਆ। ਔਰ ਫਿਰ ਦਿਸ ਇਜ਼ ਏ ਸੀਰੀਅਸ ਹੈਡੇਕ ਫॉर द ब्रिटिश who are caught between two powerful commonwealth members। ਕੋਈ ਇੰਡੀਆ ਵੀ ਕਾਮਨਵੈਲਥ ਦਾ ਮੈਂਬਰ ਹੈ, ਕੈਨੇਡਾ ਵੀ ਮੈਂਬਰ ਹੈ। ਉਹਨਾਂ ਨੇ ਕਿਹਾ ਜੀ ਇਹ ਬ੍ਰਿਟਨ ਦੇ ਲਈ ਉਹ ਤਾਂ ਇਹਨਾਂ ਦੋਨਾਂ ਦੇ ਵਿਚਾਲੇ ਫਸ ਗਿਆ, ਸੈਂਡਵਿਚ ਬਣ ਗਿਆ। loyalty to Canada, a NATO partner and Five Eyes intelligence ally, is set against a desire for closer commercial ties with India, slated to be one of the big three economies by the middle of the century। ਉਹਨਾਂ ਨੇ ਕਿਹਾ ਵੀ ਇੱਕ ਪਾਸੇ ਕੈਨੇਡਾ ਨੈਟੋ ਪਾਰਟਨਰ ਵੀ ਹੈ, ਫਾਈਵ ਆਈਜ਼ ਇੰਟੈਲੀਜੈਂਸ ਦਾ ਮੈਂਬਰ ਵੀ ਹੈ, ਦੂਸਰੇ ਪਾਸੇ ਇੰਡੀਆ ਜਿਹੜਾ ਦੁਨੀਆ ਦੀ ਤੀਸਰੀ ਵੱਡੀ ਇਕੋਨਮੀ ਦੇ ਤੌਰ ਦੇ ਉੱਤੇ ਜਿਹੜਾ ਸੈਂਚਰੀ ਦੇ ਅੱਧ ਤੱਕ 2050 ਤੱਕ ਉਹਦੇ ਪਹੁੰਚਣ ਦੀਆਂ ਸੰਭਾਵਨਾ ਨੇ। Rishi Sunak has invested much political capital in a trade deal with India and basked in his relationship with Modi during G20 summit in Delhi। ਉੱਥੇ ਤਾਂ ਸਰਟੀਫਾਈਡ ਜਵਾਈ ਬਣਿਆ ਹੋਇਆ ਸੀ ਹਿੰਦੂ ਤੋਂ ਵੀ। ਉਹਨਾਂ ਨੇ ਕਿਹਾ ਜੀ ਟ੍ਰੇਡ ਡੀਲ ਦੇ ਉੱਤੇ ਵੀ ਬਹੁਤ ਮਿਹਨਤ ਕੀਤੀ ਹੈ ਇਹਨੇ। Mr. Trudeau warns that Indian involvement would constitute an unacceptable violation of Canada's sovereignty। ਕਿ ਟਰੂਡੋ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਇੰਡੀਆ ਦੀ ਇਨਵੋਲਵਮੈਂਟ ਇਹ ਕੈਨੇਡਾ ਦੀ ਸੋਵਰਨਿਟੀ ਦੀ ਵਾਇਓਲੇਸ਼ਨ ਹੈ ਜੀ। If he calls in the debt for Canada's solidarity with Britain after Salisbury nerve agent attack, 4 Russian spies based in Ottawa and Montreal were expelled, Mr. Sunak could find himself having to sanction the Indian High Commissioner in London। ਉਹਨਾਂ ਨੇ ਕਿਹਾ ਵੀ ਜੇ ਕੈਨੇਡਾ ਨੇ ਕਿਹਾ ਵੀ ਉਹ ਕਰਜ਼ ਚੁਕਾਓ ਤੁਸੀਂ ਮੇਰਾ, ਜਦੋਂ ਤੁਹਾਡੇ ਨਾਲ ਜਿਹੜਾ ਸੈਲਿਸਬਰੀ ਨਰਵ ਏਜੰਟ ਕੇਸ ਹੋਇਆ ਸੀ ਅਸੀਂ 4 ਰਸ਼ੀਅਨ ਸਪਾਈ ਜਿਹੜੇ ਨੇ ਉਹ ਕੱਢੇ ਸੀ ਆਟਵਾ ਔਰ ਮੌਂਟਰੀਆਲ ਤੋਂ, ਹੁਣ ਕਰੋ। ਔਰ ਫਿਰ ਜਿਹੜਾ ਸੂਨਕ ਹੈ ਉਹ ਮਜਬੂਰ ਹੋਏਗਾ ਹਾਈ ਕਮਿਸ਼ਨਰ ਜਿਹੜਾ ਇੰਡੀਆ ਦਾ ਯੂਕੇ ਦੇ ਵਿੱਚ ਉਹਨੂੰ ਸੈਂਕਸ਼ਨ ਕਰਨ ਦੇ ਲਈ, ਉਹਦੇ ਤੇ ਪਾਬੰਦੀਆਂ ਲਾਉਣ ਦੇ ਲਈ। ਔਰ ਇਹ ਹੁਣ ਉਹਨਾਂ ਨੇ ਕਿਹਾ ਕਿ ਵੀ ਮਿਸਟਰ ਸੂਨਕ ਕੁਡ ਫਾਈਂਡ ਹਿਮਸੈਲਫ ਹੈਵਿੰਗ ਟੂ ਸੈਂਕਸ਼ਨ ਦਾ ਇੰਡੀਅਨ ਹਾਈ ਕਮਿਸ਼ਨ ਇਨ ਲੰਡਨ। ਸੇਫ ਟੂ ਸੇ the Prime Minister would be loath to do such a thing, but that should not stop him doing it। ਭਾਵੇਂ ਰਿਸ਼ੀ ਸੂਨਕ ਨੂੰ ਇਹ ਬਿਲਕੁਲ ਪਸੰਦ ਨਹੀਂ ਹੋਏਗਾ ਪਰ ਉਸ ਹਾਲਤ ਦੇ ਵਿੱਚ ਉਹਨੂੰ ਇਹ ਕਰਨਾ ਪਏਗਾ। The diplomatic fallout from this affair is likely to be extensive। ਕਿ ਇਸ ਦੀ ਜਿਹੜੀ ਕੂਟਨੀਤਿਕ ਡੈਮੇਜ ਹੈ ਉਹ ਬਹੁਤ ਜ਼ਿਆਦਾ ਹੋਏਗਾ, ਐਕਸਟੈਂਸਿਵ ਹੋਏਗਾ। This is not Russians carrying out a wet job on Russians on foreign soil, which is the case of Sergei and Yulia Skripal, resulted in severe reprisal against Russian embassies in the West। ਉਹਨੇ ਕਿਹਾ ਜੀ ਇਹ ਜਿਹੜੇ ਸਰਗਲ ਔਰ ਯੂਲੀਆ ਸਕੈਲਪਲ ਉਹਨਾਂ ਦੇ KGB ਦੇ ਡਿਫੈਕਟਰ ਸੀ ਉਹ ਤਾਂ ਰਸ਼ੀਅਨ ਸਿਟੀਜ਼ਨ ਸੀ। ਇਹ ਸਿਰਫ ਹੈ ਵੀ ਉਹਨਾਂ ਦੇ ਉੱਤੇ ਅਟੈਕ ਯੂਕੇ ਦੀ ਸੋਇਲ ਦੇ ਉੱਤੇ ਹੋਇਆ, ਪਰ ਇਸ ਮਾਮਲੇ ਦੇ ਵਿੱਚ ਤਾਂ ਗੱਲ ਹੀ ਹੋਰ ਹੈ। ਉਹਨਾਂ ਨੇ ਇਹ ਕਿਹਾ ਕਿ ਵੀ ਇਟ ਇਜ਼ ਅਲੈਜਡਲੀ ਦਾ ਮਰਡਰ ਬਾਈ ਅ ਫੋਰਨ ਪਾਵਰ ਆਫ ਅ ਕੈਨੇਡੀਅਨ ਸਿਟੀਜ਼ਨ ਇਨ ਕੈਨੇਡਾ। ਇਹ ਤਾਂ ਮਾਮਲਾ ਬਹੁਤ ਸੰਗੀਨ ਹੈ। ਇੱਕ ਫੋਰਨ ਪਾਵਰ ਨੇ ਕੈਨੇਡੀਅਨ ਸਿਟੀਜ਼ਨ ਨੂੰ ਕੈਨੇਡਾ ਦੀ ਸੋਇਲ ਤੇ ਮਾਰਿਆ। ਦੇਖੋ ਜਿਹੜੇ ਰਸ਼ੀਅਨ ਏਜੰਟਸ ਨੇ ਜਿਹੜੇ ਅਟੈਕ ਕੀਤਾ ਸੀ ਨਰਵ ਏਜੰਟ, ਜਿਹਨੂੰ ਸੈਲਿਸਬਰੀ ਨਰਵ ਏਜੰਟ ਕਹਿੰਦੇ ਨੇ, ਉਹ ਤਾਂ ਰਸ਼ੀਅਨ ਸੀਗੇ ਔਰ ਉਹਨਾਂ ਦੇ ਖੁਫੀਆ ਜਿਹੜੇ ਏਜੰਟ ਸੀ ਜਿਹੜੇ ਡਿਫੈਕਟ ਕਰਕੇ ਇੱਧਰ ਆਏ ਸੀ। ਔਰ ਕਨਕਲੂਡ ਇਹਨੇ ਕੀਤਾ ਕਿ ਭਾਈ ਦਿਸ ਇਜ਼ ਹਿਊਜ ਪ੍ਰੋਵੋਕੇਸ਼ਨ that Mr. Modi and his shadowy lieutenants in India's intelligent apparatus may come to regret। ਉਹਨਾਂ ਨੇ ਕਿਹਾ ਵੀ ਇਹ ਇਸ ਲੈਵਲ ਦੀ ਪੜਕਾਟ ਇਸ ਸਾਰੇ ਚੋਂ ਨਿਕਲਣ ਵਾਲੀ ਹੈ ਕਿ ਮੋਦੀ ਤੇ ਉਹਦੇ ਜਿਹੜੇ ਸਲਾਹਕਾਰ ਔਰ ਜਿਹੜੇ ਲੁਕੇ ਨੇ ਅਜੀਤ ਡੋਵਲ ਵਾਰ ਜਦੋਂ ਸ਼ੈਡੋਈ ਲੈਫਟੀਨੈਂਟ ਕਿਹਾ ਕਿ ਵੀ ਉਹਨਾਂ ਨੂੰ ਇਸ ਦਾ
ਜਿਹੜਾ ਬਹੁਤ ਵੱਡਾ ਜਿਹੜਾ ਉਹ ਪਛਤਾਵਾ ਹੋਏਗਾ ਕਿ ਉਹਨਾਂ ਨੇ ਕਰਤੂਤ ਕੀ ਕੀਤੀ। ਬਿਲਕੁਲ। ਸੋ ਇਹ ਅਸੀਂ ਜ਼ਰੂਰੀ ਸਮਝਦੇ ਹਾਂ ਕਿ ਇਸ ਲੈਵਲ ਦੀਆਂ ਜਿਹੜੀਆਂ ਪਬਲੀਕੇਸ਼ਨਸ ਨੇ ਉਹਨਾਂ ਦੇ ਕਨਕਲੂਜਨ ਕੀ ਨੇ, ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿਸ ਲੈਵਲ ਦੀ ਇਹ ਸਾਰੀ ਜਿਹੜੀ ਹੈ ਭਾਰਤ ਦੀ ਸਥਿਤੀ ਬਣਨ ਜਾ ਰਹੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ ਵਿਊਅਰਸ ਦੋਸਤਾਂ ਨੇ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿੱਖ ਸੁਸਾਇਟੀ ਆਫ ਇੰਡੀਆਨਾ ਵੱਲੋਂ ਮਿਡਵੈਸਟ ਦੀਆਂ ਸਮੂਹ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 9ਵਾਂ ਸਾਲਾਨਾ ਨਗਰ ਕੀਰਤਨ 7 ਅਕਤੂਬਰ 2023 ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਕੱਢਿਆ ਜਾ ਰਿਹਾ ਹੈ। ਨਗਰ ਕੀਰਤਨ ਵਾਰ ਮੈਮੋਰੀਅਲ ਪਾਰਕ ਇੰਡੀਅਨੈਪੋਲਿਸ ਵਿਖੇ ਕੱਢਿਆ ਜਾਵੇਗਾ ਅਤੇ ਉਪਰੰਤ ਉੱਥੇ ਹੀ ਸਟੇਜ ਲਗਾਈ ਜਾਵੇਗੀ। ਗੁਰੂ ਕਾ ਲੰਗਰ ਅਟੁੱਟ ਵਰਤੇਗਾ। ਆਪ ਸਭ ਨੂੰ ਇਸ ਨਗਰ ਕੀਰਤਨ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸਟੋਰੀਜ਼ ਗੱਲਬਾਤ ਕਰਨ ਜਾ ਰਹੇ ਹਾਂ ਕਿ ਰॉयटर ਨਿਊਜ਼ ਏਜੰਸੀ ਨੇ ਆਪਣੀ ਇੱਕ ਇਨਵੈਸਟੀਗੇਟਿਵ ਸਟੋਰੀ ਵਿੱਚ ਕਿਹਾ ਹੈ ਕਿ ਭਾਰਤ ਦੇ ਖੁਫੀਆ ਏਜੰਟਾਂ ਵੱਲੋਂ ਲੰਮੇ ਸਮੇਂ ਤੋਂ ਪੱਛਮੀ ਦੇਸ਼ਾਂ ਵਿੱਚ ਘੁਸਪੈਠ ਕੀਤੀ ਜਾ ਰਹੀ ਹੈ। ਕੈਲੀਫੋਰਨੀਆ ਦੇ ਸਟਾਕਟਨ ਗੁਰਦੁਆਰਾ ਸਾਹਿਬ ਦੇ ਪ੍ਰੈਜ਼ੀਡੈਂਟ ਸਰਦਾਰ ਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਰਾਹ ਏਜੰਟਾਂ ਨੇ ਸਟਾਕਟਨ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਵੀ ਲਾਲਚ ਤੇ ਧਮਕੀਆਂ ਦਿੱਤੀਆਂ ਨੇ ਔਰ ਇੱਕ ਰਾਹ ਏਜੰਟ ਗੁਰਦੁਆਰੇ ਵਿੱਚ ਮਿਲਣ ਲਈ ਵੀ ਪਹੁੰਚਿਆ ਜਿਸ ਦੀ ਫੋਟੋ ਜਿਹੜੀ ਹੈ ਕੈਮਰੇ ਵਿੱਚ ਕੈਦ ਕਰ ਲਈ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਤੋਂ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਪਿਛਲੇ ਆਲਮੋਸਟ ਇਹਨਾਂ ਸਾਰੇ 12-13 ਸਾਲਾਂ ਦੇ ਵਿੱਚ ਲਗਾਤਾਰ 10-11 ਸਾਲਾਂ 'ਚ ਇਸ ਗੱਲ ਨੂੰ ਹਾਈਲਾਈਟ ਕਰਦੇ ਰਹੇ ਕਿ ਭਾਈ ਜਿਹੜੀ ਭਾਰਤ ਦੀ ਖੁਫੀਆ ਏਜੰਸੀ ਰਾਹ ਦੀ ਪ੍ਰੈਜ਼ੈਂਸ ਹੈ ਉਹ ਜੇ ਅਸੀਂ ਦੋ ਕ੍ਰੈਡੀਬਲ ਜਰਨਲਿਸਟ ਜਿਹੜੇ ਦੋ ਕ੍ਰੈਡੀਬਲ ਨਿਊਜ਼ਪੇਪਰਸ ਲਈ ਲੰਬਾ ਵਕਤ ਕੰਮ ਕਰਦੇ ਰਹੇ ਟੋਰਾਂਟੋ ਸਟਾਰ ਔਰ ਗਲੋਬ ਐਂਡ ਮੇਲ ਜਿਨ੍ਹਾਂ ਨੇ ਜਦੋਂ 에ਅਰ ਇੰਡੀਆ ਕਨਿਸ਼ਕਾ ਦਾ ਹਾਦਸਾ ਕਰਵਾਇਆ ਜਾਂਦਾ ਭਾਰਤੀ ਏਜੰਸੀਆਂ ਵੱਲੋਂ ਸਿੱਖ ਚਿਹਰੇ ਵਰਤ ਕੇ ਜਿਹਦੇ 'ਚ 329 ਬੇਗੁਨਾਹ ਲੋਕ ਮਾਰੇ ਜਾਂਦੇ ਨੇ ਤੇ ਇਹ ਸੌਫਟ ਟਾਰਗੇਟ ਜਿਹੜੀ ਉਸ ਤੋਂ ਬਾਅਦ ਇੱਕ ਪੂਰੀ ਇਨਵੈਸਟੀਗੇਟਿਵ ਸਟੋਰੀ ਦੇ ਨਾਲ ਸਾਹਮਣੇ ਆਉਂਦੀ ਹੈ ਕਿ ਕਿਵੇਂ ਭਾਰਤੀ ਖੁਫੀਆ ਏਜੰਸੀਆਂ ਦੀ ਕੈਨੇਡਾ ਦੇ ਸਿੱਖਾਂ ਦੇ ਮਾਮਲਿਆਂ 'ਚ ਦਖਲ-ਅੰਦਾਜ਼ੀ 1970ਵਿਆਂ ਦੇ ਵਿੱਚ ਹੀ ਸ਼ੁਰੂ ਹੋ ਗਈ। ਜਦੋਂ 1970s ਦੀ ਗੱਲ ਕਰਦੇ ਹਾਂ ਔਰ ਉਹਦੇ 'ਚ ਪੂਰੀ ਪੇਪ ਗੁਰਦੁਆਰੇ 'ਚ ਕੀ ਹੋਇਆ ਇਹ 70s ਦੀ ਗੱਲ ਹੈ। ਸੋ ਜੇ ਅਸੀਂ ਇਸ ਹਵਾਲੇ ਨਾਲ ਦੇਖੀਏ ਤੇ ਅੱਧੀ ਸਦੀ ਤੋਂ ਇਹ ਨਹੀਂ ਹੈ ਵੀ ਕੈਨੇਡਾ 'ਚ ਹੁਣ ਤਾਂ ਪਹਿਲੀ ਵਾਰ ਉਹ ਰੰਗੇ ਹੱਥੀਂ ਗ੍ਰਿਫਤਾਰ ਵਾਲਾ ਕੰਮ ਹੋਇਆ ਭਾਈ ਹਰਦੀਪ ਸਿੰਘ ਨੱਜਰ ਦੀ ਸ਼ਹਾਦਤ ਦੇ ਮਾਮਲੇ 'ਚ। ਅਦਰਵਾਈਜ਼ ਬਹੁਤ ਸਾਰੇ ਕੇਸ ਕੈਨੇਡਾ 'ਚ ਜੋ ਵਾਇਲੈਂਸ ਦੇ ਦੇਖੇ ਜਾਣਗੇ ਇਸ ਦੀ ਜੇ ਬੈਕ ਈਵਨ ਅੱਧੀ ਸਦੀ ਦੀ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਵੀ ਹੋਏਗੀ ਤੇ ਇਹ ਨਜ਼ਰ ਆਏਗਾ ਕਿਉਂਕਿ ਉਸ ਵੇਲੇ ਤਾਂ ਉਹਨੇ ਸੌਫਟ ਟਾਰਗੇਟ ਨੇ ਮਾਰਕ ਕੀਤਾ ਕਿ ਪੇਪ ਗੁਰਦੁਆਰੇ 'ਚ ਅਦਾਲਤ ਜਿਹਦਾ ਮਰਡਰ ਹੁੰਦਾ ਅਮਰਜੀਤ ਸਿੰਘ ਸਮਰਾ ਨਾਂ ਦਾ ਬੰਦਾ ਜਿਹੜਾ ਏਜੰਸੀਆਂ ਦਾ ਬੰਦਾ ਹੈ ਉਹਨੂੰ ਕਿਵੇਂ ਐਸਕੇਪ ਕਰਾਇਆ ਜਾਂਦਾ ਕੈਨੇਡਾ ਤੋਂ, ਫਿਰ ਕੈਨੇਡਾ ਕਿੰਨੀ ਮੁਸ਼ਕਲ ਨਾਲ ਉਹਨੂੰ ਐਕਸਟ੍ਰਾਡਾਈਟ ਕਰਦਾ ਇੰਡੀਆ ਕੀ ਸ਼ਰਤਾਂ ਰੱਖ ਕਿਉਂਕਿ ਉਹੀ ਉਹਨਾਂ ਦਾ ਏਜੰਟ ਸਾਰਾ ਕੰਮ। ਸੋ ਗੁਰਦੁਆਰਿਆਂ ਦੇ ਵਿੱਚ ਇੰਟਰਫੇਰੈਂਸ ਔਰ ਫਿਰ ਕਿਵੇਂ 에ਅਰ ਇੰਡੀਆ ਦੇ ਇਸ ਸਾਰੇ ਹਾਦਸੇ ਦੇ ਲਈ ਵਿਦਨ ਕਮਿਊਨਿਟੀ ਕਿਵੇਂ ਜਿਨ੍ਹਾਂ ਨੂੰ ਵਾਇਰਸ ਨਾਲ ਲਾ ਕੇ ਉਹਨਾਂ ਦੀ ਉਹ ਪੂਰੀ ਗੁਫ਼ਤਗੂ ਸੁਣ ਰਹੇ ਨੇ। ਉਸ ਵੇਲੇ ਫੈਡਰੇਸ਼ਨ ਦਾ ਪ੍ਰਧਾਨ ਲਖਬੀਰ ਸਿੰਘ ਰੋਡੇ ਉਹਦੀ ਗੱਡੀ ਦੇ ਵਿੱਚ ਜਿਹੜਾ ਇਹ ਈਵਨ ਓਪਨ ਸੀਕ੍ਰੇਟਸ ਮਲੋਏ ਧਾਰ ਨੇ ਵੀ ਮੰਨੀਆਂ ਨੇ ਕੁਝ ਚੀਜ਼ਾਂ ਔਰ ਕੁਝ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਉਹ ਸਾਰੇ।
ਲੇਕਿਨ ਹੁਣ ਤਾਂ ਕੋਈ ਭੁਲੇਖਾ ਨਹੀਂ ਰਿਹਾ ਜਦੋਂ ਕੈਨੇਡੀਅਨ ਪ੍ਰਾਈਮ ਮਿਨਿਸਟਰ 18 ਸਤੰਬਰ ਨੂੰ ਖਲੋ ਕੇ ਪਾਰਲੀਮੈਂਟ ਦੇ ਵਿੱਚ ਇਹ ਕਰਦਾ ਹੈ, ਔਰ 5 ਆਈਜ਼ ਇੰਟੈਲੀਜੈਂਸ ਜਿਹਨੂੰ ਹਿਊਮਨ ਐਂਡ ਸਿਗਨਲ ਇੰਟੈਲੀਜੈਂਸ ਰਾਹੀਂ ਐਂਡੋਰਸ ਕੀਤਾ, ਜਦੋਂ ਤੁਸੀਂ ਕਹਿੰਦੇ ਹੋ ਵੀ ਸੀਲ ਪ੍ਰੂਫ ਕੇਸ ਹੈ। ਹੁਣ ਇੰਟਰਨੈਸ਼ਨਲੀ ਇਸ ਸਾਰੇ ਪੀਰੀਅਡ 'ਚ ਜੋ ਰਾਹ ਦੇ ਏਜੰਟਾਂ ਦੀਆਂ ਐਕਟੀਵਿਟੀਜ਼ ਉੱਥੇ, ਈਵਨ ਆ ਰਿਪਦਮਨ ਸਿੰਘ ਮਲਕ ਦਾ ਮਰਡਰ ਜਾਂ ਉਸ ਤੋਂ ਪਹਿਲਾਂ ਵੀ ਜਿਹੜੇ ਮਰਡਰ ਕੈਨੇਡਾ ਦੇ ਵਿੱਚ 1-2 ਬੜੇ ਡਰਟੀ ਕਿਸਮ ਦੇ ਜਰਨਲਿਸਟਾਂ ਦੇ ਜਿਹੜੇ ਪਹਿਲਾਂ ਖਾਲਿਸਤਾਨ ਲਈ ਲਿਖਦੇ ਸੀ, ਫਿਰ ਦੂਜੇ, ਤੁਸੀਂ ਦੇਖੋਗੇ ਹਮੇਸ਼ਾ ਏਜੰਸੀਆਂ ਦਾ ਹੁੰਦਾ ਵਰਤੋ ਤੇ ਡੰਪ ਕਰੋ ਜੀ, ਜਿਹਦੇ ਕੋਲ ਭੇਤ ਨੇ ਉਹਨੂੰ ਐਲੀਮੀਨੇਟ ਕਰੋ। ਰਿਪਦਮਨ ਸਿੰਘ ਮਲਕ ਪਹਿਲਾਂ ਉਹਨੂੰ ਇਸਤੇਮਾਲ ਕੀਤਾ ਏਅਰ ਇੰਡੀਆ ਦਾ ਹਾਦਸਾ ਕਰਾਉਣ ਲਈ, ਫਿਰ ਪੂਰਾ ਟ੍ਰਾਇਲ ਚਲਾ ਕੇ ਸਿੱਖਾਂ ਨੂੰ ਬਦਨਾਮ ਕੀਤਾ, ਫਿਰ 1.5 ਸਾਲ ਪਹਿਲਾਂ ਉਹਨੂੰ ਇੰਡੀਆ ਸੱਦ ਕੇ ਪੂਰਾ ਰੈੱਡ ਕਾਰਪੇਟ ਵੈਲਕਮ ਦਿੱਤੀ। ਅਜੀਤ ਡੋਵਲ ਨੂੰ ਵੀ ਉਹ ਮਿਲਿਆ, ਦੂਜਾ ਵੀ ਹੋਇਆ, ਉੱਥੇ ਬਿਠਾ ਕੇ ਟੀਵੀ ਚੈਨਲਾਂ ਤੇ ਕਿਹਾ ਜੀ ਬਾਹਰ ਤਾਂ ਕੋਈ ਖਾਲਿਸਤਾਨ ਨਹੀਂ ਚਾਹੁੰਦਾ ਇਹ ਉਹ। ਫਿਰ ਆਉਣ ਤੋਂ ਕੁਝ ਮਹੀਨਿਆਂ ਬਾਅਦ ਉਹਦਾ ਮਰਡਰ ਹੋ ਜਾਂਦਾ ਜਿਹਦਾ ਕੋਈ ਸੁਰਾਗ ਨਹੀਂ ਮਿਲਦਾ। ਸੋ ਔਰ ਉਹਨੂੰ ਇੰਡੀਅਨ ਮੀਡੀਆ ਜਾਂ ਦੂਜਾ ਦੇਖੋ ਜੀ, ਕਿਉਂਕਿ ਉਹ ਖਾਲਿਸਤਾਨ ਦੇ ਵਿਰੁੱਧ ਬੋਲਦਾ ਸੀ, ਉਹਨੂੰ ਖਾਲਿਸਤਾਨੀਆਂ ਨੇ ਮਾਰ ਦਿੱਤਾ। ਸੋ ਇਹ ਜਿਹੜੀ ਲਾਈਨ ਹੈ ਇਹ ਕਾਫੀ ਦੇਰ ਦੀ, ਅੱਧੀ ਸਦੀ ਤੋਂ ਹੀ ਇਹ ਬਰਾਬਰ ਵਰਤਾਰਾ ਚੱਲ ਰਿਹਾ। ਔਰ ਮੈਨੂੰ ਖੁਸ਼ੀ ਹੈ ਵੀ ਹੁਣ ਜਿੱਥੇ ਅਸੀਂ ਮੀਡੀਆ ਦੀ ਗੱਲ ਕੀਤੀ ਹੈ ਕਿ ਭਾਈ ਉਹ ਐਕਸਪੋਜ਼ ਕਰ ਰਹੇ ਨੇ ਮੋਦੀ ਦਾ ਅਥੋਰੀਟੇਰੀਅਨਿਜ਼ਮ ਵੀ, ਇੰਡੀਆ ਦਾ ਵੀ ਅਗਲੀ ਚਿਹਰਾ ਸਾਹਮਣੇ ਆ। ਅੱਜ ਰॉयटर ਨਿਊਜ਼ ਏਜੰਸੀ ਦੀ ਖਬਰ, ਔਰ ਮੈਂ ਇਹ ਦੇਖ ਰਿਹਾ ਕਿ ਵੀ ਇੱਕ ਪਾਸੇ ਤਾਂ ਉੱਥੇ ਹਿੰਦੂਤਵੀ ਉਹ ਗੋਬਰ ਆਰੀਆ ਤੋਂ ਲੈ ਕੇ ਦੂਸਰੇ ਜਿੰਨੇ ਇੱਕ ਨੌਨ ਸਟੇਟ ਐਕਟਰ ਉਹ ਤਾਂ ਲਗਾਤਾਰ ਜਿਹੜਾ ਉਹ ਬਕਵਾਸ ਕਰਨ ਲਾਏ ਹੋਏ ਨੇ। ਹੁਣ ਈਵਨ ਜਿਹੜੀਆਂ ਬਾਹਰਲੀਆਂ ਪਬਲੀਕੇਸ਼ਨਸ ਨੇ ਉਹਨਾਂ ਦੇ ਵਿੱਚ ਹਿੰਦੂ ਸੱਜਣ ਜਿਹੜੇ ਨੇ ਉਹ ਵੀ ਇਨਵੈਸਟੀਗੇਟਿਵ ਸਟੋਰੀਜ਼ ਲੈ ਕੇ ਆ ਰਹੇ ਨੇ। ਹੁਣ ਇਹ ਸਟੋਰੀ ਕ੍ਰਿਸ਼ਨਾ ਕੌਸ਼ਿਕ ਤੇ ਸੰਜੀਵ ਮਿਗਲਾਨੀ ਨੇ ਕੀਤੀ ਹੈ, ਰॉयटर ਦੀ, ਦੋਨੋਂ ਹੀ ਜ਼ਾਹਰ ਹੈ ਨਾਵਾਂ ਤੋਂ ਹਿੰਦੂ ਨੇ ਸੱਜਣ। ਔਰ ਇਹ ਸਟੋਰੀ ਦਾ ਟਾਈਟਲ ਹੈ ਰॉयटर ਦੇ ਵਿੱਚ ਆਂਦਾ ਹੈ ਐਨਾਲਿਸਿਸ India's spies infiltrated West long before Canada's murder claim। ਕਿ ਕੈਨੇਡਾ ਨੇ ਤਾਂ ਹੁਣ ਇਹ ਕਿਹਾ ਕਿ ਭਾਈ ਮਰਡਰ ਜਿਹੜਾ ਇੰਡੀਆ ਦੇ ਏਜੰਟਾਂ ਨੇ ਕੀਤਾ, ਪਰ ਇਹ ਜਿਹੜੀ ਪੱਛਮ ਦੇ ਮੁਲਕਾਂ ਦੇ ਵਿੱਚ ਜਿਹੜੀਆਂ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦੀ ਘੁਸਪੈਠ ਹੈ ਇਹ ਲੰਬੇ ਵਕਤ ਤੋਂ ਹੈ। ਰॉयटर ਨਵੀਂ ਦਿੱਲੀ ਡੇਟ ਲਾਈਨ ਨਾਲ ਹੈ। India's external intelligence service is a feared foe in its neighborhood. Pakistan, Sri Lanka and Nepal have all accused it of political meddling and involvement with outlaws groups that have perpetrated acts of violence। ਕਿ ਇੰਡੀਆ ਦੀ ਖੁਫੀਆ ਏਜੰਸੀ ਰਾਹ ਦਾ ਖੌਫ ਗੁਆਂਢੀ ਮੁਲਕਾਂ 'ਚ ਪਾਕਿਸਤਾਨ, ਸ੍ਰੀਲੰਕਾ ਤੇ ਨੇਪਾਲ 'ਚ ਤਾਂ ਬੜੇ ਲੰਮੇ ਸਮੇਂ ਤੋਂ ਹੈ। ਔਰ ਉਹਨਾਂ ਹਕੂਮਤਾਂ ਨੇ, ਇਹਨਾਂ ਤਿੰਨਾਂ ਮੁਲਕਾਂ ਨੇ ਬਹੁਤ ਵਾਰ ਕਿਹਾ ਕਿ ਭਾਰਤੀ ਖੁਫੀਆ ਏਜੰਸੀਆਂ ਉਹਨਾਂ ਦੇ ਮੁਲਕਾਂ ਵਿੱਚ ਦਖਲਅੰਦਾਜ਼ੀ ਕਰਦੀਆਂ ਨੇ। ਪਰ ਇਹ ਜਦੋਂ ਨਾਓ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋਜ਼ ਐਲੀਗੇਸ਼ਨ ਲਾਸਟ ਮੰਥ that Indian government agents were involved in June killing of 6 separatist leader Hardeep Singh Nijjar in a Vancouver suburb has thrust Delhi's secretive research and analysis wing into the global spotlight। ਕਿ ਵੀ ਰਾਹ ਦੀਆਂ ਡਰਟੀ ਕਾਰਵਾਈਆਂ ਤੋਂ ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ ਜਾਂ ਨੇਪਾਲ ਇਹ ਤਾਂ ਪਹਿਲਾਂ ਹੀ ਉਹਨਾਂ ਨੂੰ ਸੀ, ਉਹ ਤਾਂ ਸ਼ਿਕਾਇਤ ਕਰਦੇ ਰਹੇ, ਪਰ ਪਹਿਲੀ ਵਾਰ ਹੈ ਕਿ ਹੁਣ ਰਾਹ ਜਿਹੜੀ ਹੈ ਗਲੋਬਲ ਲੈਵਲ ਦੇ ਉੱਤੇ ਐਕਸਪੋਜ਼ ਹੋਈ ਹੈ। ਉਹਨਾਂ ਨੇ ਕਿਹਾ ਜੀ ਵੀ ਭਾਵੇਂ ਇੰਡੀਆ ਨੇ ਬੜੇ ਗੁੱਸੇ ਨਾਲ ਇਹ ਡਿਨਾਈ ਕੀਤਾ ਹੈ ਕਿ ਜੀ ਇਹ ਨਹੀਂ ਹੈ, ਪਰ ਕੈਨੇਡਾ ਨੇ ਰਾਹ ਸਟੇਸ਼ਨ ਚੀਫ ਨੂੰ ਉੱਥੋਂ ਕੱਢਿਆ ਕੈਨੇਡਾ ਚੋਂ ਬਾਹਰ। ਫਿਰ ਹੁਣ ਇਹ ਸਟੋਰੀ ਕਰਨ ਵਾਲੇ ਕਹਿੰਦੇ ਨੇ ਜੀ ਵੀ ਅਸੀਂ 4 ਰਿਟਾਇਰਡ ਤੇ 2 ਸਰਵਿੰਗ ਜਿਹੜੇ ਇੰਡੀਅਨ ਇੰਟੈਲੀਜੈਂਸ ਆਫੀਸ਼ੀਅਲ ਨੇ ਰਾਹ ਦੇ, ਉਹਨਾਂ ਨਾਲ ਗੱਲਬਾਤ ਕੀਤੀ ਹੈ, ਕਿਉਂਕਿ ਸੋਰਸ ਤਾਂ ਐਨੋਨਿਮਸ ਹੁੰਦਾ ਹੈ, ਪਰ ਉਹਨਾਂ ਨੇ ਕਿਹਾ ਜੀ 4 ਰਿਟਾਇਰਡ ਆਫੀਸ਼ੀਅਲ ਇੰਟੈਲੀਜੈਂਸ ਦੇ 2 ਸਰਵਿੰਗ ਦੇ ਨਾਲ ਗੱਲ ਕੀਤੀ ਹੈ। who said the agency was galvanized to play a more assertive international role after 2008 Mumbai attack that left 166 people dead। this ਉਹਨਾਂ ਨੇ ਕਿਹਾ ਜੀ ਇਹ ਜਿਹੜਾ 2008 ਤੋਂ ਬਾਅਦ ਜਦੋਂ ਮੁੰਬਈ ਦੇ ਵਿੱਚ ਦਹਿਸ਼ਤਗਰਦ ਹਮਲਾ ਹੋਇਆ ਉਦੋਂ ਤੋਂ ਜਿਹੜਾ ਐਗਰੈਸਿਵਲੀ ਰਾਹ ਨੇ ਆਪਣੀ ਗਲੋਬਲ ਪ੍ਰੈਜ਼ੈਂਸ ਕੀਤੀ। ਔਰ ਉਹਨਾਂ ਨੇ ਕਿਹਾ 4 officials say ਰਾਹ expanded its reach in western nations gradually after 2008। ਇਹਦਾ ਮਤਲਬ ਇਹ ਹੈ ਕਿ 2000 ਸਿੱਖਾਂ ਦੇ ਮਾਮਲੇ ਦਾ ਸੀ ਕਿਹਾ ਵੀ 1970ਵਿਆਂ ਤੋਂ ਹੀ ਨੇ, ਲੇਕਿਨ ਈਵਨ ਬਾਕੀ ਮੁਲਕਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਪ੍ਰੈਜ਼ੈਂਸ ਇਹਨਾਂ ਦੇ ਕਹਿਣ ਮੁਤਾਬਕ
2008 ਤੋਂ ਬਾਅਦ ਹੁੰਦੀ ਹੈ। ਔਰ ਇਹ ਉਹਨਾਂ ਨੇ ਕਿਹਾ ਜੀ ਕਿਉਂਕਿ ਰਾਹ ਨੂੰ ਲੱਗਾ ਕਿ ਉਹ ਜਿਹੜਾ ਉਸ ਦੇ ਲਈ ਦੋਸ਼ੀ ਵੀ ਇਹਨਾਂ ਦੇ ਕੋਲ ਅਮਰੀਕਾ ਦੇ ਮਿਸਟਰ ਹੈਡਲੀ, ਜਿਹਨੂੰ ਉਹ ਕਹਿੰਦੇ ਨੇ ਜੀ ਇੰਡੀਆ ਨੇ ਡਬਲ ਏਜੰਟ ਹੈ, CIA ਲਈ ਵੀ ਸੀ, ISI ਲਈ ਵੀ ਸੀ, ਹੁਣ ਸ਼ਿਕਾਗੋ ਦੀ ਜੇਲ੍ਹ 'ਚ ਹੈ, ਉਹਨੂੰ ਐਕਸਟ੍ਰਾਡਾਈਟ ਨਹੀਂ ਕਰ ਸਕੇ। ਔਰ ਇਹ ਉਹਨਾਂ ਨੇ ਕਿਹਾ ਜੀ ਵੀ ਆਪਣੇ ਗਵਾਂਢ ਦੇ ਵਿੱਚ ਤਾਂ ਰਾਹ ਦੇ ਕੋਲ ਬਹੁਤ ਐਡਵਾਂਸਡ ਸਿਗਨਲ ਐਂਡ ਟੈਕਨੀਕਲ ਇੰਟੈਲੀਜੈਂਸ ਹੈ, ਲੇਕਿਨ ਵੈਸਟ ਦੇ ਵਿੱਚ ਹੁਣ ਤੱਕ ਉਹ ਹਿਊਮਨ ਇੰਟੈਲੀਜੈਂਸ ਦੇ ਉੱਤੇ ਤੁਸੀਂ ਰਿਕਰੂਟ ਕਰੋ, ਬੰਦੇ ਭਰਤੀ ਕਰੋ। ਔਰ ਬਹੁਤਿਆਂ ਨੂੰ ਸ਼ਾਇਦ ਯਾਦ ਹੋਏ ਕਿ ਜਰਮਨ ਦੇ ਵਿੱਚ 2 ਜਾਂ 3 ਕੇਸ ਨੇ ਜਿਨ੍ਹਾਂ ਦੇ ਵਿੱਚ ਇੰਡੀਅਨ ਰਾਹ ਦੇ ਜਿਹੜੇ ਹਾਇਰ ਕੀਤੇ ਬੰਦੇ ਸੀ ਉਹ ਕਨਵਿਕਟ ਹੋਏ ਕਿ ਆਲਰੇਡੀ ਹਿਊਮਨ ਜਿਹੜੇ ਉਹ ਭਰਤੀ ਕਰਨ ਦਾ, ਰਿਕਰੂਟ ਕਰਨ ਦਾ ਕੰਮ ਤਾਂ ਇਹਨਾਂ ਦਾ ਲੰਬੇ ਵਕਤ ਤੋਂ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਰਾਹ ਹੁਣ ਅਜੀਤ ਡੋਵਲ ਦਾ ਕੀ ਰੋਲ ਹੈ, ਮੋਦੀ ਦਾ ਕੀ ਰੋਲ ਹੈ, ਇਹ ਤੁਹਾਨੂੰ ਕਈ ਵਾਰ ਬਿਟਵੀਨ ਦਾ ਲਾਈਨਸ ਪੜ੍ਹ ਕੇ ਦੇਖਣਾ ਪੈਂਦਾ। ਪਰ ਇਹ 2 ਹਿੰਦੂ ਜਰਨਲਿਸਟ ਰॉयटर ਲਈ ਲਿਖ ਰਹੇ ਨੇ, raw like other arms of India's national security apparatus has been emboldened by Prime Minister Modi, who has bolstered India's defense capabilities since 2014 election and built a strongman image, 5 of the officials said. 6 ਇੰਟੈਲੀਜੈਂਸ ਆਪਰੇਟਿਵ ਜਿਨ੍ਹਾਂ ਨੂੰ ਇਹ ਇੰਟਰਵਿਊ ਕਰ ਰਹੇ ਉਹਨਾਂ ਚੋਂ 5 ਨੇ ਕਿਹਾ ਹੈ ਕਿ ਜਦੋਂ ਤੋਂ 2014 ਦੇ ਵਿੱਚ ਮੋਦੀ ਸਾਡਾ ਸਟਰੋਂਗਮੈਨ ਆਇਆ, ਉਹਨੇ ਫਿਰ ਸਾਨੂੰ ਬਹੁਤ ਮਜ਼ਬੂਤ ਮਤਲਬ ਫੰਡਿੰਗ ਦਿੱਤੀ, ਤੋਰ ਦਿੱਤਾ ਵੀ ਜਾਓ ਬਾਹਰ ਜਾ ਕੇ ਸਿੱਖਾਂ ਦੇ ਗਲ ਕੁੱਟੋ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਨੇ, ਕਸ਼ਮੀਰੀਆਂ ਨੂੰ ਮਾਰੋ। ਔਰ ਦੂਸਰਾ ਔਰ ਜਿਹੜਾ ਬਿਲਕੁਲ ਬੇਪਰਵਾਹ ਹੋ ਕੇ ਹੁਣ ਤੁਸੀਂ ਜਿਹੜਾ ਉਹ KGB ਔਰ ਮੋਸਾਦ ਬਣ ਜਾਓ। ਸੋ ਉਹ ਜਿਹੜਾ ਪਹਿਲਾਂ ਨੇਬਰਹੁੱਡ 'ਚ ਜੋ ਕੰਮ ਪਾਕਿਸਤਾਨ 'ਚ ਜਾਂ ਨੇਪਾਲ 'ਚ ਜਾਂ ਸ੍ਰੀਲੰਕਾ 'ਚ ਕਰਦੇ ਸੀ ਉਹ ਇੰਟਰਨੈਸ਼ਨਲੀ ਉਹਨਾਂ ਨੇ ਇਹ ਕਿਹਾ ਕਿ ਮੋਦੀਜ਼ ਆਫਿਸ ਡਿਡਨਟ ਰਿਸਪੌਂਡ ਟੂ ਅ ਰਿਕੁਐਸਟ ਫਾਰ ਕਮੈਂਟ ਫਾਰ ਦਾ ਸਟੋਰੀ, ਕਿ ਅਸੀਂ PMO ਆਫਿਸ ਨੂੰ ਵੀ ਕਿਹਾ ਕਿ ਵੀ ਇਹਦੇ ਤੇ ਤੁਸੀਂ ਆਪਣਾ ਕਮੈਂਟ ਦਿਓ। ਔਰ ਇਹ ਜਿਹੜਾ ਫਿਰ ਉਹਨਾਂ ਨੇ ਰਾਹ ਚੀਫ ਰਵੀ ਸਿਨਹਾ ਜਿਹੜਾ ਅੱਜ ਕੱਲ੍ਹ ਹੈ ਓਨਲੀ ਸਰਵਿੰਗ ਆਫੀਸ਼ੀਅਲ ਪਬਲਿਕਲੀ ਐਫੀਲੀਏਟਡ ਵਿਦ ਏਜੰਸੀ didn't return messages seeking comment। ਔਰ ਉਹਨਾਂ ਨੇ ਕਿਹਾ ਜੀ ਅਸੀਂ ਉਹਨੂੰ ਜਿਹੜਾ ਰਾਹ ਦਾ ਚੀਫ ਹੈ ਰਵੀ ਸਿਨਹਾ ਉਹਨੂੰ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ, ਉਹਨੇ ਕਾਲ ਵਾਪਸ ਨਹੀਂ ਕੀਤੀ। ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਇਹ ਵੈਨਕੂਵਰ ਦੀ ਜਿਹੜੀ ਘਟਨਾ ਇਹਦਾ ਫਾਲ ਆਊਟ ਜਿਹੜਾ ਹੈ ਉਹਦੇ ਥੱਲੇ ਹੁਣ ਇਹ ਹੋਏਗਾ ਕਿ ਰਾਹ ਵਿਲ ਕਮ ਅੰਡਰ ਗ੍ਰੇਟਰ ਗਲੋਬਲ ਮੋਨੀਟਰਿੰਗ ਇੰਡੀਅਨ ਇੰਟੈਲੀਜੈਂਸ ਆਫੀਸ਼ੀਅਲਸ ਐਂਡ ਐਨਾਲਿਸਟ ਸੈਡ, ਕਿ ਉਹਨਾਂ ਨੇ ਵੀ ਮੰਨਿਆ ਕਿ ਜੀ ਇਸ ਘਟਨਾ ਤੋਂ ਬਾਅਦ ਅਸੀਂ ਐਕਸਪੋਜ਼ ਹੋ ਗਏ ਕਿ ਵੀ ਹੁਣ ਤੱਕ ਉਹ ਜੋ ਕੰਮ ਕਰ ਰਹੇ ਸੀ। ਔਰ ਉਹਨਾਂ ਨੇ ਕਿਹਾ ਜੀ ਇਸ ਨਾਲ ਰਾਹ ਬਾਰੇ ਕਿਉਰਿਓਸਿਟੀ ਵੀ ਵਧੀ ਹੈ, ਉਹਨਾਂ ਦੇ ਬ੍ਰਿਟਿਸ਼ ਹਲਜ਼ ਯੂਨੀਵਰਸਿਟੀ ਵਾਲਿਆਂ ਨੇ ਵੀ ਕਿਹਾ। ਔਰ ਇਹ ਉਹਨਾਂ ਦਾ ਪੋਸਟ ਮੁੰਬਈ ਲੰਬਾ ਚੌੜਾ ਆਰਟੀਕਲ ਹੈ, ਮੈਂ ਉਹਦੀ ਬਹੁਤੀ ਡਿਟੇਲ 'ਚ ਨਹੀਂ ਜਾਵਾਂਗੇ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਪੋਲੀਟੀਕਲ ਸਪੋਰਟ ਹੈ ਰਾਹ ਨੂੰ, ਜ਼ਾਹਰ ਹੈ ਮੋਦੀ ਅਜੀਤ ਡੋਵਲ ਸਾਰਾ ਰਨ ਕਰਨ ਵਾਲਾ ਉਹੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਭਾਵੇਂ ਦਾ ਏਜੰਸੀ ਹੈਜ਼ ਬੀਨ ਸੁਪਰ ਕੇਅਰਫੁਲ ਅਬਾਊਟ ਇਟਸ ਆਪਰੇਸ਼ਨਸ ਇਨ ਵੈਸਟ ਸੈਡ ਲੈਵੀ, while ਰਾਹ ਹੈਜ਼ ਅਰੇਂਜਡ ਦਾ ਮੂਵਮੈਂਟ ਆਫ ਕੈਸ਼, weapons and men to other locations from Europe, direct action was reserved for South Asia and South। ਕਿ ਹੁਣ ਤੱਕ ਰਾਹ ਦਾ ਡਾਇਰੈਕਟ ਐਕਸ਼ਨ ਉੱਥੇ ਬਾਹਰ ਕਹਿੰਦੇ ਅਸੀਂ ਪੈਸਾ ਵੀ ਇਸਤੇਮਾਲ ਕੀਤਾ, ਬੰਦੇ ਵੀ, ਵੈਪਨ ਵੀ ਉਹ ਅਸੀਂ ਬਾਹਰ ਕਰਦੇ ਸੀ। ਇਹ ਡਾਇਰੈਕਟ ਟਾਰਗੇਟ ਕਿਲਿੰਗ ਉੱਥੇ ਹੀ ਕਰਦੇ ਸੀ। ਰਾਹ ਆਪਰੇਟਸ ਫਰੋਮ ਏ ਡਰੈਬ ਆਫਿਸ ਕੰਪਲੈਕਸ ਵਿਦ ਨੋ ਸਿਗਨਲਸ ਇਨ ਸੈਂਟਰਲ ਦਿੱਲੀ। Reuters was unable to determine specific about the agency's operations such as its budget and its size। Reuters ਨੇ ਕਿਹਾ ਜੀ ਕਿ ਵੀ ਉਹ ਬਿਲਕੁਲ ਇਹਦੇ ਉੱਤੇ ਇੱਕ ਬਲੈਂਕ ਹੈ, ਇਹਨਾਂ ਦਾ ਬਜਟ ਕਿੰਨਾ ਹੈ, ਕਿੰਨਾ ਸਾਈਜ਼ ਹੈ। ਹੁਣ ਅਮਰੀਕਾ ਦੀ ਜਿਹੜੀ ਖੁਫੀਆ ਏਜੰਸੀ ਦੁਨੀਆ 'ਚ ਆਪਰੇਟ CIA ਕਰਦੀ ਹੈ, ਉਹਦੀ ਇੱਕ ਪੂਰੀ ਉਹਨਾਂ ਦੀ ਇੱਕ CIA ਆਨਸਰੇਬਲ ਹੈ, ਉਹਨਾਂ ਦਾ ਬਜਟ ਹੈ। ਉਹਨਾਂ ਸੈਨੇਟ ਕਮੇਟੀ ਦੇ ਵਿੱਚ ਟਾਪ ਇੰਟੈਲੀਜੈਂਸ ਕਮੇਟੀ ਉਹਨਾਂ ਨੂੰ ਬਰੀਫ ਕੀਤਾ ਜਾਂਦਾ ਹੈ ਕੋਈ ਵੀ ਆਪਰੇਸ਼ਨ। ਔਰ ਅਮਰੀਕਾ 'ਚ ਵੀ CIA CIA ਵੀ ਟਾਰਗੇਟ ਕਿਲਿੰਗ ਕਰਦੀ ਰਹੀ, ਲੇਕਿਨ ਕਾਫੀ ਸਮਾਂ ਪਹਿਲਾਂ ਇਸ 'ਤੇ ਪਾਬੰਦੀ ਹੈ ਕਿ CIA ਕੋਈ ਟਾਰਗੇਟ ਕਿਲਿੰਗ ਨਹੀਂ ਕਰੇਗੀ। ਔਰ ਉੱਥੇ ਆਨਸਰੇਬਿਲਿਟੀ ਹੈ, ਅਕਾਊਂਟੇਬਿਲਿਟੀ ਹੈ। ਇੱਥੇ ਕੋਈ ਉਹਨਾਂ ਦਾ ਬਜਟ ਕਿੰਨਾ ਹੈ, ਸਾਈਜ਼ ਕਿੰਨਾ ਹੈ, ਕੌਣ ਹੈਡ ਕਰਦਾ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ ਇੰਦਰਾ ਗਾਂਧੀ ਨੇ ਪਹਿਲਾਂ 47 ਦੇ ਵਿੱਚ ਇੰਟੈਲੀਜੈਂਸ ਬਿਊਰੋ ਹੀ ਹੁੰਦਾ ਸੀ, ਇਸ ਲਈ ਪਾਕਿਸਤਾਨ 'ਚ ਵੀ ਇੰਟੈਲੀਜੈਂਸ ਬਿਊਰੋ ਅੰਗਰੇਜ਼ਾਂ ਦੇ ਜ਼ਮਾਨੇ ਦਾ। 1960ਵਿਆਂ ਦੇ ਐਂਡ ਤੱਕ ਪਹੁੰਚਦੇ ਆ ਇੰਟੈਲੀਜੈਂਸ ਬਿਊਰੋ ਦੇ ਸਿਲੈਕਟ ਆਫੀਸ਼ੀਅਲਸ ਨੂੰ ਕੱਢ ਕੇ ਰਾਹ ਖੁਫੀਆ ਏਜੰਸੀ ਜਿਹਨੂੰ
RN कौर कश्मीरी पंडित जिन्हें काउ बॉयज़ ਜਿਹੜੀ ਹੈ ਕਿਤਾਬ ਵੀ ਲਿਖੀ ਹੈ ਉਹ ਇਹਨਾਂ ਨੇ ਰਾਹ ਬਣਾਈ ਸੀ। ਫਿਰ ਉਹਨਾਂ ਚੋਂ ਵੀ ਅੱਗੋਂ ਥਰਡ ਏਜੰਸੀ ਕੱਢੀ ਜਿਹਨੇ ਸਿੱਖਾਂ ਦੇ ਖਿਲਾਫ ਜਿਹੜੀ ਟੋਟਲ ਵਾਰ ਅਨਡਿਕਲੇਅਰਡ ਔਰ ਦਰਬਾਰ ਸਾਹਿਬ ਤੇ ਹਮਲਾ, ਇਹ ਉਹਨੇ ਹੀ RN ਕੌਰ ਦਾ ਮਾਸਟਰਮਾਈਂਡ ਸੀ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਜਿਹਦੇ ਬਜਟ ਦਾ ਕੋਈ ਨਹੀਂ ਹੈ, 1968 ਚ ਇੰਟੈਲੀਜੈਂਸ ਬਿਊਰੋ ਤੋਂ ਇਹਨੂੰ ਅੱਡ ਕੀਤਾ। ਔਰ ਇਹ ਜਿਹੜੀ ਹੈ ਇਸ ਸਾਰੇ ਚ ਉਹਨਾਂ ਨੇ ਕਿਹਾ ਕਿ ਇੱਕ ਰਿਟਾਇਰਡ ਆਫੀਸ਼ੀਅਲ ਨੇ ਰॉयटर ਨੂੰ ਦੱਸਿਆ कि Raj political masters is in Modi government demanded that it expands its presence, significance and capabilities। कि मोदी दे हुंदे उन्होंने कहा जी इन्हू तुसी दुनिया भर च फैलाओ। और ये जिहड़ा मोदी ने बड़ा कॉन्फिडेंस दिता है सारे नू। और उन्होंने कहा कि भी जिन्ना हुण इन्हां नू पूरा फंडिंग और भरोसा और दूजा दिता गया, प्रीवियस गवर्नमेंट्स डिडंट ऑफर सफिशिएंट रिसोर्सिस एंड पोलिटिकल सपोर्ट। कि पिछलियां सरकारां ने ना कोई फंडिंग राह दी कीती इस लैवल दी, ना ही उन्होंने सियासी सपोर्ट दी। अंडर मोदी इंडियाज नैशनल सिक्योरिटी कमेटी हैज़ बिकम फार मोर प्रोएक्टिव इन टर्म्स ऑफ डिप्लोमेसी एंड डील मेकिंग बट आल्सो डायरैक्ट एक्शन एनालॉग एंड डिजिटल। द उन्होंने इंटैलीजेंस राइटर को कोट किया, उन्होंने कहा जी कल्ला यही नहीं कि डिप्लोमैटिकली है जो एस जयशंकर कर रहे हैं, उन्होंने कहा जी एग्रैसिव हिट भी जिथे मर्जी जाके तुसी हिट करो। और ये उन्होंने कहा कि भी ये हुण भावें इंडियन एजेंसियां ने अपना दायरा वधाया बट जिहदे च ऑपरेट करते हैं, बट इट हैज़ नॉट कैप्ट पेस विद हाउ मॉडर्न डेमोक्रेसीज मैनेज एस्पाइनेज ऑपरेशंस। कि भी इस गल की इन्हां नूं अकल नहीं है कि ये जिहड़ी एस्पाइनेज तुसी इस किस्म दी जसूसियां और हिटिंग करते हो, ਇਹਨੂੰ ਉਹਦੇ ਨਾਲ ਤੁਸੀਂ ਪੀਸ ਰੱਖ ਕੇ ਕਿਵੇਂ ਮੈਨੇਜ ਕਰਨਾ ਹੈ। ਔਰ ਉਹਨਾਂ ਨੇ ਕਿਹਾ ਰਾ ਵਾਸ ਕ੍ਰੀਏਟਡ ਅੰਡਰ ਏ ਗਵਰਨਮੈਂਟ ਆਰਡਰ ਵਿਦ ਨੋ ਫਾਰਮਲ ਪਾਰਲੀਮੈਂਟਰੀ ਔਰ ਕਨਸਟੀਟਿਊਸ਼ਨਲ ਬੈਕਿੰਗ ਐਂਡ ਇਜ਼ ਐਗਜ਼ੈਂਪਟ ਫਰੋਮ ਲੈਜਿਸਲੇਟਿਵ ਓਵਰਸਾਈਟ। ਔਰ ਉਹਨਾਂ ਨੇ ਕਿਹਾ ਜੀ ਕਿਉਂਕਿ ਕੋਈ ਪਾਰਲੀਮੈਂਟ ਜਵਾਬਦੇਹੀ ਨਹੀਂ ਹੈ, ਉਹ ਸਿੱਧਾ ਪ੍ਰਾਈਮ ਮਿਨਿਸਟਰ ਨੂੰ ਜਵਾਬਦੇਹੀ ਹੈ। ਅਜੀਤ ਡੋਵਲ ਮੋਦੀ ਡਿਸਾਈਡ ਕਰਦੇ ਨੇ ਵੀ ਕਿਹਨੂੰ ਕਿੱਥੇ ਚੱਕਣਾ ਹੈ, ਕਿਹਨੂੰ ਕਿੱਥੇ ਰੱਖਣਾ ਹੈ। This means there is less oversight and fewer legal hurdles. A real command and control is centralized with the Prime Minister। मतलब हुण अल्टीमेटली ये मोदी दे खाते च पेगा कि भाई उही सारा करता धरता है, अजीत डोवल है। और असीं समझते हैं कि भी ये एक बहुत ये रॉयटर दी स्टोरी ने जिहड़ा जिन्हां गल्लां दा पता है, लेकिन जदों असीं टाइमिंग देख रहे हैं और उत्थों ये ओरिजिनेट हुंदी है। और ये गल असी अज ही मेरी जिहड़ा सब तो पुराना अमरीका दा सिख गुरुद्वारा है पैसिफिक कोस्ट खालसा दीवान सोसाइटी स्टॉकटन, और ये वो गुरुद्वारा साहब है जिथे पिछले समय दे विच खालिस्तान दा झंडा भी लहराया गया, उत्थे निशान साहब भी लहराया होया है, खालिस्तान दा झंडा भी है, गदरी बाबियां दा गुरुद्वारा ये वजदा है। और इस वेले खालिस्तानी एक्टिविटी ਦਾ ਉਹ ਸੈਂਟਰ ਹੈ। ਔਰ ਅਕਸਰ ਅਸੀਂ ਤੁਸੀਂ ਵੀ ਗਏ ਹੋ ਜਦੋਂ ਉਹਨਾਂ ਦਾ ਖਾਲਸਾ ਸਾਜਨਾ ਦਿਵਸ ਪੈਰੇਡ ਹੁੰਦੀ ਹੈ। ਔਰ ਉਹਨਾਂ ਦੇ ਪ੍ਰੈਜ਼ੀਡੈਂਟ ਸਰਦਾਰ ਰਵਿੰਦਰ ਸਿੰਘ ਰਿੰਪੀ ਜਿਨ੍ਹਾਂ ਨੂੰ ਪਿਆਰ ਨਾਲ ਕਹਿੰਦੇ ਨੇ, ਉਹਨਾਂ ਨਾਲ ਅੱਜ ਹੀ ਮੇਰੀ ਗੁਫ਼ਤਗੂ ਹੋਈ। ਉਹਨਾਂ ਨੇ ਇੱਕ ਪਿਕਚਰ ਵੀ ਜਿਹੜੀ ਇੰਡੀਅਨ ਰਾ ਏਜੰਟ ਦੀ ਜਿਹੜੀ ਗੁਰਦੁਆਰੇ ਦੇ ਕੈਮਰੇ CCTV ਕੈਮਰੇ ਤੇ ਆਈ, ਔਰ ਉਹਨਾਂ ਨੇ ਇਹ ਪੂਰੇ ਵੇਰਵੇ ਨਾਲ ਦੱਸਿਆ। ਉਹਨਾਂ ਨੇ ਕਿਹਾ ਜੀ ਸਾਨੂੰ ਕੋਈ ਡਰ ਨਹੀਂ ਹੈ, ਕਿਉਂਕਿ ਮੈਨੂੰ ਤਾਂ ਉਹ ਕਹਿੰਦੇ ਵੀ ਅਸੀਂ ਆਲਰੇਡੀ ਇਹ ਸਾਰੀ ਸਟੋਰੀ ਕਿਉਂਕਿ FBI ਦੇ ਕੋਲ ਵੀ ਹੈ ਤੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਭਾਈ ਇਹਨਾਂ ਦੀ ਕਿਸ ਲੈਵਲ ਦੀ ਇੰਟਰਫੇਰੈਂਸ ਰਹੀ ਹੈ। ਉਹਨਾਂ ਨੇ ਕਿਹਾ ਵੀ ਕੁਝ ਮਹੀਨੇ ਪਹਿਲਾਂ ਤੱਕ ਮੈਨੂੰ ਕਾਲ ਕਰਕੇ, ਕਿਉਂਕਿ ਐਕਟੀਵਿਟੀ ਜਦੋਂ ਨਿਸ਼ਾਨ ਸਾਹਿਬ ਵੀ ਲਹਿਰਾਇਆ ਔਰ ਦੂਜਾ ਵੀ ਉਹਨਾਂ ਦੇ ਕੌਂਸੂਲੇਟ ਚੋਂ ਇਹ ਕਹਿੰਦੇ ਰਹੇ ਕਿ ਜੀ ਤੁਸੀਂ ਦੱਸੋ ਅਸੀਂ ਤੁਹਾਡੇ ਲਈ ਕੀ ਕਰ ਸਕਦੇ ਹਾਂ, ਤੁਹਾਨੂੰ ਅਸੀਂ 5 ਵੀਜ਼ੇ, ਤੁਹਾਡੇ ਕੋਈ ਰਿਸ਼ਤੇਦਾਰ ਜਾਂ ਕੋਈ ਵੀ ਉੱਥੋਂ ਆਉਣਾ ਚਾਹੁਣ ਤੇ ਅਸੀਂ ਅਮਰੀਕਾ ਦੇ 5 ਵੀਜ਼ੇ ਅਰੇਂਜ ਕਰ ਸਕਦੇ ਹਾਂ ਉਹਨਾਂ ਦੇ ਲਈ, ਇੱਥੇ ਅਸੀਂ ਸੈਟਲ ਵੀ ਕਰ ਦਿਆਂਗੇ, ਬਿਜ਼ਨੈਸਿਸ ਵੀ ਜਿਹੜੀਆਂ ਨੇ ਐਸਟੈਬਲਿਸ਼ ਕਰ ਦਿਆਂਗੇ। ਔਰ ਉਹਨਾਂ ਨੇ ਕਿਹਾ ਵੀ ਅਸੀਂ ਉਹਨਾਂ ਨੂੰ ਕੋਈ ਮੂੰਹ ਤਾਂ ਕੀ ਲਾਉਣਾ ਸੀ, ਉਹ ਮਿਲਣਾ ਵੀ ਚਾਹੁੰਦੇ ਸੀ। ਬਟ ਇਵੈਂਚੁਅਲੀ ਈਵਨ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਬਾਅਦ ਇਹ ਜਿਹੜਾ ਇਹਨਾਂ ਦਾ ਆਪਰੇਟਿਵ ਹੈ ਮੇਨ, ਉਹਨੇ ਜ਼ਿੱਦ ਕੀਤੀ ਕਮੇਟੀ ਦੇ ਹੋਰ ਨੂੰ ਵੀ ਕਿ ਵੀ ਮਿਲਣਾ ਚਾਹੁੰਦੇ ਹੈ। ਔਰ ਉਹਨਾਂ ਨੇ ਕਿਹਾ, ਕਹਿੰਦੇ ਦੇਖੋ ਇਹ ਕਿਸ ਕਿਸਮ ਦੇ ਇਹ ਘਾਗ ਆਪਰੇਟਰ ਨੇ ਕਿ 23 CCTV ਕੈਮਰੇ ਲੱਗੇ ਹੋਏ ਨੇ ਗੁਰਦੁਆਰਾ ਕੰਪਲੈਕਸ ਦੇ ਵਿੱਚ। ਇਹ ਆਪਣੇ ਸਰਕਾਰੀ ਗੱਡੀ ਦੇ ਵਿੱਚ ਬਹੁਤ ਪਿੱਛੇ
ਡਰਾਈਵਰ ਨੂੰ ਔਰ ਪਿੱਛੇ ਖੜਾ ਕਰਕੇ ਕੱਲਾ ਆਇਆ ਔਰ 23 ਚੋਂ 22 ਕੈਮਰਿਆਂ ਦੇ ਸਾਹਮਣੇ ਇਹਦੀ ਪਿੱਠ ਹੈ, ਕਿਉਂਕਿ ਇਹਨੂੰ ਇਸ ਗੱਲ ਦਾ ਇਸ ਤੋਂ ਪਹਿਲਾਂ ਰੇਕੀ ਕੀਤੀ ਹੋਣੀ ਹੈ ਵੀ ਕਿੱਥੇ ਹੈ, ਕਹਿੰਦੇ ਮਿਲਣਾ ਉਹ ਕਿਤੇ ਹੋਰ ਚਾਹੁੰਦਾ ਹੋਣਾ। ਉਹਨੂੰ ਕਿਹਾ ਵੀ ਨਹੀਂ, ਜਿਹੜੇ ਇੱਕ ਜਾਂ ਦੋ ਸੀ ਸੱਜਣ ਜਿਨ੍ਹਾਂ ਨੇ ਕਿਹਾ ਵੀ ਚੱਲ ਤਾਂ ਇਹਦੇ ਨਾਲ ਗੱਲ ਕਰ ਲੈਨੇ, ਤੂੰ ਆ ਜਾ। ਔਰ ਇੱਕ ਜੋ ਦਰਸ਼ਕ ਉਹ ਦੇਖ ਸਕਦੇ ਨੇ ਉਸ ਪਿਕਚਰ ਨੂੰ ਕਿ ਵੀ ਉਹ ਜਿਹੜਾ ਹੈ ਉਸ ਦੇ ਵਿੱਚ ਆ ਕੇ ਉਹੀ ਪਾਰਟ ਕਿ ਜੀ ਦੇਖੋ ਅਸੀਂ ਤੁਹਾਡੀ ਮਦਦ ਕਰਨਾ ਚਾਹੁੰਦੇ ਹਾਂ, ਤੁਹਾਨੂੰ ਦੱਸੋ ਕੋਈ ਅਸੀਂ ਇਨਵੈਸਟਮੈਂਟ ਕੋਈ ਗੁਰਦੁਆਰਿਆਂ ਨੂੰ ਅਸੀਂ ਵੱਡਾ ਅਮਾਉਂਟ ਵੀ ਡੋਨੇਟ ਕਰਾਂਗੇ ਔਰ ਇੱਥੇ ਤੁਸੀਂ ਆਪਣਾ ਕੀਰਤਨ ਕਰੋ, ਆਪਣਾ ਕਰੋ, ਇਹ ਕੰਮ ਖਾਲਿਸਤਾਨ ਦਾ ਛੱਡੋ ਔਰ ਇਹ ਸਾਰੇ ਨੂੰ। ਔਰ ਇਹ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਬਾਅਦ ਔਰ ਉਹਨਾਂ ਨੇ ਕਿਹਾ ਵੀ ਕਿਉਂਕਿ ਜਦੋਂ ਫਿਰ 18 ਸਤੰਬਰ ਨੂੰ ਆਲਰੇਡੀ ਜਸਟਿਨ ਟਰੂਡੋ ਨੇ ਐਕਸਪੋਜ਼ ਕਰਤਾ। ਸੋ ਕਹਿਣ ਦਾ ਮਤਲਬ ਇਹ ਹੈ ਕਿਉਂਕਿ ਇਹ ਉਹਨਾਂ ਨੇ ਜ਼ਿੰਮੇਵਾਰੀ ਨਾਲ ਉਹਨਾਂ ਨੇ ਕਿਹਾ ਜੀ ਤੁਸੀਂ ਮੇਰਾ ਨਾਂ ਲੈ ਕੇ, ਉਹਨਾਂ ਨੇ ਕਿਹਾ ਫਿਰ ਜਦੋਂ ਇਹ ਆਫਰ ਵੀ ਕਰ ਰਹੇ ਸੀ ਤਾਂ ਧਮਕੀਆਂ ਵੀ ਉਹਨਾਂ ਦੀਆਂ ਬਰਾਬਰ ਸੀ ਨਾਲ ਕਿ ਜੀ ਪਿੱਛੇ ਸਾਨੂੰ ਪਤਾ ਹੈ ਤੁਹਾਡਾ ਕੀ ਹੈ, ਜ਼ਮੀਨ ਕੀ ਹੈ, ਦੂਜਾ ਕੀ ਹੈ, ਵੀਜ਼ੇ ਇੱਧਰ ਉੱਧਰ ਜੋ ਉਹਨਾਂ ਦਾ ਹੁੰਦਾ ਹੈ। ਔਰ ਫਾਈਨਲੀ ਮਤਲਬ ਉਹ ਖੁਦ ਆ ਕੇ ਉਸ ਲੈਵਲ ਦੇ ਉੱਤੇ ਇਹਨਾਂ ਦੀ ਡੇਅਰ ਡੈਵਲਰੀ, ਐਵੇਂ ਨਹੀਂ ਅਮਰੀਕਨ FBI ਨੇ ਜਦੋਂ ਬਿਲਕੁਲ ਔਰ ਹੋਣਾ ਇਹ ਹੈ ਕਿ ਵੀ ਉਹ ਆਪਣੇ ਵੱਲੋਂ ਤਾਂ ਸਮਝ ਰਹੇ ਹੋਣੇ ਨੇ ਕਿ ਜੀ ਹੁਣ ਇੰਨੀ ਦਿਲਵਦੀ ਹੈ, ਜਿਵੇਂ ਰਾਇਟਰ ਦੀ ਸਟੋਰੀ ਹੈ ਕਿ ਵੀ ਤੁਸੀਂ ਉੱਥੋਂ ਜੋ ਕੰਮ ਪਾਕਿਸਤਾਨ, ਬੰਗਲਾਦੇਸ਼, ਨੇਪਾਲ ਜਾਂ ਸ੍ਰੀਲੰਕਾ 'ਚ ਕਰਦੇ ਸੀ ਤੁਸੀਂ ਇੰਨਾ ਐਕਸਪੈਂਡ ਕੀਤਾ, ਤੁਹਾਨੂੰ ਲੱਗਾ ਜੀ ਇੱਥੇ ਕੋਈ ਨਹੀਂ। ਪਰ ਉਹ ਜਿਹੜੀ ਹਿਊਮਨ ਇੰਟੈਲੀਜੈਂਸ ਐਂਡ ਸਿਗਨਲ ਹੈ ਮੋਨੀਟਰ ਉਹ ਵੀ ਕਰ ਰਹੇ ਸੀ, ਫਿਰ ਉਹਨਾਂ ਨੇ ਸਿਗਨਲ ਵੀ ਕੈਚ ਕੀਤੇ ਹੋਣੇ ਨੇ ਵੀ ਉੱਥੋਂ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਬਾਅਦ ਇਧਰੋਂ ਇਹਨਾਂ ਨੂੰ ਆਇਆ ਕਿ ਜੀ ਆਹ ਬੰਦੇ ਐਲੀਮੀਨੇਟ ਕਰ ਦਿਓ, ਜਿਹਦੇ ਚੋਂ ਜਿਹੜਾ ਉਹਨਾਂ ਨੇ 4 ਦਿਨ ਬਾਅਦ ਜਿਵੇਂ ਅਸੀਂ ਜ਼ਿਕਰ ਕੀਤਾ ਕਿ 18 ਤਰੀਕ ਨੂੰ 18 ਸਤੰਬਰ ਨੂੰ ਜਸਟਿਨ ਟਰੂਡੋ ਜਿਹੜੇ ਨੇ ਉਹ ਐਲਾਨ ਕਰਦੇ ਨੇ, 22 ਤਰੀਕ ਨੂੰ ਸਾਨੂੰ ਵੀ ਵਾਰਨਿੰਗ ਆਉਂਦੀ। ਔਰ ਉਹੀ ਪੀਰੀਅਡ ਹੈ ਕਿਉਂਕਿ ਉਦੋਂ ਤੱਕ ਜਿਹੜਾ ਉਹ FBI ਦੇ ਕੋਲ ਪੂਰੀ ਪਿਕਚਰ ਸੀ। ਔਰ ਇਹ ਵੀ ਹੈ ਵੀ ਜਿਹੜਾ ਰਾਹ ਦਾ ਸਟੇਸ਼ਨ ਹੈਡ ਹੈ ਇੱਥੋਂ ਕੱਢਿਆ ਗਿਆ ਹੋਇਆ ਔਰ ਨਵਾਂ ਜਿਹੜਾ ਹੈ ਉਸ ਦੇ ਅਜੇ ਤੱਕ ਅਮਰੀਕਾ ਨੇ ਕ੍ਰੈਡੈਂਸ਼ੀਅਲ ਮਨਜ਼ੂਰ ਨਹੀਂ ਕੀਤੇ। ਸੋ ਅਸੀਂ ਸਮਝਦੇ ਹਾਂ ਕਿ ਇਹ ਗੱਲਾਂ ਜਿਹੜੀਆਂ ਲੰਬੇ ਵਕਤ ਤੋਂ ਜਿਹੜੀ ਗੱਲ ਸੌਫਟ ਟਾਰਗੇਟ ਦੇ ਜਰਨਲਿਸਟ ਨੇ 70ਵਿਆਂ ਤੋਂ ਕਹੀ ਸੀ, ਅੱਧੀ ਸਦੀ ਤੋਂ, ਹੁਣ ਜੇ ਰਾਈਟਰ ਲੈਵਲ ਦੇ ਉੱਤੇ ਜਾਂ ਦੂਸਰੇ ਸਾਹਮਣੇ ਆ ਰਿਹਾ ਕਿ ਕਿਵੇਂ ਆਪਰੇਟ ਕਰਦੇ ਨੇ। ਸੋ ਅਸੀਂ ਸਮਝਦੇ ਹਾਂ ਕਿ ਕੋਈ ਡਰਨ ਘਬਰਾਉਣ ਦੀ ਲੋੜ ਨਹੀਂ ਹੈ। ਜਿੱਥੇ ਵੀ ਤੁਹਾਨੂੰ ਕੋਈ ਸ਼ੱਕੀ ਹਾਲਾਤ 'ਚ ਕੋਈ ਇਨਸਾਨ ਗੁਰਦੁਆਰੇ ਦੇ ਸਰਾਊਂਡਿੰਗ 'ਚ ਅਦਰਵਾਈਜ਼ ਕਮਿਊਨੀਕੇਟ ਕਰਦਾ ਹੈ, ਉਹਨਾਂ ਦੀ ਪ੍ਰਕਾਟ ਰਿਪੋਰਟ ਕਰੋ FBI ਨੂੰ। ਹੁਣ ਕਿਉਂਕਿ ਡਿਫਰੈਂਟ ਕਾਂਗਰਸਮੈਨ ਨੇ ਇਸ ਦੇ ਉੱਤੇ ਪੋਜੀਸ਼ਨ ਲਈ ਹੈ, ਇਹ ਬਿਲਕੁਲ ਕਲੀਅਰ ਹੈ ਕਿ ਇੰਡੀਅਨ ਏਜੰਸੀਆਂ ਐਵੇਂ ਨਹੀਂ, ਅਮਰੀਕਨ ਸਟੇਟ ਡਿਪਾਰਟਮੈਂਟ, ਵਾਈਟ ਹਾਊਸ, ਉਹਨਾਂ ਦਾ ਸਟ੍ਰੈਟੇਜਿਕ ਕਮਿਊਨੀਕੇਸ਼ਨ ਦੇ ਡਾਇਰੈਕਟਰ ਰਿਪੀਟਡਲੀ ਸੀਰੀਅਸ ਚਾਰਜ ਇਨਵੈਸਟੀਗੇਟ, ਕਿਉਂਕਿ ਉਹਨਾਂ ਨੂੰ ਇਹ ਨਜ਼ਰ ਆ ਗਿਆ ਕਿ ਭਾਈ ਇਹ ਇਕੱਲਾ ਕੈਨੇਡਾ ਲੈਵਲ ਤੇ ਗੱਲ ਨਹੀਂ ਰਹੀ, ਇਹ ਤਾਂ ਅਮਰੀਕਾ 'ਚ ਆ ਕੇ, ਔਰ ਇਹ ਸਟਾਕਟਨ ਦੀ ਉਦਾਹਰਣ ਆਪਣੇ ਆਪ ਦੇ ਵਿੱਚ ਇੱਕ ਸਬੂਤ ਹੈ ਕਿ ਕਿਸ ਹੱਦ ਤੱਕ ਇਹਨਾਂ ਦੀ ਇਨਫਿਲਟ੍ਰੇਸ਼ਨ ਸਾਡੇ ਇੱਥੋਂ ਦੇ ਜਿਹੜੇ ਕੰਮਕਾਰ ਦੇ ਵਿੱਚ ਵੀ ਹੈ। ਬਿਲਕੁਲ ਜੀ, ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ ਵਿਊਅਰਸ ਤੋਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। ਸਿੱਖ ਸੁਸਾਇਟੀ ਆਫ ਇੰਡੀਆਨਾ ਵੱਲੋਂ ਮਿਡਵੈਸਟ ਦੀਆਂ ਸਮੂਹ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 9ਵਾਂ ਸਾਲਾਨਾ ਨਗਰ ਕੀਰਤਨ 7 ਅਕਤੂਬਰ 2023 ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਕੱਢਿਆ ਜਾ ਰਿਹਾ ਹੈ। ਨਗਰ ਕੀਰਤਨ ਵਾਰ ਮੈਮੋਰੀਅਲ ਪਾਰਕ ਇੰਡੀਅਨੈਪੋਲਿਸ ਵਿਖੇ ਕੱਢਿਆ ਜਾਵੇਗਾ ਅਤੇ ਉਪਰੰਤ ਉੱਥੇ ਹੀ ਸਟੇਜ ਲਗਾਈ ਜਾਵੇਗੀ। ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਆਪ ਸਭ ਨੂੰ ਇਸ ਨਗਰ ਕੀਰਤਨ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਰੀਅਲਟੀ ਸਰਵਿਸ ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਤੋਂ ਸਾਡੇ ਵੀਰ ਸਰਦਾਰ ਸੁਵਿੰਦਰ ਸਿੰਘ ਥਾਂਦੀ ਜੀ ਨੇ ਲਿਖਿਆ ਹੈ ਕਿ ਕਿਵੇਂ ਭਾਰਤੀ ਖੁਫੀਆ ਏਜੰਸੀਆਂ ਸਿੱਖ ਕੌਮ ਨੂੰ ਪੋਲਰਾਈਜ਼ ਕਰਕੇ ਨਿਸ਼ਾਨੇ ਤੋਂ ਭਟਕਾਉਣ ਦਾ ਯਤਨ ਹੈ ਉਹ ਕਰ ਰਹੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਚੱਲ ਰਿਹਾ? ਦੇਖੋ, ਅਸੀਂ ਉਹਨਾਂ ਆਪਣੇ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਸਾਨੂੰ ਆਪਣੀ ਇਨਪੁਟ ਦਿੰਦੇ ਨੇ। ਬਹੁਤ ਸਾਰੇ
ਮੈਸੇजेस ਈਮੇਲਸ ਵੀ ਨੇ ਜੀ ਯੂਆਰ ਸ਼ਾਹ ਸਾਹਿਬ ਦੀਆਂ ਵੀ 2 ਲਿਖਤਾਂ ਸਾਡੇ ਕੋਲ ਨੇ। ਇਸੇ ਤਰ੍ਹਾਂ ਸਾਡੇ ਵੀਰ ਧਾਲੀਵਾਲ ਉਹ ਵੀ ਲਗਾਤਾਰਤਾ ਨਾਲ ਉਹਨਾਂ ਨੂੰ ਕੱਲ ਦਾ ਸਾਡਾ ਸੈਗਮੈਂਟ ਜਿਹੜਾ ਰਾਹੁਲ ਗਾਂਧੀ ਵਰਸਸ ਗਲਾਸਗੋ ਗੁਰਦੁਆਰਾ ਇਨਸੀਡੈਂਟ ਉਹ ਬਹੁਤ ਪਸੰਦ ਆਇਆ। ਜੀ ਇਸੇ ਤਰ੍ਹਾਂ ਸਾਡੇ ਵੀਰ ਪ੍ਰਵਿੰਦਰ ਸਿੰਘ ਨਲਵਾ ਉਹਨਾਂ ਨੇ ਜਿਹੜੇ ਕੈਨੇਡੀਅਨ ਮੀਡੀਆ 'ਚ ਬਾਇਸਡ ਇੱਕ ਆਰਟੀਕਲ ਹੈ ਉਸ ਦੇ ਉੱਤੇ ਉਹਨਾਂ ਨੇ ਕਾਫੀ ਡੀਟੇਲ ਕਮੈਂਟ ਲਿਖਿਆ। ਅਸੀਂ ਸਾਰਿਆਂ ਨੂੰ ਐਪਰੀਸ਼ੀਏਟ ਕਰਦੇ ਹਾਂ ਕਿ ਘੱਟੋ ਘੱਟ ਇਸ ਵੇਲੇ ਸਿੱਖ ਸੋਚਵਾਨ ਜਿਹੜੇ ਨੇ ਇਸ ਪਾਸੇ ਸੋਚਦੇ ਨੇ ਔਰ ਇਸ ਮੁੱਦੇ ਦੇ ਉੱਤੇ ਜੋ ਚੱਲ ਰਿਹਾ ਹੈ ਇਸ ਦੇ ਉੱਤੇ ਸਾਨੂੰ 2 ਦਿਨ ਪਹਿਲਾਂ ਦੀ ਇਹ ਲਿਖਤ ਹੈ ਵੀਰ ਸਵਿੰਦਰ ਸਿੰਘ ਜਿਹੜੀ ਹੈ ਉਹਨਾਂ ਦੇ ਇਸ ਦੇ ਉੱਤੇ ਐਂਬੀਗੁਇਟੀ ਇਜ਼ ਦਾ ਨੈਕਸਟ ਵੈਪਨ ਆਫ ਚੋਇਸ ਕਿ ਵੀ ਇਹ ਇੰਡੀਅਨ ਕੀ ਕਰ ਔਰ ਇਹ ਕਿਉਂਕਿ ਸਾਡੇ ਵੀਰ ਬੜੇ ਫਾਰਸਾਈਟਡ ਨੇ ਹਰ ਚੀਜ਼ ਨੂੰ ਜਿਹੜਾ ਸਿੱਖ ਨੁਕਤਾ ਨਿਗਾਹ ਤੋਂ ਸਮਝਦੇ ਨੇ ਇੰਟਰਨੈਸ਼ਨਲ ਪੋਲਿਟਿਕਸ ਨੂੰ ਸਮਝਦੇ ਨੇ ਔਰ ਅਬਵ ਆਲ ਬ੍ਰਾਹਮਣ ਦੇ ਮਾਈਂਡ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ। ਸੋ ਉਹਨਾਂ ਨੇ ਇਸ ਦੇ ਭਾਵੇਂ 2 ਪਾਰਟ ਨੇ। ਇੱਕ ਤਾਂ ਜਿਵੇਂ ਈਵਨ ਗੁਰਦਾਸ ਮਾਨ ਦਾ ਕੈਨੇਡਾ ਟੂਰ ਨਵੰਬਰ ਦੇ ਉਹਨਾਂ ਦਿਨਾਂ ਦੇ ਵਿੱਚ ਹੀ ਜਦੋਂ ਨਸਲਕੁਸ਼ੀ ਹੋਈ ਹੈ ਔਰ ਇਹ ਵੀ ਜਿਹੜੀ ਡਿਸਟਰੈਕਸ਼ਨ ਕਿ ਜਦੋਂ ਵੀ ਕੋਈ ਹੋਰ ਹੋ ਰਿਹਾ ਕੁਝ ਫੋਕਸ ਹੋ ਰਿਹਾ ਤੁਸੀਂ ਐਸਾ ਕੁਝ ਕਰੋ ਕਿ ਜਿਹੜਾ ਉਹ ਧਿਆਨ ਦੂਜੇ ਪਾਸੇ ਜਾਏ। ਪਰ ਮੈਂ ਉਹ ਸੈਕੰਡ ਪਾਰਟ ਨੂੰ ਤਾਂ ਨਹੀਂ ਟੱਚ ਕਰਾਂਗਾ। लेकिन एम्बीगुइटी द वैपन ऑफ चॉइस बाय इंडिया टू पोलराइज द खालिस्तान मूवमेंट कि एम्बीगुअस ਹੁੰਦਾ ਹੈ ਕਿ ਵੀ ਤੁਸੀਂ ਇਧਰਲਾ ਵੀ ਉਧਰ ਧਰੂਵੀਕਰਨ ਕਰਨ ਦੇ ਲਈ ਇਸ ਕਿਸਮ ਦਾ ਜਿਵੇਂ ਸਿੱਖ ਨੇ ਜੀ ਅੱਧੇ ਖਾਲਿਸਤਾਨੀ ਨੇ ਜੀ ਅੱਧੇ ਨਹੀਂ ਨੇ ਜੀ ਅੱਧੇ ਟਕਸਾਲੀ ਨੇ ਜੀ ਅੱਧੇ ਅਖੰਡ ਕੀਰਤਨੀ ਨੇ ਜੀ ਅਸੀਂ ਕਿਹੜੀ ਸਿੱਖੀ ਨੂੰ ਮੰਨੀਏ ਜੀ। ਜਿਹੜੇ ਲੋਕ ਇਸ ਕਿਸਮ ਦੀਆਂ ਗੱਲਾਂ ਕਰਦੇ ਨੇ ਉਹ ਭਗੌੜਾਪਨ ਨਹੀਂ ਹੁੰਦਾ ਲੇਕਿਨ ਇਹ ਇੱਕ ਐਂਬੀਗੁਇਟੀ ਜਿਹੜੀ ਹੈ ਉਹ ਇੱਕ ਵਿਚਕਾਰ ਅਨਸਰਟਨਟੀ ਖੜੀ ਕਰ ਦਿੰਦੀ ਹੈ ਔਰ ਤੁਸੀਂ ਜਦੋਂ ਤੱਕ ਤੁਹਾਡੀਆਂ ਅੱਖਾਂ ਆਪਣੇ ਨਿਸ਼ਾਨੇ ਦੇ ਉੱਤੇ ਫਿਕਸ ਨਹੀਂ ਹੁੰਦੀਆਂ ਔਰ ਤੁਸੀਂ ਉਸ ਰੇਸ ਨੂੰ ਉਵੇਂ ਨਹੀਂ ਦੌੜਦੇ ਤੁਸੀਂ ਕੁਝ ਹਾਸਲ ਨਹੀਂ ਕਰਦੇ ਤੁਸੀਂ ਦੁਚਿੱਤੀ ਦੇ ਵਿੱਚ ਦੁਬਿਧਾ ਦੇ ਵਿੱਚ ਔਰ ਡਿਵੀਜ਼ਨ ਦੇ ਵਿੱਚ ਹੁੰਦੇ ਹੋ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਖਾਲਿਸਤਾਨ ਇੰਡੀਪੈਂਡੈਂਸ ਰੈਫਰੈਂਡਮ ਦੇ ਨੈਕਸਟ ਫੇਜ਼ 29 ਅਕਤੂਬਰ ਨੂੰ ਕੈਨੇਡਾ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਔਰ ਇਸ ਵੇਲੇ ਸਿੱਖਾਂ ਦੇ ਜਿਹੜੀ ਖਬਰਾਂ ਨੇ ਉਹ ਗਲੋਬਲ ਹੈਡਲਾਈਨਸ ਨੇ ਮੇਜਰ ਮੀਡੀਆ ਪਲੇਟਫਾਰਮਸ ਤੇ ਖਾਸ ਤੌਰ ਤੇ ਜਦੋਂ PM ਟਰੂਡੋ ਜਿਹੜੇ ਨੇ ਉਹ ਹਾਊਸ ਆਫ ਕਾਮਨਸ ਖਲੋ ਕੇ ਉਹਨਾਂ ਨੇ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਮਾਮਲੇ 'ਚ ਇੰਡੀਆ ਦਾ ਕੀ ਰੋਲ ਹੈ ਇਸ ਨੂੰ ਹਾਈਲਾਈਟ ਕੀਤਾ। ਸ਼ੋਰਲੀ ਇੰਡੀਆਜ਼ ਪਲਾਨ ਆਫ ਹੌਗਿੰਗ ਦੈਟ ਲਾਈਮਲਾਈਟ ਆਫਟਰ G20 ਵਾਸ ਵੈਰੀ ਸ਼ਾਰਟ ਲਿਵਡ ਐਜ਼ ਸਿੱਖਸ ਐਂਡ ਦ ਖਾਲਿਸਤਾਨ ਰੈਫਰੈਂਡਮ ਮੂਵਮੈਂਟ ਬਿਕੇਮ ਦ ਸੈਂਟਰ ਪੀਸ ਆਫ ਐਵਰੀ ਕਨਵਰਸੇਸ਼ਨ ਕਿ ਜੋ G20 ਚੋਂ ਉਹਨਾਂ ਨੇ ਮੂਨ ਦੇ ਉੱਤੇ ਪਹੁੰਚ ਗਏ ਸੀ ਰੇੜਾ ਵੀ ਉੱਥੇ ਪਹੁੰਚਾ ਦਿੱਤਾ ਸੀ ਤੇ ਜਿਹੜੀ ਸਪਿਨ 'ਚ ਇਹਨਾਂ ਨੇ ਧਰਤੀ ਤੇ ਨਹੀਂ ਚੰਦਰਮਾ ਤੇ ਘੁੰਮਣਾ ਸੀ ਉਹ ਹੁਣ ਪਤਾਲ 'ਚ ਵੜ ਗਏ ਔਰ ਇਸ ਵੇਲੇ ਜਿਹੜਾ ਚਰਚਾ 'ਚ ਹੈ ਉਹ ਸਿੱਖਾਂ ਦੀ ਸੋਵਰਨਟੀ ਖਾਲਿਸਤਾਨ ਰੈਫਰੈਂਡਮ ਜਿਵੇਂ ਅਸੀਂ ਕੱਲ ਗੱਲ ਕੀਤੀ ਸੀ ਕਿ ਮਿਸਟਰ ਪਟੇਲ ਜਿਹੜਾ ਡਿਪਟੀ ਸਪੋਕਸਪਰਸਨ ਹੈ ਉਹਨੂੰ ਇਹਦੇ ਉੱਤੇ ਸਿੱਧਾ ਸਵਾਲ ਵੀ 에ਅਰਵਾਈ ਦੇ ਕੋਰਸਪੋਂਡੈਂਟ ਨੇ ਪੁੱਛਿਆ। ਉਹਨੇ ਕਿਹਾ ਜੀ ਫਸਟ ਅਮੈਂਡਮੈਂਟ ਦੇ ਥੱਲੇ ਨਾਨ ਗਵਰਨਮੈਂਟਲ ਰੈਫਰੈਂਡਮ ਹਰ ਇੱਕ ਨੂੰ ਹੱਕ ਹੈ ਕਰਨ ਦਾ। ਸੋ ਇਹ ਆਪਣੇ ਆਪ ਹੀ ਇੱਕ ਸੈਂਟਰਲ ਸਟੇਜ ਦੇ ਉੱਤੇ ਨੈਕਸਟ ਉਹਨਾਂ ਨੇ ਹੈਡਲਾਈਨ ਦਿੱਤੀ ਹੈ ਡੈਮੇਜ ਐਂਡ ਡਿਨਾਇਲ। PM Trudeau's remarks questioned India's ability to be trusted as a partner and ally as sovereignty of a Western power, a NATO and G7 member had been violated ਕਿ ਵੀ ਉਹ ਇਤਵਾਰ ਤਾਂ ਖਤਮ ਹੋ ਗਿਆ ਕਿ ਵੀ ਤੁਸੀਂ ਨੈਟੋ ਦਾ ਮੈਂਬਰ ਵੀ ਹੈ ਕਾਮਨਵੈਲਥ ਦਾ ਮੈਂਬਰ ਵੀ ਹੈ ਉਸ ਦੇ ਉੱਤੇ ਆ ਕੇ ਭਾਰਤ ਅਟੈਕ ਕਰਦਾ। Canada's accusations had done the damage and India was in denial mode to evade scrutiny। ਉਹ ਬਿਲਕੁਲ ਮੁੱਕਰ ਗਏ ਤਾਂ ਕਿ ਫਰਦਰ ਇਸ ਮਾਮਲੇ ਦੀ ਤਹਿਕੀਕਾਤ ਨਾ ਹੋਏ। India as always relied on same worst sort of mudslinging ever witnessed through its media propagandists to limit the damage and alter the narrative। ਉਹੀ ਗੰਦ ਜਸਟਿਨ ਟਰੂਡੋ ਦੇ ਖਿਲਾਫ ਕੈਨੇਡਾ ਦੇ ਖਿਲਾਫ ਖਾਲਿਸਤਾਨੀ ਸਿੱਖਾਂ ਦੇ ਖਿਲਾਫ ਔਰ ਬਹੁਤ ਘਟੀਆ ਲੈਵਲ ਤੱਕ ਜਾ ਕੇ ਮੈਂ ਦੁਹਰਾ ਵੀ ਨਹੀਂ ਸਕਦਾ ਕਿ ਪਿਛਲੇ 2-3 ਦਿਨਾਂ 'ਚ ਇੱਕ ਉਹਨਾਂ ਦਾ ਕੁੱਤਾ ਜਿਹੜਾ ਬੱਗਾ ਨਾਂ ਦਾ ਬੰਦਾ ਤੇਜਿੰਦਰ ਸਿੰਘ ਬੱਗਾ ਉਹਨੇ ਨਿੱਜਰ ਔਰ ਟਰੂਡੋ ਬਾਰੇ ਕੀ ਕਿਹਾ ਇਸ ਲੈਵਲ ਤੱਕ ਜਾ ਕੇ ਔਰ ਅਸੀਂ ਪਹਿਲਾਂ ਦੇਖਿਆ ਕਿ ਭਾਈ ਉਹਨਾਂ ਦਾ ਵੋਰਾ ਜਿਹੜਾ ਸੁਡਾਨ 'ਚ ਐਂਬੈਸਡਰ ਰਿਹਾ ਉਹ ਉਹਦੇ ਜਹਾਜ਼ ਨੂੰ ਟਰੂਡੋ ਦੇ ਕੋਕੇਨ ਦੇ ਨਾਲ ਭਰਿਆ ਦਿਖਾ ਰਿਹਾ ਕੁੱਤੇ ਨੂੰ ਸੁੰਘਦਿਆਂ ਦਿਖਾ ਰਿਹਾ ਕਿ ਜੀ ਉਹ ਧੁੱਤ ਰਿਹਾ 2 ਦਿਨ ਇਸ ਲਈ ਉਹ
ਪ੍ਰੈਜ਼ੀਡੈਂਟ ਦੇ ਡਿਨਰ 'ਚ ਵੀ ਨਹੀਂ ਆਇਆ। ਸੋ ਉਹਨਾਂ ਨੇ ਕਿਹਾ ਵੀ ਉਹ ਮਡ ਸਲਿੰਗਿੰਗ ਜਿਹੜਾ ਇਹਨਾਂ ਦਾ ਵੈਪਨ ਹੈ ਉਹਦੇ ਨਾਲ ਉਹਨਾਂ ਨੇ ਨੈਰੇਟਿਵ ਬਣਾਉਣਾ ਚਾਹਿਆ। ਇਟਸ ਸਪਿਨ ਮਿਸਟਰਸ were trying every possible trick in the book, but nothing was working as major upheavals were witnessed diplomatically from India's end. Only for so long was the Western world going to accept India's ludicrous arguments when the news surfaced that a member of Five Eyes intelligence group to support Canada's claim, which later was confirmed by USA. Canada and Canadians, calm and composed as always, stood by their Prime Minister. A small minority tried to turn a political issue into a religious bout, but failed miserably, leaving India disillusioned once again. कि पहली स्टेज ते तो प्रोपेगेंडा इन्होंने उही कीता, पर जदों ये सामने आया कि फाइव आइज कंट्री दे ही एक मैंबर ने जिहदे ज़ाहर अमरीका टिप ऑफ कीता, कनेडा दे लोग मजबूती नाल अपने प्राइम मिनिस्टर दे पिछे खलोते, सारियां पोलिटिकल पार्टीज भी। लेकिन जिहड़ा इन्होंने इनू पहला हिंदू सिख इशू, हिंदूज टेरीफाइड इन कैनेडा और फलाना करन पर वो इन्हां दा झूठ विकिया नहीं। सिग्निफिकेंस ऑफ रिमार्क्स बाय सैक्रटरी ब्लिंकन, हुण सैक्रटरी ऑफ स्टेट एंटनी ब्लिंकन ने जिहड़े रिमार्क कीते उहदी की अहमियत है। US Secretary of State Anthony Blinken's remarks a few days back summarized and contextualized the whole situation exceptionally well. In his press conference, he stressed accountability, referring to India. It may be worth noting that US or no Western power has ever stressed on accountability for terrorists, but in lieu US and its allies has always held terrorists accountable. Diplomatically understanding Secretary Blinken's remarks aim at, उन्होंने कहा कि भी ये जड़ा अकाउंटेबिलिटी लफज एक हुकूमत लई उन्होंने कहा इसका की सिग्निफिकेंस है। उन्होंने कहा भी ये जो असी तत्त कढ़ सकते हैं, पहला exonerating भाई हरदीप सिंह निज्जर एज ए टेररिस्ट एंड क्लीयरली आइडेंटिफाइंग जथेदार साहब एज कैनेडियन नेशनल हु वाज असैसिनेटेड इन कोल्ड ब्लड फॉर प्रैक्टिसिंग हिज राइट टू फ्रीडम ऑफ रिप्रेशन, फ्रीडम ऑफ एक्सप्रैशन इन कैनेडा। कि हरदीप सिंह निज्जर नूं उन्होंने एक खालिस्तानी लीडर के तौर पर तस्वर किया और उन्हों का जिहड़ा है वो मर्डर इसलिए किया गया क्योंकि वो फ्रीडम ऑफ एक्सप्रैशन के हक के थले खालिस्तान की गल करते सी। पहला उस एंटनी ब्लिंकन की स्टेटमेंट का जिहड़ा तत्सार निकलदा है। द टेररिस्ट इंडियन regime will be held accountable, its perpetrators charged, and all concerted efforts will be made that no other country can repeat such actions on soils of Western powers. India, eluding the investigation, will only affirm West's case to declare it a rogue state and breeding ground for transnational terrorism. उन्होंने कहा कि भी ये जड़ी इंडियन रजीम है वो एज ए टेररिस्ट जड़ी है ब्रांड हुई है और उस ये जड़ी अकाउंटेबिलिटी होएगी और ये ताकि कोई भी होर मुल्क कदे इस वैसटर्न सॉयल ते इन्हां दी करतूत ना करे और जदों तक ये इन्वेस्टिगेशन अपने मंथकी अंजाम तक पहुँचेगी वो वैस्ट दे केस नूं ही जिहड़ा वो स्ट्रैंथन करेगी कि इंडिया एक रॉक स्टेट है और ट्रांस नैशनल रिप्रैशन जिहदे बारे सैनेट दे विच बिल भी है उस नूं जिहड़ा है ब्रीड करन वालियां चों है। और फिर उन्होंने कहा कि हाउ एम्बीग्विटी इज़ द चोजन वैपन फॉर पोलराइजिंग सिक्स, कि भी किवें एम्बीग्विटी जिहड़ा उन्हां दा इंडियन एजेंसियां दा चुणवा हथियार है। इन रीसेंट डेज ए वेरी फैमिलियर नैरेटिव इज़ मेकिंग न्यूज़ हेडलाइंस सिक्स वर्सेस खालिस्तानी। इस दे उत्ते वैसे असीं गल कर चुके हैं कि एक पासे सिख ने जिवें वो सारे जिन्हां दे मूंह नूं कुत्ते बन्ने ने वो बिठाए होंदे ने टीवी चैनलों पर कि जी असीं तां नहीं चाहुंदे खालिस्तान, ये तां फ्यू हॉट हैडेड ISI फलाना। उन्होंने कहा जी ये जिहड़ी एम्बीग्विटी है ये क्रिएट भी एक पासे खालिस्तानी सिख ने एक पासे सिख ने। द सिक्स इन क्वेश्चन हियर आर अफर्मिंग देयर एलिजेंस टू इंडिया through Indian media platforms and are condemning the actions of pro-Khalistan activists, terming them as separatists or secessionists or even terrorists. वही इंडियन नैरेटिव नूं पग्गां वाले जिहड़े उन्हां दे रेंटा सिख ने दोहरा रहे हैं। इंडिया taking a leaf out of its colonial past have successfully divided Sikhs into two factions on an issue about independence of Punjab from Indian occupation known as Khalistan movement। उन्होंने कहा जी उन्होंने दो हिस्सों सिखा पोलराइज
ਜਿਹੜਾ ਕਲੋਨੀਅਲ ਮਾਈਂਡਸੈਟ ਸੀ ਉਹਦੇ ਥੱਲੇ ਜੀ ਪ੍ਰੋ ਖਾਲਿਸਤਾਨ ਸਿੱਖਸ ਪ੍ਰੋ ਇੰਡੀਅਨ ਸਿੱਖਸ ਕਿ ਜੀ ਇੱਕ ਖਾਲਿਸਤਾਨ ਪੱਖੀ ਨੇ ਇੱਕ ਇੰਡੀਆ ਪੱਖੀ ਨੇ diaspora Sikhs are well accustomed to fathom such sinister plots thanks to pro-Khalistan media outlets who openly raise questions about the direction of such narratives being pursued by Indian state ਕਿ ਬਾਹਰਲੇ ਸਿੱਖ ਤਾਂ ਅਵੇਅਰ ਨੇ ਕਿਉਂਕਿ ਸਿੱਖ ਮੀਡੀਆ ਨੇ ਇਹਨਾਂ ਨੂੰ ਐਕਸਪੋਜ਼ ਕੀਤਾ ਹੋਇਆ on the contrary pro-Khalistan channels being banned in India and the territories it occupies people out there fail to understand the treachery being committed right under their noses by promoting an anti-Khalistan narrative of terror and violence ਕਿਉਂਕਿ ਜਿਹੜੇ ਬਾਹਰਲੇ ਚੈਨਲ ਨੇ ਇਹਨਾਂ ਦੀ ਐਕਸੈਸ ਉੱਥੇ ਬਲੌਕ ਕੀਤੀ ਹੋਈ ਹੈ ਇਸ ਲਈ ਉੱਥੋਂ ਦੀ ਸਿੱਖ ਜਨਤਾ ਜਿਹੜੀ ਹੈ ਉਹ ਇਸ ਮਿਸਚਿਫ ਨੂੰ ਔਰ ਸ਼ੈਤਾਨੀ ਔਰ ਸ਼ਰਾਰਤ ਨੂੰ ਸਮਝਣ ਤੋਂ ਅਸਮਰਥ ਹੈ the very concept of Khalistan is vilified to such an extent that people are scared of talking about the subject openly in a country which optimizes itself as a mother of democracy ਇੰਨਾ ਡਰ ਪੈਦਾ ਕੀਤਾ ਹੋਇਆ ਹੈ ਕਿ ਉੱਥੇ ਓਪਨਲੀ ਤਾਂ ਕਿਸੇ ਨੇ ਕੀ ਗੱਲ ਕਰਨੀ ਘਰ 'ਚ ਵੀ ਵਿਸਪਰ 'ਚ ਵੀ ਨਹੀਂ ਗੱਲ ਕਰਦੇ ਇੰਨਾ ਖੌਫ ਹੈ ਜਿਹੜੇ ਘੁੰਮਦੇ ਆਪਣੇ ਆਪ ਨੂੰ ਸਾਰੀਆਂ ਜਮਹੂਰੀਅਤਾਂ ਦੀ ਮਾਂ ਕਹਿੰਦੇ ਨੇ by dividing opinion Indian state has sown seeds of ambiguity within Sikhs to polarize Sikhs and weaken the Khalistan referendum movement which right now is at peak worldwide due to efforts by Sikhs for Justice ਕਿ ਇਹਦੇ ਥੱਲੇ ਉਹਨਾਂ ਨੇ ਡਿਵਾਈਡ ਕੀਤਾ ਓਪੀਨੀਅਨ ਉਹਨਾਂ ਨੇ ਅਨਸਰਟਨਟੀ ਦੇ ਬੀਜ ਬੀਜੇ ਨੇ ਤਾਂ ਕਿ ਸਿੱਖ ਕਮਜ਼ੋਰ ਹੋਣ ਔਰ ਖਾਲਿਸਤਾਨ ਰੈਫਰੈਂਡਮ ਮੂਵਮੈਂਟ ਜਿਹੜੀ ਇਸ ਵੇਲੇ ਦੁਨੀਆ 'ਚ ਪੀਕ ਦੇ ਉੱਤੇ ਹੈ ਸਿੱਖਸ ਫਾਰ ਜਸਟਿਸ ਦੇ ਯਤਨਾਂ ਸਦਕਾ ਉਹਨਾਂ ਨੂੰ ਜਿਹੜਾ ਹੈ ਉਹ ਕਮਜ਼ੋਰ ਕੀਤਾ ਜਾਏ ਫਿਰ ਉਹਨਾਂ ਨੇ ਗਲਾਸਗੋ ਇਨਸੀਡੈਂਟ ਦਾ ਜ਼ਿਕਰ ਕੀਤਾ ਹੈ ਕਿ ਭਾਈ 3 ਸਿੱਖ ਨੌਜਵਾਨ ਜਿਨ੍ਹਾਂ ਨੇ ਉਸ ਇੰਡੀਅਨ ਹਾਈ ਕਮਿਸ਼ਨਰ ਨੂੰ ਰੋਕਿਆ ਕਿ ਉਹ ਵੈਲਕਮ ਨਹੀਂ ਹੈ ਗੁਰਦੁਆਰੇ 'ਚ ਔਰ ਇਹ ਜਿਹੜਾ ਟਾਈਮਿੰਗ ਔਰ ਸਿਗਨੀਫੀਕੈਂਸ ਹੈ ਇਸ ਇਵੈਂਟ ਦਾ ਇਹਨੂੰ ਬੜਾ ਨੇੜਿਓਂ ਦੇਖਣ ਦੀ ਲੋੜ ਹੈ ਇਸ ਵੇਲੇ ਖਾਲਿਸਤਾਨ ਦੀ ਮੂਵਮੈਂਟ ਪੀਕ 'ਤੇ ਹੈ ਵੈਸਟ ਚਾਹੁੰਦਾ ਹੈ ਕਿ ਇੰਡੀਆ ਜੁਆਇਨ ਕਰੇ ਇਨਵੈਸਟੀਗੇਸ਼ਨ ਕੈਨੇਡਾ ਨੇ ਜਿਹੜੀ ਖੋਲ੍ਹੀ ਹੋਈ ਹੈ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਮਾਮਲੇ 'ਚ ਔਰ ਇਹ ਜਿਹੜੀ ਹੈ ਇਸ ਵੇਲੇ ਭਾਰਤ ਨੂੰ ਉਹ ਟਰਸਟਡ ਪਾਰਟਨਰ ਤਾਂ ਨਹੀਂ ਮੰਨ ਸਕਦੇ ਜਿਵੇਂ ਪਹਿਲਾਂ ਇਹ ਡਿਸਕਸ ਕੀਤਾ ਗਿਆ ਕਿ ਵੀ ਜਮਾਲ ਖੁਸ਼ੋਗੀ ਦੀ ਅਸੈਸੀਨੇਸ਼ਨ ਦੇ ਮਾਮਲੇ ਦੀ ਜੇ ਗੱਲ ਕਰੀਏ ਤੇ ਟ੍ਰੇਡ ਐਮਬਾਰਗੋ ਵਿਦ ਇੰਡੀਆ ਕੈਨ ਨਾਟ ਬੀ ਰੂਲਡ ਆਊਟ ਇਨ ਦਾ ਫਿਊਚਰ ਕਿ ਜਿਵੇਂ ਉਹਨਾਂ ਨੇ ਡਿਸਕਸ ਕੀਤਾ ਸੀ ਵੀ ਕਿਵੇਂ ਬ੍ਰਿਟਨ ਦੇ ਚਾਹਣ ਦੇ ਬਾਵਜੂਦ ਜਰਮਨ ਔਰ ਦੂਸਰੇ ਮੁਲਕ ਜਿਹੜੇ ਨੇ ਦੇ ਹੈਵ ਪੁੱਟ देयर ਫੁੱਟ ਡਾਊਨ ਕਿ ਬਿਜ਼ਨਸ ਡੀ ਲੱਗੇ ਨਹੀਂ ਜਾ ਸਕਦੇ Callous Brahmins once again tried to very skillfully play the card of division among Sikhs by claiming that Khalistani extremists are becoming bolder every day and this need to be curtailed ਕਿ ਵੀ ਉਹਨਾਂ ਨੇ ਆਪਣੇ ਇਸ ਕਾਰਡ ਨੂੰ ਫਿਰ ਸਿੱਖਾਂ ਦੇ ਵਿੱਚ ਫੈਲਾਇਆ ਕਿ ਜੀ ਇਹ ਜਿਹੜੇ ਨੇ ਬੜੇ ਬੋਲਡ ਹੋ ਰਹੇ ਨੇ ਖਾਲਿਸਤਾਨੀ ਐਕਸਟ੍ਰੀਮਿਸਟ ਗਲਾਸਗੋ ਇਨਸੀਡੈਂਟ ਦੀ ਰੋਸ਼ਨੀ 'ਚ ਔਰ ਇਹ ਜਿਹੜੇ 3 ਸਿੱਖ ਐਕਟਿਵਿਸਟ ਸੀ ਜਿਨ੍ਹਾਂ ਨੇ ਰੋਕਿਆ ਉਹਨਾਂ ਦੇ ਉੱਤੇ ਐਕਸਟ੍ਰੀਮਿਜ਼ਮ ਦਾ ਲੇਬਲ ਲਾਇਆ ਜਾ ਰਿਹਾ ਔਰ ਇੰਡੀਆ ਦੇ ਨਿਊਜ਼ਪੇਪਰਸ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਦੇਖੋ ਇਹ ਜਿਹੜੇ ਨੇ ਈਵਨ ਜਿਹੜਾ ਲੌਬੀ ਗਰੁੱਪ ਹੈ ਯੂਕੇ ਪਾਰਲੀਮੈਂਟ 'ਚ ਹੈਨਰੀ ਜੈਕਸਨ ਸੁਸਾਇਟੀ ਹੈ ਪ੍ਰੀਤੀ ਪਟੇਲ ਗਰੁੱਪ ਦਾ ਹੀ ਲੌਬੀ ਗਰੁੱਪ ਦਾ ਹਿੱਸਾ ਹੈ ਮਾਈਕਲ ਓਲੇਰੇ CEO ਆਫ ਰਿਆਨਏਅਰ ਗॉट ਹਿਸ ਫੇਸ ਸਮੈਸ਼ਡ ਬਾਈ ਅ ਕੇਕ ਇਨ ਬੈਲਜੀਅਮ ਉਹਨੇ ਕਿਹਾ ਜੀ ਪ੍ਰੋਟੈਸਟ ਦੇ ਉੱਤੇ ਕੇਕ ਬੈਲਜੀਅਮ ਦੇ ਵਿੱਚ ਉਹਦੇ ਸੀ ਐਂਡ ਮਿਸਕ੍ਰੀਐਂਟਸ ਵਰ ਲੇਬਲਡ ਐਜ਼ ਪ੍ਰੋਟੈਸਟਰਸ ਕਿ ਉਦੋਂ ਤਾਂ ਉਹਨਾਂ ਨੂੰ ਪ੍ਰੋਟੈਸਟਰਸ ਕਿਹਾ ਸੀ ਔਨ ਦਾ ਕੰਟਰਰੀ ਸਿੱਖ ਐਕਟਿਵਿਸਟ ਚੈਲੰਜ ਦ ਐਕਸ਼ਨਸ ਆਫ ਦਾ ਹਾਈ ਕਮਿਸ਼ਨਰ ਰਿਪਰੈਜ਼ੈਂਟਿੰਗ ਅ ਜੈਨੋਸਾਈਡਲ ਰਜੀਮ ਬਟ ਨੈਵਰ ਯੂਜ਼ਡ ਐਨੀ ਫਾਰਮ ਆਫ ਵਾਇਲੈਂਸ ਕਿ ਵੀ ਜਿਹੜੇ 3 ਐਕਟਿਵਿਸਟ ਸੀ ਉਹਨਾਂ ਨੇ ਤਾਂ ਕੋਈ ਹਿੰਸਾ ਯੂਜ਼ ਨਹੀਂ ਕੀਤੀ ਉਹ ਤਾਂ ਬਿਲਕੁਲ ਪੀਸਫੁਲ ਅੰਦਾਜ਼ ਦੇ ਵਿੱਚ ਉਹਨਾਂ ਨੇ ਉਸ ਜੈਨੋਸਾਈਡ ਕਰਨ ਵਾਲੇ ਹਾਈ ਕਮਿਸ਼ਨਰ ਨੂੰ ਰੋਕਿਆ ਔਰ ਹੁਣ ਮੈਂ ਕਨਕਲੂਜਨ 'ਚ ਪੜ੍ਹ ਰਿਹਾ ਕਿ ਐਵਰੀ ਐਫਰਟ ਇਜ਼ ਬੀਇੰਗ ਮੇਡ ਟੂ ਐਨਸ਼ੋਰ Khalistan movement is associated with violence and extremism now because Pai Nijjar's assassination has done the damage and hit India where it hurts the most economically and diplomatically. ਹੁਣ ਜਦੋਂ ਅਸੀਂ ਰਿਪੀਟਡਲੀ ਕਹਿੰਦੇ ਹਾਂ ਵੀ ਖਬਰਦਾਰ ਈਵਨ ਫੁੱਲ ਵੀ ਨਹੀਂ ਸੁੱਟਣਾ ਕਿਸੇ ਤੇ ਕਿਉਂਕਿ ਹੁਣ ਇੰਨਾ ਨੁਕਸਾਨ ਇੰਡੀਆ ਦਾ ਹੋ ਚੁੱਕਾ ਹੈ ਡਿਪਲੋਮੈਟਿਕਲੀ ਵੀ ਔਰ ਇਕਨੋਮਿਕਲੀ ਵੀ ਕਿ ਉਹ ਇੱਕੋ ਹੀ ਤਰੀਕਾ ਹੈ ਵੀ ਉਹ ਸਿੱਖਾਂ ਨੂੰ ਵਾਇਲੈਂਟ ਦਿਖਾਣ ਵਾਂਸ ਅਗੇਨ pro-Indian Sikhs could be seen showing their faces in front of cameras, condemning such actions and trying to put a spin by reiterating everyone is welcome in our Gurdwaras. Yes, everyone is welcome, but not the ones who openly condone
genocide of Sikhs and represent the terrorist Indian government, which none of these state-sponsored parrots could muster the courage to say. ਇਹ ਜਿਹੜੇ ਤੋਤੇ ਸਰਕਾਰੀ ਨੇ ਇਹਨਾਂ ਨੇ ਤਾਂ ਨਹੀਂ ਕਿ ਭਾਈ ਜਿਨ੍ਹਾਂ ਨੇ ਜੈਨੋਸਾਈਡ ਕੀਤਾ ਉਹ ਤਾਂ ਵੈਲਕਮ ਨਹੀਂ ਨੇ ਐਜ਼ ਇਟ ਆ ਸਕਦੇ ਨੇ ਜਿਹੜਾ ਮੱਥਾ ਟੇਕਿਆ ਚਲੇ ਗਏ ਪਰ ਉਹ ਤਾਂ ਆਫੀਸ਼ੀਅਲ ਆਪਣੇ ਧੌਂਸ ਦੇ ਨਾਲ ਆ ਕੇ ਉਹਦਾ ਤਾਂ ਸਵਾਗਤ ਕਰਨਾ ਸੀ. ਦਿਸ ਡੈਲੀਬਰੇਟ ਐਕਟ ਵਾਸ ਡਨ taking into consideration the damage it could cause to Khalistan referendum movement link Khalistan with extremism by quoting diplomats are unsafe and above all divide Sikhs even more. ਕਿਉਂਕਿ ਜੇ ਉਹ ਅੰਦਰ ਚਲਾ ਜਾਂਦਾ ਔਰ ਅੰਦਰ ਗੜਬੜ ਹੁੰਦੀ ਫਿਰ ਤਾਂ ਉਹਨਾਂ ਨੇ ਅਦਰ ਵੇ ਕਰਨਾ ਸੀ. ਲੇਕਿਨ ਇਹ ਸਾਰੇ ਅਸੀਂ ਡਿਸਕਸ ਵੀ ਕਰਾਂਗੇ ਕਿ ਭਾਈ ਇਹ ਇੱਕ ਪੀਸਫੁਲ ਪ੍ਰੋਟੈਸਟ ਸੀ ਔਰ ਇੰਡੀਅਨ ਗਵਰਨਮੈਂਟ ਜੋ ਇਹਦੇ ਚੋਂ ਕੱਢਣਾ ਚਾਹੁੰਦੀ ਸੀ ਉਹ ਤਾਂ ਉਹਨਾਂ ਨੇ ਕੀ ਕੱਢਣਾ ਸੀ ਇਹਨਾਂ ਦੇ ਮੂੰਹ ਤੇ ਕਰਾਰੀ ਚਪੇੜ ਵੀ ਵੱਜੀ. ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ. ਸਾਡਾ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ. ਸਿੱਖ ਸੁਸਾਇਟੀ ਆਫ ਇੰਡੀਆਨਾ ਵੱਲੋਂ ਮਿਡਵੈਸਟ ਦੀਆਂ ਸਮੂਹ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 9ਵਾਂ ਸਾਲਾਨਾ ਨਗਰ ਕੀਰਤਨ 7 ਅਕਤੂਬਰ 2023 ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਕੱਢਿਆ ਜਾ ਰਿਹਾ ਹੈ. ਨਗਰ ਕੀਰਤਨ ਵਾਰ ਮੈਮੋਰੀਅਲ ਪਾਰਕ ਇੰਡੀਅਨੈਪਲਸ ਵਿਖੇ ਕੱਢਿਆ ਜਾਵੇਗਾ ਅਤੇ ਉਪਰੰਤ ਉੱਥੇ ਹੀ ਸਟੇਜ ਲਗਾਈ ਜਾਵੇਗੀ. ਗੁਰੂ ਕਾ ਲੰਗਰ ਅਤੁੱਟ ਵਰਤੇਗਾ. ਆਪ ਸਭ ਨੂੰ ਇਸ ਨਗਰ ਕੀਰਤਨ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ. ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ. ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ. ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਸਰਕਾਰ ਅਤੇ ਉਸ ਦੇ ਮੀਡੀਆ ਦੇ ਮੂੰਹ ਤੇ ਗਲਾਸਗੋ ਸਕਾਟਲੈਂਡ ਯੂਕੇ ਦੀ ਪੁਲਿਸ ਨੇ ਇੱਕ ਕਰਾਰੀ ਚਪੇੜ ਜੜੀ ਮਾਰੀ ਹੈ. ਉਹਨਾਂ 3 ਸਿੱਖ ਨੌਜਵਾਨਾਂ ਨੇ ਭਾਰਤੀ ਹਾਈ ਕਮਿਸ਼ਨਰ ਨੂੰ ਗੁਰਦੁਆਰਾ ਦੇ ਪਾਰਕਿੰਗ ਲੋਟ ਤੋਂ ਮੁੜਨ ਲਈ ਮਜਬੂਰ ਕਰ ਦਿੱਤਾ ਸੀ. ਇਸ ਲਈ ਉਹਨਾਂ ਨੇ ਕਲੀਨ ਚਿੱਟ ਦਿੱਤੀ ਹੈ ਪੁਲਿਸ ਨੇ ਉਹਨਾਂ 3 ਨੌਜਵਾਨਾਂ ਨੂੰ. ਸੋ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕੋਈ ਜ਼ੁਲਮ ਨਹੀਂ ਕੀਤਾ, ਉਹਨਾਂ ਨੇ ਸ਼ਾਂਤਮਈ ਢੰਗ ਨਾਲ ਪ੍ਰੋਟੈਸਟ ਕੀਤਾ ਹੈ ਜੋ ਕਰਨਾ ਬਣਦਾ. ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਡਿਟੇਨ ਕਰਾਂਗੇ. ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ. ਜੀ ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ ਅਸੀਂ ਹੁਣੇ ਗਲਾਸਗੋ ਇਨਸੀਡੈਂਟ ਨੂੰ ਡਿਸਕਸ ਕਰਕੇ ਹਟੇ. ਅੱਛਾ, ਇੰਡੀਅਨ ਗਵਰਨਮੈਂਟ ਨੇ ਇਸ ਨੂੰ ਬਹੁਤ ਵੱਡਾ ਇਸ਼ੂ ਬਣਾ ਕੇ ਈਵਨ ਹਾਈ ਕਮਿਸ਼ਨਰ ਨੇ ਵੀ ਪੁਲਿਸ ਕੋਲ ਸ਼ਿਕਾਇਤ ਕੀਤੀ ਔਰ ਇੰਡੀਅਨ ਗਵਰਨਮੈਂਟ ਨੇ ਵੀ ਕੀਤਾ ਕਿ ਜੀ ਹਮਲਾ ਕਰਤਾ ਡਿਪਲੋਮੈਟ ਤੇ ਔਰ ਇਹ ਸਿਕਿਉਰਿਟੀ ਦੇਣਾ ਸੀ ਇੰਗਲੈਂਡ ਦੀ ਜ਼ਿੰਮੇਵਾਰੀ ਔਰ ਦੂਸਰਾ ਸੋ ਜ਼ਾਹਰ ਹੈ ਜਦੋਂ ਰਿਪੋਰਟ ਕੀਤਾ ਪੁਲਿਸ ਕੇਸ ਬਣਿਆ. ਸੋ ਇਹ ਇੱਕ ਜਦੋਂ ਅਸੀਂ ਸਕਾਟਲੈਂਡ ਵਰਗੇ ਸੂਬੇ ਦੀ ਗੱਲ ਕਰਦੇ ਹਾਂ ਵੈਸੇ ਤਾਂ ਯੂਕੇ 'ਚ ਹੀ ਓਵਰਆਲ ਇੱਕ ਲਾਫੁਲ ਸਿਸਟਮ ਹੈ ਉਹਨਾਂ ਦੀ ਪੁਲਿਸ ਨੇ ਬਰਾਬਰ ਉਹਨੂੰ ਉਵੇਂ ਹੀ ਜੋ ਐਵੀਡੈਂਸ ਸੀ ਉਹਦੇ ਤੇ ਬੇਸਡ ਇਨਵੈਸਟੀਗੇਟ ਕੀਤਾ ਔਰ ਅੱਜ ਉਹਨਾਂ ਦੇ ਪ੍ਰੋਮੀਨੈਂਟ ਅਖਬਾਰ ਦਾ ਹੈਰਲਡ ਉਸ ਦੀ ਹੈਡਲਾਈਨ ਲੱਗੀ ਹੋਈ ਹੈ No criminality in Sikh protest of Indian commissioner at ਗੁਰਦੁਆਰਾ ਕਿ ਜਦੋਂ ਹਾਈ ਕਮਿਸ਼ਨਰ ਆਇਆ ਤੇ ਜਿਹੜਾ ਪ੍ਰੋਟੈਸਟ ਹੋਇਆ ਉਹਦੇ 'ਚ ਕੋਈ ਅਪਰਾਧ no criminality one liner ਔਰ ਉਹਨਾਂ ਨੇ ਕਿਹਾ ਪੁਲਿਸ ਸਕਾਟਲੈਂਡ has ended a probe prompted by a complaint from the Indian government after their high commissioner was met by protesters outside the Gurdwara in Glasgow's south side. The force said an investigation had found no criminality. केस क्लोज्ड क्या जी ਅਸੀਂ ਇਨਵੈਸਟੀਗੇਟ ਕੀਤਾ ਕੋਈ ਕ੍ਰਿਮੀਨੈਲਿਟੀ ਨਹੀਂ ਹੈ ਔਰ ਜ਼ਾਹਰ ਹੈ ਕਿ ਵੀ ਉਹ ਹੈ ਵੀ ਨਹੀਂ ਸੀ ਤਾਂ ਇਹਨਾਂ ਨੇ ਜਿਸ ਕਿਸਮ ਦਾ ਗੁੱਡਾ ਬੰਨਿਆ ਸੀ ਪਰ ਅਸੀਂ ਇਹ ਦੇਖਦੇ ਹਾਂ ਕਿ ਵੀ ਇਹ ਕਰ ਕਰੇ ਸੋ ਇਹ ਕਰ ਪਾਏ. ਇਹ ਹੈ ਇਨਸਾਫ ਜਾਂ ਜਸਟਿਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਜਾਂ ਅਕਾਊਂਟੇਬਿਲਟੀ ਦੀ. ਹੁਣ ਇਸੇ ਨੂੰ ਹੀ ਜੇ ਲਟਕਾਈ ਜਾਂਦੇ ਕੋਈ ਹੋਰ ਹੁੰਦਾ ਉਹ ਕਹਾਣੀਆਂ ਪਾਏ ਜਾਂਦੇ ਨਾਲ ਦੀ ਨਾਲ ਫਾਈਲ ਕਲੋਜ਼ਡ ਕੇਸ ਕਲੋਜ਼ਡ ਔਰ ਇਹ ਵੀ ਦੱਸ ਦਿੱਤਾ ਕਿ ਭਾਈ ਇਹ ਹੈ ਜਦੋਂ ਤੁਸੀਂ ਜਮਹੂਰੀ ਮੁਲਕਾਂ ਦੀ ਗੱਲ ਕਰਦੇ ਹੋ ਜਿੱਥੇ ਸ਼ਾਂਤਮਈ ਅੰਦਾਜ਼ 'ਚ ਆਪਣੀ ਗੱਲ ਕਹਿਣ ਦਾ ਹੱਕ ਹੈ ਔਰ ਇਹਨਾਂ ਤਿੰਨੋਂ ਹੀ ਨੌਜਵਾਨਾਂ ਨੇ ਜਿਹੜਾ ਉਹ ਇੱਕ ਵਾਰ ਜਿੱਥੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੀ ਸਪਿਰਿਟ ਦਾ ਪ੍ਰਗਟਾਵਾ ਕੀਤਾ ਉੱਥੇ ਭਾਰਤੀ ਰਜੀਮ ਦੇ ਮੂੰਹ ਤੇ ਵੀ ਚਪੇੜ ਵੱਜੀ ਜਦੋਂ ਉਹ ਆਪਣੇ ਟਾਊਟਾਂ ਰਾਹੀਂ ਜੋ ਉੱਥੇ ਜਾ ਕੇ ਔਰ ਕਿਵੇਂ ਜੇ ਝਗੜਾ ਹੁੰਦਾ ਤਾਂ ਵੀ ਉਹਨਾਂ ਦੇ ਹੱਕ 'ਚ ਜੇ ਬੋਲ ਜਾਂਦਾ ਤਾਂ ਵੀ ਉਹਨਾਂ ਨੇ ਕਿਹਾ ਜੀ ਦੇਖੋ ਇਹ ਕਹਿੰਦੇ ਸੀ ਅਸੀਂ ਪਾਬੰਦੀਆਂ ਲਾਈਆਂ
ਹਾਈ ਕਮਿਸ਼ਨ ਕਿੱਥੋਂ ਲੰਡਨ ਤੋਂ ਉੱਠ ਕੇ ਸਕਾਟਲੈਂਡ ਗਿਆ ਹੋਇਆ ਕਿ ਵੀ ਪੂਰਾ ਉਹ ਇੱਕ ਪਲੈਨਡ ਆਰਕੈਸਟ੍ਰੇਟਡ ਲਾਈਨ। ਤੇ ਜੇ ਇਹਨਾਂ ਤਿੰਨਾਂ ਚੋਂ ਕਿਸੇ ਨੂੰ ਹੁੰਦਾ ਫਿਰ ਇਹਨਾਂ ਨੇ ਉਹ ਦੇਖੋ ਜੀ ਹੈਂਡਕਫ ਹੋ ਗਏ, ਫੜੇ ਗਏ, ਪੁਲਿਸ ਨੇ ਕਿਹਾ ਕਿ ਵੀ ਕੋਈ ਕ੍ਰਿਮੀਨੈਲਿਟੀ ਨਹੀਂ ਹੈ। ਸੋ ਇਹ ਚਪੇੜਾਂ ਦੇ ਨਾਲ ਮੂੰਹ ਲਾਲ ਹੋਣ ਵਾਲਾ ਕੰਮ ਹੋ ਗਿਆ ਤੇ ਅੱਜ ਲੇਟ ਚੱਲ ਰਹੇ ਤੁਸੀਂ ਹੁਣ ਮੈਸੇਜ। ਹਾਂਜੀ ਗੁਰਮੀਤ ਸਿੰਘ ਜੀ ਲਿਖਦੇ ਨੇ, ਪਹਿਲਾਂ ਤੇ ਸਭ ਦਾ ਬਹੁਤ ਬਹੁਤ ਸ਼ੁਕਰੀਆ ਕਿ ਸਾਨੂੰ ਜਿਹੜੇ ਤੁਸੀਂ ਬੜੇ ਅੱਛੇ ਜਿਹੜੇ ਮੈਸੇਜ ਨੇ ਉਹ ਲਿਖੇ ਨੇ। ਸੋ ਗੁਰਮੀਤ ਸਿੰਘ ਜੀ ਲਿਖਦੇ ਨੇ ਕਿ ਪੰਜਾਬ ਨੋ ਪਾਰਟ ਇੰਡੀਆ ਆਜ਼ਾਦੀ ਹਾਲ ਹੈ। ਫਿਰ ਉਹਨਾਂ ਨੇ ਕਿਹਾ ਕੈਨੇਡਾ USA ਵੈਰੀ ਵੈਰੀ ਥੈਂਕਸ। ਐਂਡ ਫਿਰ ਇਸ ਜ਼ੁਬੇਰ ਜੀ ਆਏ ਨੇ, ਇਹ ਵੀ ਕਹਿੰਦੇ ਨੇ ਕਿ ਕੋਈ ਚੀਜ਼ ਵੀ कुर्बानी के बगैर नहीं मिलती। और फिर उन्होंने मैसेज आएगा कहते कश्मीर की आज़ादी खालिस्तान के रास्ते से होकर जाती है और बहुत जल्द कहते वाघा बॉर्डर पर खालिस्तान का झंडा झुलेगा। उनका उन्होंने कहना है कहते इंशाअल्लाह तुहाडे मूंह च घिओ शक्कर। हाँ जी। फिर इसी तरह जिंदर भी SK लिखते हैं कैनेडा सरकार का धन्नवाद। जसवीर बराड़ जी खालिस्तान कहते हैं गुरपतवंत सिंह पन्नू एंड वीर जिंदाबाद। एंड फिर कहते हैं गुरमीत सिंह ने सिख कम्युनिटी जिंदाबाद, सिख फॉर जस्टिस जिंदाबाद। और इसी तरह मैसेज आएगा साढ़े को जुबेर जी कहते हैं इसलिए मैं कहता हूँ कि तमाम सिखों को खालिस्तान का नाम लेना चाहिए। सो इसी तरह गुरमीत सिंह कहते हैं कौम दा हल खालिस्तान है और सिख फॉर जस्टिस जिंदाबाद कहते हैं। एंड फिर इसी तरह विकी हॉल मैस कहते हैं कि बी यूनाइटेड एंड वर्क टुगैदर टू गैट खालिस्तान। एंड फिर उन्होंने कहते हैं कि फोकस ऑन यूर गोल खालिस्तान खालिस्तान। एंड फिर मैसेज आएगा साढ़े को गुरमीत सिंह वोटिंग फॉर सिख राज कहते हैं। और काफ़ी सारे सानू मैसेज ने। और फिर इसी तरह मैसेज आएगा मनजिंदर फतेह कहते हैं कि वाहिगुरू जी। एंड इसी तरह अवतार सिंह जी कहते हैं राज बिना ना धर्म चले हैं, धर्म बिना सब दले मले हैं, इको हल है अपना घर खालिस्तान, नहीं तो इन्हें बहुत बुरा हाल करना। सो गोविंदर सिंह फिर कहते हैं ऑल प्रॉब्लम्स विल बी सॉल्व्ड व्हेन सिख्स लिबरेट देयर होमलैंड खालिस्तान खालिस्तान जिंदाबाद। मेरा ख्याल है बाकी सब का शुक्रिया अदा कर दो। फेसबुक ते प्रभदयाल सिंह, दविंदर संधू, सोहन सिंह मायल, मनजीत सिंह गौंडपुर, निरंजन सिंह, मोहम्मद अनवर, बिला नीला और राजविंदर सिंह, इन्होंने सारे के मैसेजेस ने। फतेह है, खालिस्तान जिंदाबाद है, फ्री कश्मीर है, मोहम्मद अनवर साहब ने किया है फ्री खालिस्तान। और बिला नीला कहते हैं डॉक्टर साहब ह्यूमन इंटैलीजेंस ते डिजिटल इंटैलीजेंस की फ़र्क है जी। ह्यूमन इंटैलीजेंस ये है जी तुसी बंदियां राही बंदे रिक्रूट किए होंगे ने, वो तुहानू खबर लिया के दिंदे ने। ते डिजिटल दे विच आ जांदा है जदों डिप्लोमैट आपस च कोई गलबात कर रहे हैं जां राह दे एजेंट ऑपरेटिव आपस च कोई गुफ्तगू जिहड़ी है अपने स्टेशन चीफ नाल कर रहे हैं जां पिछे नाल कर रहे हैं। अच्छा। उन्होंने डिजिटल भी सिग्नल इंटैलीजेंस भी कहते हैं कि जिहड़ी कैप्चर हुंदी है, जिन्ना मैनू पता है इस बारे। राजविंदर सिंह कहते हैं डॉक्टर साहब टेररिस्ट इंडियन स्टेट इज़ एक्टिंग लाइक सदाम हुसैन एंड हिज कैबिनेट, होपफुली इंडियन टेररिस्ट विल मीट द सेम फेट टू। सदाम हुसैन तो ज़्यादा जिहड़ा उन्होंने विलीफाई किया गया, उन्हें बाहर आके कोई अमरीका जां वैसटर्न मुल्कां च नहीं किया। ठीक है उन्हें अपने लोगों के उत्ते कुर्द होण दूजे होण जुल्म किए, पर वो जदों करदा सी जुल्म उदों तां अमरीका उहदी बैक करदा सी। इन्हां ने तां KGB और मोसाद दे पैटर्न दे उत्ते इह राह दी एक्टिविटी है। कमल सिंह कहंदे ने जे सिखां विच किसी दे गुरु घर आउण जां ना आउण बारे विचार चल रही है, बड़ी बेसमझी वाली गल है। एक राहुल गांधी दे गुरु घर आउण नूं पॉजिटिव लैना चाहिदा है, जिस दा बाप माँ ते नाना सिखां नूं खत्म करन दीयां कोशिशां ही करदे होण, ਉਹ ਗੁਰੂ ਘਰ ਆ ਕੇ ਸਿੱਖਾਂ ਦੇ ਭਾਂਡੇ ਮਾਂਜੇ, ਇਹ ਸਾਡੇ ਗੁਰੂ ਸਾਹਿਬ ਜੀ ਦੀ ਵੱਡੀ ਵਡਿਆਈ ਤੇ ਕਲਾ ਹੈ। ਦੂਜਾ ਵਲਾਇਤ ਦੇ ਗੁਰੂ ਘਰ ਵਾਂਗ ਉਸਨੇ ਕੋਈ ਮਹਿਮਾਨ ਦੀ ਤਰ੍ਹਾਂ ਖਾਸ ਮਹਿਮਾਨ ਦੀ ਤਰ੍ਹਾਂ ਸਮੋਸੇ ਨਹੀਂ ਖਾਣੇ ਸੀ, ਨਾ ਸਟੇਜ ਤੇ ਬੋਲਣਾ ਸੀ। ਮੈਨੂੰ ਲੱਗਦਾ ਉਸ ਦੀ ਹਾਲਤ ਸੱਪ ਦੇ ਮੂੰਹ ਵਿੱਚ ਕੋੜ ਕਿਰਲੀ ਵਾਲੀ ਹੈ, ਨਾ ਕਲੰਕ ਨੂੰ ਮੱਥੇ ਤੇ ਰੱਖਣਾ ਚਾਹੁੰਦਾ, ਨਾ ਕੋੜੀ ਬਣ ਕੇ ਜਿਉਣਾ ਚਾਹੁੰਦਾ। ਉਸ ਦੇ ਵਿਰੋਧੀ ਤਾਂ ਇਹੀ ਚਾਹੁੰਦੇ ਹਨ ਕਿ ਉਹ ਮਾਫੀ ਮੰਗੇ ਤੇ ਅਸੀਂ ਬਹੁ ਗਿਣਤੀ ਦੀਆਂ ਵੋਟਾਂ ਲਈਏ। दूजा जो हर कोई गुरु घर आ सकता है कावां रौली पा रहे हैं, उन्होंने सिख सिद्धांत इतिहास बारे पता नहीं। बेअंत मौके जदों गुरु साहब ने अपने नज़दीकियां नूं भी दर्शन देण तो मना किया। संखेप विच प्रेमा कोड़ी कई महीनों तक बाहर बैठा रहा। बाबा राम राय, सोहना ते मोहना आदि अनेक उदाहरण, इत्थों तक कि धीरमल जो गुरु घर के परिवार का मैंबर सी नूं कुट के बाहर कढ़ना। इत्थे जिन्हां ने सवेरे उठ के मूँह भी नहीं
ਧੋਤਾ ਹੁੰਦਾ ਸਿੱਖਾਂ ਨੂੰ ਦੱਸਣ ਆ ਜਾਂਦੇ ਨੇ ਗੁਰੂ ਘਰ ਹੈ ਸਭ ਦਾ ਸਾਂਝਾ, ਅਸੀਂ ਕਰਨਾ ਰਾਜੀ ਰਾਂਝਾ। ਭਲਾ ਇਹ ਕੋਈ ਸ਼ਾਮਲਾਹਟ ਹੈ? ਬਿਲਕੁਲ ਤੁਸੀਂ ਦਲੀਲਾਂ ਨਾਲ ਗੱਲ ਕੀਤੀ ਔਰ ਜਿਹੜੇ ਇਤਿਹਾਸ ਦੇ ਵੇਰਵੇ ਨੇ ਇਹੀ ਨਹੀਂ ਕਿ ਵੀ ਇਹਨਾਂ ਨੂੰ ਉਦੋਂ ਨਹੀਂ ਆਣ ਦਿੱਤਾ ਗਿਆ। ਅੱਜ ਵੀ 3 ਸਦੀਆਂ ਬਾਅਦ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਤੇ ਰਾਮ ਰਾਈਏ, ਧੀਰ ਮਲੀਏ, ਮੀਣੇ ਮਸੰਦ ਇਹਨਾਂ ਨਾਲ ਨਾ ਵਰਤਣ ਦੀ ਹਦਾਇਤ ਹੈ। ਮਤਲਬ ਹੈ ਕਿ ਵੀ ਇਹਨਾਂ ਨੂੰ ਨੇੜੇ ਵੀ ਨਹੀਂ ਲੱਗਣ ਦੇਣਾ ਹੈ। ਔਰ ਫਿਰ ਨਵਾਜ਼ ਚੌਧਰੀ ਕਹਿੰਦੇ ਨੇ ਇੰਡੀਆ ਵਾਂਟ ਫ੍ਰੀ ਬਲੋਚਿਸਤਾਨ ਇਨ ਪਾਕਿਸਤਾਨ ਬਟ ਡੋਂਟ ਵਾਂਟ ਫ੍ਰੀ ਖਾਲਿਸਤਾਨ। ਨਵਾਜ਼ ਚੌਧਰੀ ਸਾਹਿਬ ਸ਼ੁਕਰੀਆ, ਤੁਸੀਂ ਬੜਾ ਰੈਗੂਲਰਲੀ ਲਿਖਦੇ ਹੋ। ਕੱਲ੍ਹ ਵੀ ਤੁਹਾਡਾ ਕਮੈਂਟ ਮਾਂ ਬਾਰੇ ਜਿਹੜਾ ਸਾਡਾ ਸੀ ਮਾਤਾ ਜੀ ਗੁਰਦੀਪ ਕੌਰ ਹੋਰਾਂ ਬਾਰੇ ਤੁਸੀਂ ਉਸ ਨੂੰ ਐਪਰੀਸ਼ੀਏਟ ਕੀਤਾ, ਸ਼ੁਕਰੀਆ। ਪਰਦੇਸੀ ਜੀਵਾਤਮਾ ਕਹਿੰਦੇ ਨੇ ਜਦੋਂ ਕਦੇ BC ਦੇ ਰੇਡੀਓ ਸੁਣੋ 10 ਕੁ ਪੰਜਾਬੀ ਭਾਰਤੀ ਭੇਡਾਂ ਹਨ ਜੋ ਸਾਰੇ ਸਟੇਸ਼ਨਾਂ ਤੇ ਜਾ ਕੇ ਕੈਨੇਡੀਅਨ ਘਾਹ ਖਾਂਦੀਆਂ ਹਨ ਤੇ ਜੁਗਲੀ ਭਾਰਤ 'ਚ ਕਰਦੀਆਂ ਨੇ। ਵੈਲ ਸੈਡ। ਔਰ ਰਾਜਵਿੰਦਰ ਸਿੰਘ ਕਹਿੰਦੇ ਨੇ is it possible to open up Khalistan embassies and passports as were done after 1984? ਰਾਜਵਿੰਦਰ ਸਿੰਘ ਜੀ ਉਹ ਤਾਂ ਇੱਕ ਸੰਕੇਤਕ ਤੌਰ ਤੇ ਸੀ ਜਿਹੜਾ ਡਾਕਟਰ ਜਗਜੀਤ ਸਿੰਘ ਚੌਹਾਨ ਨੇ ਕੀਤਾ। ਹੁਣ ਅਸੀਂ ਅਸਲੀ ਪਾਸਪੋਰਟ ਤੇ ਅਸਲੀ ਕਰੰਸੀ ਦੇ ਨੇੜੇ ਪਹੁੰਚ ਗਏ ਹਾਂ। ਹੁਣ ਇਸ ਕਿਸਮ ਦੇ ਜੈਸਚਰਸ ਦੀ ਲੋੜ ਨਹੀਂ ਹੈ। ਉਦੋਂ ਇਹ ਗੱਲ ਬੜੀ ਐਕਸਾਈਟ ਕਰਨ ਵਾਲੀ ਵੀ ਸੀ ਕਿ ਦੇਖਣਾ ਖਾਲਿਸਤਾਨ ਦਾ ਪਾਸਪੋਰਟ ਕੀ ਹੈ, ਡਾਲਰ ਕੀ ਹੈ। ਪਰਦੇਸੀ ਜੀਵਾਤਮਾ ਕਹਿੰਦੇ ਨੇ ਅੱਜ ਵੈਨਕੂਵਰ ਦੇ ਇੱਕ ਰੇਡੀਓ ਤੇ ਇੰਡੋ ਕੈਨੇਡੀਅਨ ਭੇਡਾਂ ਟਰੂਡੋ ਤੋਂ ਸਬੂਤ ਮੰਗੀ ਜਾਂਦੀਆਂ ਸਨ। ਸਬੂਤ ਅਦਾਲਤਾਂ ਵਿੱਚ ਪੇਸ਼ ਹੋਣਗੇ। ਇੱਕ ਪੰਜਾਬੀ ਭੇਡ ਕਹਿ ਰਹੀ ਸੀ ਕਿ ਭਾਰਤ ਨੂੰ ਕੈਨੇਡਾ ਦੀ ਲੋੜ ਨਹੀਂ, ਕੈਨੇਡਾ ਨੂੰ ਭਾਰਤ ਦੀ ਲੋੜ ਹੈ। ਉਸ ਭੇਡ ਨੂੰ ਭਾਰਤ ਵਿੱਚ ਘਾਹ ਚੁਗਣ ਲਈ ਆ ਜਾਣਾ ਚਾਹੀਦਾ ਹੈ। ਬਿਲਕੁਲ ਤੁਸੀਂ ਠੀਕ ਕਿਹਾ ਭੈਣ ਜੀ। ਕਿਰਨਜੀਤ ਕੌਰ ਕਹਿੰਦੇ ਨੇ ਜਿਹੜੇ ਵਿਹਲੜਾਂ ਨੂੰ ਘਰੇ ਕੋਈ ਚਾਹ ਨਹੀਂ ਪੁੱਛਦਾ ਉਹ ਟਰੂਡੋ ਤੋਂ ਸਬੂਤ ਪੁੱਛੀ ਜਾਂਦੇ। ਬਿਲਕੁਲ ਠੀਕ ਫਰਮਾਇਆ ਤੁਸੀਂ। ਔਰ ਸ਼ਿੰਦਾ ਸਹੋਤਾ, ਦੀਪ ਸਿੰਘ ਔਰ M ਜਾਵੇਦ ਬਾਬਰ ਕਹਿੰਦੇ ਨਾ ਹਿੰਦੀ ਨਾ ਹਿੰਦੁਸਤਾਨ, ਪੰਜਾਬ ਦਾ ਹੱਲ ਖਾਲਿਸਤਾਨ। ਬਹੁਤ ਬਹੁਤ ਸ਼ੁਕਰੀਆ ਜਾਵੇਦ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।